ਕੀ ਸੋਚ ਕੇ ਮੋਰਚੇ ਤੇ ਬੈਠੇ ਹੋ ਜਾਂ ਕੀ ਸੋਚ ਕੇ ਟੋਲ ਪਲਾਜ਼ਾ ਬੰਦ ਕੀਤਾ? ਅਸੀਂ ਤਾਂ ਇਹ ਸੋਚ ਕੇ ਬੈਠੇ ਹਾਂ ਜੀ, ਜੋ ਮੋਦੀ ਨੇ 3 ਆਰਡੀਨੈਂਸ ਜਿਹੜੇ ਕਾਨੂੰਨ ਪਾਸ ਕਰੇ ਆ, ਇਹ ਅਸੀਂ ਵਾਪਸ ਕਰਾ ਕੇ ਹਟਾਂਗੇ। ਜੇ ਸਰਕਾਰ ਵਾਪਸ ਨਹੀਂ ਕਰਦੀ ਤਾਂ ਅਸੀਂ ਸੰਘਰਸ਼ ਹੋਰ ਤਿੱਖਾ ਕਰਾਂਗੇ। ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਜੋ ਮੋਦੀ ਆ ਸਾਡੇ ਜ਼ਮੀਨਾਂ ਹੜੱਪਣ ਨੂੰ ਜਾ ਰਿਹਾ, ਸਾਡੇ ਹੱਕ ਖੋਹਣ ਨੂੰ ਜਾ ਰਿਹਾ। ਹੱਕ ਸਾਨੂੰ ਐ ਨਹੀਂ ਮਿਲਦੇ, ਸਾਨੂੰ ਸੜਕ 'ਤੇ ਜਾਣਾ ਪੈਣਾ, ਹੱਕ ਮੰਗਣੇ ਪੈਣੇ। ਆਪਣੇ ਆਪ ਹੱਕ ਕੋਈ ਨਹੀਂ ਹੁੰਦਾ, ਚਾਹੇ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ। ਜੋ ਜਿਹੜਾ ਕਿਸਾਨ ਆ, ਦੇਖੋ ਅਸੀਂ ਇੱਕ ਡੋਲ ਦੇ ਪਿੱਛੇ ਲੜ ਕੇ ਮਾਰਨੇ, ਜੇ ਭਰਾ ਨਾ ਮਾੜੀ ਡੋਲ ਵੱਢ ਲੈ ਤਾਂ ਭਰਾ ਨੂੰ ਭਰਾ ਮਾਰਨ ਦਾ ਵੀ ਤਾਂ ਡੋਲ ਵੱਢ ਲਈ ਮੇਰੀ। ਇਹ ਅਵਾਨੀ ਤੇ ਦੀਵਾਨੀ ਨੂੰ ਅਸੀਂ ਖੇਤ 'ਚ ਨਹੀਂ ਵੱਢਣ ਦੇਵਾਂਗੇ। 40 ਸਾਲ ਤੁਸੀਂ ਆਪਣਾ ਦਾੜਾ ਚਿੱਟਾ ਕਰ ਲਿਆ ਸੰਘਰਸ਼ ਲੜਦਿਆਂ ਹੋਇਆਂ, ਠੀਕ ਹੈ। ਉਹੀ ਸੰਘਰਸ਼ ਤੁਸੀਂ ਅੱਗੇ ਨੌਜਵਾਨੀ ਦੇ ਹੱਥਾਂ 'ਚ ਦੇ ਕੇ ਜਾ ਰਹੇ ਹੋ ਕਿ ਸਾਡੀਆਂ ਆਹ ਮੰਗਾਂ ਸਰਕਾਰ ਕੋਲੋਂ ਸੀਗੀਆਂ ਤੇ ਸਰਕਾਰ ਨੇ ਸਾਡੀਆਂ ਆਹ ਮੰਗਾਂ ਨਹੀਂ ਮੰਨੀਆਂ, ਠੀਕ ਹੈ ਜੀ। ਹੁਣ ਸਾਡੀ ਤਾਂ ਪੁੱਤਰ ਉਮਰ ਹੋ ਗਈ ਆ, ਸਾਡੇ ਦਾੜੇ ਤਾਂ ਚਿੱਟੇ ਹੋ ਗਏ ਆ, ਹੁਣ ਅੱਗੇ ਤੁਸੀਂ ਲੜ ਲਿਓ, ਫਾਇਦਾ ਕੀ? ਤਾਂ ਅਸੀਂ ਜਿਹੜੇ ਬਜ਼ੁਰਗ ਅੱਗੇ ਹੋ ਕੇ ਲੱਗਾਂਗੇ, ਚਾਹੇ ਸਾਨੂੰ ਸਾਰਿਆਂ ਨੂੰ ਮਰਨਾ ਪਵੇ, ਅਸੀਂ ਮਰਨ ਨੂੰ ਵੀ ਤਿਆਰ ਹਾਂ। ਪਰ ਅਸੀਂ ਨੌਜਵਾਨਾਂ ਦੇ ਆਪਣੇ ਬੱਚਿਆਂ ਵਾਸਤੇ ਮਰਨ ਨੂੰ ਤਿਆਰ ਹਾਂ। ਅਸੀਂ ਬੱਚਿਆਂ ਨੂੰ ਤੜਫ ਕੇ ਦੇਖ ਕੇ ਮਰਨ ਵਾਸਤੇ ਤਿਆਰ ਨਹੀਂ ਹੈਗੇ, ਅਸੀਂ ਸਿੱਧੇ ਮਰਨ ਨੂੰ ਤਿਆਰ ਹਾਂ। ਸਾਡੇ ਪੱਲੇ ਪਹਿਲਾਂ ਵੀ ਕੁਝ ਨਹੀਂ ਸੀਗਾ, ਜੇ ਹੁਣ ਸਾਡੀ ਫਸਲਾਂ 1900 ਤੋਂ 1100 ਤੇ ਆ ਜਾਣਗੀਆਂ ਫਿਰ ਸਾਡੇ ਪੱਲੇ ਕੀ ਰਹਿ ਜਾਊਗਾ। 4 ਦਿਨ ਪਹਿਲਾਂ ਅਜੇ ਤੇ ਰਾਹੁਲ ਦੀ ਰੈਲੀ ਹੋਈ ਆ ਤੇ ਇਸੇ ਟੋਲ ਪਲਾਜ਼ੇ ਤੋਂ ਉਹਨਾਂ ਲੋਕਾਂ ਨੂੰ ਜੁੱਤੀਆਂ ਦਿਖਾਈਆਂ ਨੇ ਤੇ ਜੁੱਤੀਆਂ ਦੇਖ ਕੇ ਲੋਕਾਂ ਨੂੰ ਬਹੁਤ ਸਾਰਿਆਂ ਨੂੰ ਬੇਸ਼ਰਮਗੀ ਵੀ ਆਈ ਆ। ਉਹ ਇਸ ਧਰਨੇ 'ਚ ਸ਼ਾਮਲ ਵੀ ਹੋਏ ਨੇ, ਅਸੀਂ ਉਹਨਾਂ ਨੂੰ ਜੀ ਆਇਆਂ ਵੀ ਕੀਤਾ। ਠੀਕ ਹੈ, ਜਿੱਥੇ ਸਾਡਾ ਜ਼ੋਰ ਆ ਅਸੀਂ ਅਜਮਾਈ ਕਰ ਰਹੇ ਹਾਂ ਆਪਦਾ। ਮੀਡੀਆ ਇਹਨੂੰ ਦੁਨੀਆ ਦੇ ਵਿੱਚ ਭਰ ਦੇ ਵਿੱਚ ਗੋਦੀ ਮੀਡੀਆ ਕਿਉਂ ਕਿਹਾ ਜਾਂਦਾ? ਕਿਉਂਕਿ ਇਹਨਾਂ ਦੀ ਕਰਤੂਤਾਂ ਨੇ ਜਿਹੜੀਆਂ ਉਹ ਇਹੀ ਨੇ, ਛਿੱਤਰ ਖਾਣ ਵਾਲੀਆਂ ਨੇ, ਉਹ ਖਾਂਦੇ ਨੇ। ਤਾਂ ਉਹ ਮੀਡੀਆ ਜਿਹੜਾ ਉੱਥੇ ਖੇਤਾਂ 'ਚ ਜਾ ਕੇ ਕਿਵੇਂ ਵੜ ਗਿਆ, ਉਹਨਾਂ ਨੂੰ ਐਡੇ ਵੱਡੇ ਟੋਲ ਪਲਾਜ਼ਿਆਂ ਦੇ ਜਿੱਥੇ ਦੀ ਉਹ ਲੰਘ ਕੇ ਗਏ ਅੱਜ ਫਰੀ, ਜਿਹੜੇ ਪੈਸੇ ਦੇ ਕੇ ਜਾਂਦੇ ਸੀ, ਉਹ ਟੋਲ ਪਲਾਜ਼ੇ ਦੇ ਕਿਸਾਨ ਕਿਉਂ ਨਹੀਂ ਦਿਸੇ ਉਹਨਾਂ ਨੂੰ? ਉਹ ਇਸ ਲਈ ਉਹਨਾਂ ਨੇ ਜੁੱਤੀਆਂ ਦਾ ਕੰਮ ਆਪ ਕਰਦੇ ਨੇ। ਮੈਂ ਦਿੱਲੀ ਵੀ ਧਰਨੇ ਲਾਏ ਆ, ਬੰਬਈ ਤੱਕ ਵੀ ਅਸੀਂ ਟ੍ਰੇਨਾਂ ਜਾ ਕੇ ਰੋਕੀਆਂ, ਕਿਉਂਕਿ ਅਸੀਂ ਤਿਹਾੜ ਜੇਲ੍ਹ 'ਚ ਵੀ ਮੈਂ 2 ਦਿਨ ਲਾਏ ਹੋਏ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਅਖੰਡ ਬਾਣੀ ਦੇਖ ਰਹੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਮੈਂ ਪ੍ਰੀਤ ਸੈਣੀ ਸਵਾਗਤ ਕਰਦਾ ਹਾਂ। ਗੁਰਪਿਆਰੇ, ਤੁਸੀਂ ਜਾਣਦੇ ਹੋ ਕਿ ਅੱਜ ਪੰਜਾਬ ਦੇ ਵਿੱਚ ਥਾਂ-ਥਾਂ ਤੇ ਮੋਰਚੇ ਲੱਗੇ ਹੋਏ ਨੇ ਕਿਸਾਨੀ ਵਾਸਤੇ। ਨੌਜਵਾਨੀ ਪਹਿਲੀ ਵਾਰ ਇੰਨੇ ਵੱਡੇ ਪੱਧਰ ਉੱਤੇ ਸੜਕਾਂ ਤੇ ਆਈ ਹੈ, ਉਹ ਜੰਗ ਲੜਨ ਵਾਸਤੇ ਜਿਸ ਦਾ ਬੁਲਾਵਾ ਅਸੀਂ ਕਹਿ ਸਕਦੇ ਹਾਂ ਕੇਂਦਰ ਸਰਕਾਰ ਨੇ ਆਪ ਦਿੱਤਾ ਹੈ ਪੰਜਾਬ ਦੀ ਜਵਾਨੀ ਨੂੰ। ਅੱਜ ਉਹ ਨੌਜਵਾਨੀ ਝੰਡੇ ਗੱਡ ਕੇ ਪੰਜਾਬ ਦੇ ਖੂੰਜੇ ਤੇ ਬੈਠੀ ਹੋਈ ਹੈ। ਅਸੀਂ ਸ਼ੰਭੂ ਮੋਰਚੇ ਤੇ ਹਾਜ਼ਰੀ ਭਰ ਕੇ ਆ ਰਹੇ ਸੀ। ਰਾਤ ਦੇ ਤਕਰੀਬਨ 12:15 12 ਹੋ ਰਹੇ ਨੇ ਤੇ ਪਟਿਆਲੇ ਰਾਜਪੁਰਾ ਰੋਡ ਦੇ ਉੱਤੇ ਜੋ ਟੋਲ ਪਲਾਜ਼ਾ ਹੈ, ਅਸੀਂ ਲੰਘਦਿਆਂ ਵੇਖਿਆ ਕਿ ਬਹੁਤ ਸਾਰੇ ਨੌਜਵਾਨ, ਕਿਉਂਕਿ ਪਹਿਲਾਂ ਅਸੀਂ ਬਹੁਤ ਸਾਰੇ ਮੋਰਚੇ ਦੇਖੇ ਨੇ, ਤੁਸੀਂ ਦੇਖਿਆ ਹੋਵੇਗਾ ਕਿ ਉਹਨਾਂ ਮੋਰਚਿਆਂ ਤੇ ਅਕਸਰ ਉਹਨਾਂ ਧਰਨਿਆਂ ਤੇ ਸਾਨੂੰ ਬਜ਼ੁਰਗ ਨਜ਼ਰ ਆਉਂਦੇ ਸੀ, ਅੱਧ ਖੜ ਉਮਰ ਦੇ ਸਾਨੂੰ ਵਿਅਕਤੀ ਨਜ਼ਰ ਆਉਂਦੇ ਸੀ। ਤੇ ਅੱਜ ਦੇ ਜੋ ਧਰਨੇ ਲੱਗੇ ਨੇ, ਤੁਸੀਂ ਵੀ ਦੇਖ ਕੇ ਹੈਰਾਨ ਹੋਵੋਗੇ ਕਿ ਪੰਜਾਬ ਦੀ ਉਹ ਨੌਜਵਾਨੀ ਜਿਸ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨਸ਼ੇੜੀ ਕਹਿ ਕੇ ਸਰਕਾਰਾਂ ਨੇ ਬਦਨਾਮ ਕੀਤਾ, ਉਹ ਨੌਜਵਾਨੀ ਅੱਜ ਮੋਰਚੇ ਸਾਂਭ ਕੇ ਬੈਠੀ ਹੈ ਤੇ ਦਿੱਲੀ ਦੀ ਹਿੱਕ ਤੇ ਝੰਡਾ ਗੱਡਣ ਲਈ ਤਿਆਰ ਬੈਠੀ ਹੈ ਕਿ ਜੇ ਤੂੰ ਸਾਡੀ ਨਾ ਮੰਨੀ ਅਸੀਂ ਮਨਾਉਣਾ ਜਾਣਦੇ ਹਾਂ। ਆਓ ਨੌਜਵਾਨਾਂ ਦੇ ਨਾਲ ਗੱਲ ਵੀ ਕਰਦੇ ਹਾਂ, ਬਜ਼ੁਰਗਾਂ ਨਾਲ ਜੋ ਬੈਠੇ ਹੋਏ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ, ਪੁੱਛਦੇ ਹਾਂ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ 3 ਆਰਡੀਨੈਂਸ ਜਿਹੜੇ ਕੇਂਦਰ ਸਰਕਾਰ ਨੇ ਪਾਸ ਕਰਕੇ ਕਾਨੂੰਨ ਦੇ ਰੂਪ ਦੇ ਵਿੱਚ ਸਾਡੇ ਤੇ ਥੋਪ ਦਿੱਤੇ ਨੇ, ਉਹ ਕਿੱਦਾਂ ਘਾਤਕ ਨੇ ਸਾਡੇ ਵਾਸਤੇ। ਇਸ ਵਾਸਤੇ ਇਹ ਕੀ ਸੋਚਦੇ ਨੇ, ਕੀ ਸਮਝਦੇ ਨੇ ਤੇ ਕਿਉਂ ਇਹਨਾਂ ਆਰਡੀਨੈਂਸਿਸ ਨੂੰ ਲੈ ਕੇ ਅੱਜ ਰਿਲਾਇੰਸ ਦੇ ਪੰਪਾਂ ਤੋਂ ਲੈ ਕੇ ਰਿਲਾਇੰਸ ਦੇ ਵੱਡੇ ਜਿੰਨੇ ਸ਼ੋਅਰੂਮ ਹੈ ਨੇ ਜਾਂ ਅਸੀਂ ਕਹਿ ਸਕਦੇ ਹਾਂ ਸਟੋਰਸ ਹੈ ਨੇ, ਉਹ ਸਭ ਬੈਨ ਕੀਤੇ ਗਏ ਨੇ, ਬੰਦ ਕੀਤੇ ਗਏ ਨੇ। ਟੋਲ ਪਲਾਜ਼ਾ ਦੇ ਉੱਤੇ ਮੋਰਚੇ ਲੱਗੇ ਹੋਏ ਨੇ, ਧਰਨੇ ਲੱਗੇ ਹੋਏ ਨੇ, ਫ੍ਰੀ ਕੀਤੇ ਹੋਏ ਨੇ। ਪੰਜਾਬ ਨੂੰ ਐਟਲੀਸਟ ਬਹੁਤ ਥਾਂ ਤੇ ਸੁੱਖ ਦਾ ਸਹਾਰਾ ਆ, ਪਰਚੀਆਂ ਨਹੀਂ ਕੱਟੀਆਂ ਜਾ ਰਹੀਆਂ ਤੇ ਪਿੱਛੇ ਕਿਸਾਨਾਂ ਨੇ ਕੁਝ ਝੋਨੇ ਦੇ ਭਰੇ ਹੋਏ ਟਰੱਕ ਵੀ ਰੋਕੇ ਨੇ, ਉਹ ਵੀ ਤੁਹਾਨੂੰ ਜ਼ਰੂਰ ਅਸੀਂ ਦਿਖਾਉਂਦੇ ਹਾਂ। ਉਹ ਇਸ ਕਰਕੇ ਕਿਉਂਕਿ ਬਾਰਡਰ ਤੋਂ ਕ੍ਰਾਸ ਕਰਕੇ ਪੰਜਾਬ ਦੇ ਵਿੱਚ ਆ ਕੇ ਪੰਜਾਬ ਦੇ ਸੈਲਰਾਂ ਦੇ ਵਿੱਚ ਹਰਿਆਣੇ ਦਾ, ਹੋਰ ਰਾਜਾਂ ਦਾ ਝੋਨਾ ਵੇਚਿਆ ਜਾ ਰਿਹਾ ਹੈ। ਇਹ ਸ਼ੁਰੂਆਤ ਗੰਦੇ ਕਾਨੂੰਨ ਦੀ ਅਸੀਂ ਕਹਿ ਸਕਦੇ ਹਾਂ ਹੋ ਚੁੱਕੀ ਹੈ ਜਾਂ ਸਿਆਸਤਦਾਨਾਂ ਦੀਆਂ ਕੋਝੀਆਂ ਚਾਲਾਂ ਦੀ ਹੋ ਚੁੱਕੀ ਹੈ। ਆਓ ਇਹਨਾਂ ਨਾਲ ਬੈਠਦੇ ਹਾਂ ਸੰਗਤ ਨਾਲ ਤੇ ਫਤਿਹ ਦੀ ਸਾਂਝ ਪਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਮੈਂ ਇਹੀ ਕਹਾਂਗਾ ਕਿ ਤੁਸੀਂ ਇੱਕ ਵਾਰ ਨਜ਼ਰ ਮਾਰ ਕੇ ਦੇਖੋ ਸਾਰੇ ਪਾਸੇ, ਤੁਹਾਨੂੰ ਕਿੰਨੇ ਕੀ
ਬਜ਼ੁਰਗ ਤੁਹਾਨੂੰ ਨਜ਼ਰ ਆ ਰਹੇ ਨੇ, ਕਿੰਨੇ ਨੌਜਵਾਨ ਨਜ਼ਰ ਆ ਰਹੇ ਨੇ ਜਿਹਨਾਂ ਦੇ ਹਲੇ ਦਾੜੀ ਮੁੱਛਾਂ ਫੁੱਟਿਆਂ ਨੂੰ ਸਾਲ ਹੋਏ ਹੋਣਗੇ, ਤੇ ਕਿੰਨੇ ਕੀ ਇੰਨੇ ਕੀ ਬਜ਼ੁਰਗ ਤੁਹਾਨੂੰ ਨਜ਼ਰ ਆ ਰਹੇ ਨੇ ਜਿਹਨਾਂ ਦੇ ਸਾਰੇ ਕੇਸ ਬਿਲਕੁਲ ਚਿੱਟੇ ਹੋਣ। ਉਹ ਚੀਜ਼ਾਂ ਵੇਖ ਕੇ, ਉਹ ਨਜ਼ਾਰਾ ਵੇਖ ਕੇ ਤੁਹਾਨੂੰ ਆਪ ਪਤਾ ਲੱਗੇਗਾ ਕਿ ਕਿੱਦਾਂ ਅੱਜ ਪੰਜਾਬ ਦਾ ਯੂਥ ਜਾਗ ਚੁੱਕਿਆ ਹੈ, ਕਿੱਦਾਂ ਪੰਜਾਬ ਦੇ ਯੂਥ ਨੂੰ ਇਹ ਸੋਝੀ ਆ ਗਈ ਹੈ ਕਿ ਸਰਕਾਰਾਂ ਸਾਨੂੰ ਕਦੋਂ ਦੀਆਂ ਠੱਗਦੀਆਂ ਆਈਆਂ ਨੇ। ਮੈਂ ਜ਼ਰੂਰ ਕਹਾਂਗਾ ਕਿ ਇਸ ਪਾਸੇ ਵੀ ਤੁਸੀਂ ਘੁਮਾਓ, ਕੈਮਰਾ ਦਿਖਾਓ। ਬਜ਼ੁਰਗ ਉੱਧਰ ਜ਼ਰੂਰ ਸੁੱਤੇ ਹੋਏ ਨੇ, ਪਿੱਛੇ ਵੀ ਬਜ਼ੁਰਗ ਬੈਠੇ ਹੋਏ ਨੇ, ਤੇ ਇਹ ਸਾਡੇ ਪੰਜਾਬ ਦੇ ਉਹ ਬਜ਼ੁਰਗ ਨੇ ਜਿਨ੍ਹਾਂ ਨੇ ਕਈ ਦਹਾਕਿਆਂ ਤੋਂ ਇਹ ਜੰਗਾਂ ਲੜੀਆਂ ਨੇ। ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਉਹ ਜੂਝਦੀਆਂ ਆਈਆਂ ਨੇ, ਪਰ ਇੱਕ ਬਹੁਤ ਵੱਡਾ ਸਵਾਲ ਵੀ ਹੈ ਕਿ ਅੱਜ ਤੱਕ ਕਿਸਾਨ ਜਥੇਬੰਦੀਆਂ ਨੇ ਜਿੰਨੀ ਜੰਗ ਲੜੀ ਹੈ, ਜਿੰਨਾ ਉਹ ਜੂਝੇ ਨੇ, ਉਹਦੇ ਵਿੱਚੋਂ ਸਾਨੂੰ ਪ੍ਰਾਪਤੀਆਂ ਕੀ ਹੋਈਆਂ ਨੇ। ਹਾਂਜੀ, ਮੈਂ ਸਭ ਤੋਂ ਪਹਿਲਾਂ ਇਹੀ ਜਾਣਨਾ ਚਾਹਾਂਗਾ ਕੀ ਸੋਚ ਕੇ ਮੋਰਚੇ ਤੇ ਬੈਠੇ ਹੋ ਜਾਂ ਕੀ ਸੋਚ ਕੇ ਟੋਲ ਪਲਾਜ਼ਾ ਬੰਦ ਕੀਤਾ? ਅਸੀਂ ਜੀ ਇਹ ਸੋਚ ਕੇ ਬੈਠੇ ਹਾਂ। ਪਹਿਲਾਂ ਸਭ ਤੋਂ ਮੈਂ ਆਪਣੀ ਜਾਣਕਾਰੀ ਦਿੰਦਾ, ਮੈਂ ਗਿਆਨ ਸਿੰਘ ਪਿੰਡ ਡਰਾਈਵਰ ਮੰਡਲ, ਬਲਾਕ ਪ੍ਰਧਾਨ ਪਟਿਆਲਾ, ਭਾਰਤ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ। ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਚੈਨਲ ਵਾਲਿਆਂ ਦਾ, ਜੋ ਸਾਡੇ ਦੇਸ਼ ਵਿਦੇਸ਼ 'ਚ ਤੁਸੀਂ ਖਬਰਾਂ ਭੇਜ ਰਹੇ ਆ। ਅਸੀਂ ਤਾਂ ਇਹ ਸੋਚ ਕੇ ਬੈਠੇ ਹਾਂ ਜੀ, ਜੋ ਮੋਦੀ ਨੇ 3 ਆਰਡੀਨੈਂਸ ਜਿਹੜੇ ਕਾਨੂੰਨ ਪਾਸ ਕਰੇ ਆ, ਇਹ ਅਸੀਂ ਵਾਪਸ ਕਰਾ ਕੇ ਹਟਾਂਗੇ। ਜੇ ਸਰਕਾਰ ਵਾਪਸ ਨਹੀਂ ਕਰਦੀ ਤਾਂ ਅਸੀਂ ਉਹ ਸੰਘਰਸ਼ ਹੋਰ ਵੀ ਤਿੱਖਾ ਕਰਾਂਗੇ। ਹੁਣ ਸਾਰਿਆਂ ਨੂੰ ਪਤਾ ਲੱਗ ਗਿਆ ਜੋ ਮੋਦੀ ਹੈ ਸਾਡੇ ਜ਼ਮੀਨਾਂ ਹੜੱਪਣ ਨੂੰ ਜਾ ਰਿਹਾ, ਸਾਡੇ ਹੱਕ ਖੋਹਣ ਨੂੰ ਜਾ ਰਿਹਾ। ਹੱਕ ਸਾਨੂੰ ਐ ਨਹੀਂ ਮਿਲਦੇ, ਸਾਨੂੰ ਸੜਕ 'ਤੇ ਜਾਣਾ ਪੈਣਾ, ਹੱਕ ਮੰਗਣੇ ਪੈਣੇ। ਆਪਣੇ ਆਪ ਹੱਕ ਕੋਈ ਨਹੀਂ ਹੁੰਦਾ, ਚਾਹੇ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ, ਅਸੀਂ ਇਹ ਹੱਕ ਲੈ ਕੇ ਛੱਡਾਂਗੇ। ਇਸ ਨਾਲੋਂ ਸਾਨੂੰ ਜੋ ਇਹ ਬਾਹਰਲੇ ਮੋਦੀ ਅਵਾਨੀ ਅਤੇ ਦੀਵਾਨੀ ਆ ਰਹੇ ਹੈ, ਇਹ ਸਾਡੇ ਤੋਂ ਸਾਲ 2 ਸਾਲ ਦਾ ਲੈਂਗੇ ਮਹਿੰਗੀ ਫਸਲ, ਚਾਹੇ 100 ਰੁਪਈਆ 200 ਰੁਪਈਆ ਸਾਨੂੰ ਲਾਲਚ ਪਾਏਂਗੇ ਪਹਿਲਾਂ। ਉਸ ਤੋਂ ਬਾਅਦ ਇਹਨਾਂ ਨੇ ਫਿਰ 2 ਸਾਲ ਦੇ ਬਾਅਦ ਆਪਣੀ ਮਰਜ਼ੀ ਕਰਨੀ ਹੈ। ਜਿਵੇਂ ਪਹਿਲਾਂ ਜੀਓ ਦਾ ਇਹਨਾਂ ਨੇ ਮੋਬਾਈਲ ਫ੍ਰੀ ਕਰ ਦਿਆ, ਸਭ ਨੇ ਲੈ ਲਿਆ ਜੀਓ ਦੇ ਫੋਨ। ਸਾਲ ਜਿਹਾ ਦਾ ਕੰਮ ਚੱਲ ਗਿਆ, 6 ਮਹੀਨੇ ਬਾਅਦ ਕਹਿੰਦੇ ਆਏ ਪੁੱਤ ਇੱਧਰ ਆ ਜਾਓ, ਰੱਖੋ ਪੈਸੇ, ਫਿਰ ਡਬਲ ਪੈਸੇ ਲੱਗ ਲੈਣ, ਵੱਧ ਲੱਗ ਲੈਣ। ਇਸੇ ਤਰ੍ਹਾਂ ਇਹ ਇਹਦੀ ਚਾਲ ਹੈ ਵੀ ਪਹਿਲਾਂ ਇਹਨੂੰ ਸਾਲ 2 ਸਾਲ 100 ਰੁਪਏ ਜਾਂ 200 ਰੁਪਏ ਵੱਧ ਕਾਊਂਟਰ ਦੇ ਦਿਓ, ਵੀ ਇਹਨਾਂ ਨੇ ਆੜਤੀ ਕਰਨ ਮੰਡੀ ਬੋਰਡ ਸਾਰਾ ਖਤਮ ਹੋ ਜਾਊਗਾ, ਸਾਡਾ ਆੜਤੀ ਨਾਲ ਲਿੰਕ ਟੁੱਟ ਜਾਊਗਾ, ਵੀ ਫਿਰ ਆਪਾਂ ਇਹਨਾਂ ਨੂੰ ਮਰਜ਼ੀ ਨਾਲ ਖੁੱਲ੍ਹੀ ਬੋਲੀ ਚੱਕਾਂਗੇ, ਚਾਹੇ 1000 ਨੂੰ ਚੱਕੀਏ 1100 ਨੂੰ ਚੱਕੀਏ। ਇਸ ਕਰਕੇ ਅਸੀਂ ਇਹਨਾਂ ਨੂੰ ਬਿਲਕੁਲ ਮਾਲ ਨਹੀਂ ਦੇਣਾ, ਅਸੀਂ ਸਾਰਾ ਮਾਰਕੀਟ ਕਮੇਟੀ ਨੂੰ ਮਾਲ ਦੇਣਾ, ਆੜਤੀਆਂ ਥਰੂ ਅਸੀਂ ਮਾਲ ਦੇਣਾ। ਆੜਤੀ ਜਿਹੜਾ ਸਾਡਾ ਇੱਕ ATM ਹੈ, ਇਹ ਜਦੋਂ ਵੀ ਸਾਡਾ ਕੋਈ ਬੱਚਾ ਬਿਮਾਰ ਹੁੰਦਾ, ਰਾਤ ਨੂੰ ਅੱਧੀ ਰਾਤ ਬਿਮਾਰ ਹੋ ਜਾਏ, ਇਸ ਟਾਈਮ ਹੋ ਜਾਏ, ਤਾਂ ਅਸੀਂ ਆੜਤੀ ਨੂੰ ਫੋਨ ਕਰਦੇ ਹਾਂ ਵੀ ਬੱਚਾ ਬਿਮਾਰ ਹੋ ਗਿਆ, ਸਾਨੂੰ ਲੱਖ ਰੁਪਏ ਚਾਹੀਦਾ। ਉਹ ਜਿੱਥੋਂ ਮਰਜ਼ੀ ਪੈਦਾ ਕਰਕੇ ਦੇਵੇ ਸਾਨੂੰ ਦਿੰਦਾ। ਸਾਡੀ ਲੜਕੀ ਦੇ ਵਿਆਹ ਆ ਜਾਏ ਕਿਸੇ ਦਾ, ਸਾਨੂੰ 5 ਲੱਖ ਦੀ ਲੋੜ ਹੈ, 4 ਲੱਖ ਦੀ ਲੋੜ ਹੈ, ਉਹ ਸਾਡਾ ਵਿਆਹ ਕਰਾ ਕੇ ਦਿੰਦਾ। ਇਸ ਕਰਕੇ ਅਸੀਂ ਜਿਹੜੇ ਅਵਾਨੀ ਅਤੇ ਦੀਵਾਨੀ ਉਰੇ ਆ ਰਹੇ ਉਹਨੂੰ ਅਸੀਂ ਖੇਤ ਵੱਢਣ ਦੇਵਾਂਗੇ। ਜੋ ਜਿਹੜਾ ਕਿਸਾਨ ਆ, ਦੇਖੋ ਅਸੀਂ ਇੱਕ ਡੋਲ ਦੇ ਪਿੱਛੇ ਲੜ ਕੇ ਮਰ ਜਾਂਦੇ। ਜੇ ਭਰਾ ਨਾ ਮਾੜੀ ਡੋਲ ਵੱਢ ਲੈ ਤਾਂ ਭਰਾ ਨੂੰ ਭਰਾ ਮਾਰ ਦਿੰਦਾ ਵੀ ਤਾਂ ਡੋਲ ਵੱਢ ਲਈ ਮੇਰੀ। ਇਹ ਅਵਾਨੀ ਅਤੇ ਦੀਵਾਨੀ ਨੂੰ ਅਸੀਂ ਖੇਤ 'ਚ ਨਹੀਂ ਵੱਢਣ ਦੇਵਾਂਗੇ। ਪਰ ਕੀ ਕਰੋਗੇ ਤੁਸੀਂ, ਕਿਉਂਕਿ ਪਾੜੋ ਤੇ ਰਾਜ ਕਰੋ ਦੀ ਰਾਜਨੀਤੀ ਸਰਕਾਰਾਂ ਬਹੁਤ ਚਿਰ ਦੀਆਂ ਕਰਦੀਆਂ ਆਈਆਂ ਨੇ। ਕਿਸਾਨ ਜਥੇਬੰਦੀਆਂ ਹੁਣ ਦੀਆਂ ਨਹੀਂ, ਪਿਛਲੇ 40-50 ਸਾਲਾਂ ਤੋਂ ਲੜਦੀਆਂ ਆਈਆਂ ਨੇ, ਪਰ ਕਿਸਾਨ ਜਥੇਬੰਦੀਆਂ ਦੇ ਅੱਜ ਤੱਕ ਹੱਥ 'ਚ ਕੀ ਲੱਗਿਆ? ਕੀ ਲੈ ਕੇ ਉਹਨਾਂ ਨੇ ਆਪਣੇ ਆਪ ਨੂੰ ਦਿੱਤਾ ਜਾਂ ਕੌਮ ਨੂੰ ਦਿੱਤਾ? ਅੱਜ ਤੱਕ ਅਗਰ 2006 ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਸਵਾਮੀਨਾਥਨ ਕਮਿਸ਼ਨ ਨੂੰ ਹੀ ਦੇਖ ਲਓ। 2004 ਦੇ ਵਿੱਚ ਪਹਿਲੀ ਰਿਪੋਰਟ ਆਈ ਸੀ, 2006 ਦੇ ਵਿੱਚ ਫਾਈਨਲ ਹੋਇਆ ਸੀ, ਪਰ ਅੱਜ ਤੱਕ ਕਿਸਾਨਾਂ ਦੇ ਹੱਥ 'ਚ ਉਹ ਕਿਉਂ ਨਹੀਂ ਆਇਆ? ਸੰਘਰਸ਼ ਲੜਨ ਦੇ ਵੀ ਫਾਇਦੇ ਕਿਸਾਨਾਂ ਨੂੰ ਤਾਂ ਹੈ ਨਾ, ਜੇ ਕੁਝ ਹਾਸਲ ਕਰਕੇ ਆਪਣੀ ਨੌਜਵਾਨੀ ਦੇ ਹੱਥ ਤੁਸੀਂ ਰੱਖੋਗੇ, ਆਉਣ ਵਾਲੀਆਂ ਪੀੜ੍ਹੀਆਂ ਦੇ ਹੱਥ ਰੱਖੋਗੇ। 40 ਸਾਲ ਤੁਸੀਂ ਆਪਣਾ ਦਾੜਾ ਚਿੱਟਾ ਕਰ ਲਿਆ ਸੰਘਰਸ਼ ਲੜਦਿਆਂ ਹੋਇਆਂ, ਠੀਕ ਹੈ। ਉਹੀ ਸੰਘਰਸ਼ ਤੁਸੀਂ ਅੱਗੇ ਨੌਜਵਾਨੀ ਦੇ ਹੱਥਾਂ 'ਚ ਦੇ ਕੇ ਜਾ ਰਹੇ ਹੋ ਕਿ ਸਾਡੀਆਂ ਆਹ ਮੰਗਾਂ ਸਰਕਾਰ ਕੋਲੋਂ ਸੀਗੀਆਂ ਅਤੇ ਸਰਕਾਰ ਨੇ ਸਾਡੀਆਂ ਆਹ ਮੰਗਾਂ ਨਹੀਂ ਮੰਨੀਆਂ, ਠੀਕ ਹੈ ਜੀ। ਹੁਣ ਸਾਡੀ ਤਾਂ ਪੁੱਤਰੋ ਉਮਰ ਹੋ ਗਈ ਆ, ਸਾਡੇ ਦਾੜੇ ਤਾਂ ਚਿੱਟੇ ਹੋ ਗਏ ਆ, ਹੁਣ ਅੱਗੇ ਤੁਸੀਂ ਲੜ ਲਿਓ, ਫਾਇਦਾ ਕੀ? ਹਾਂ, ਇਹ ਗੱਲ ਤੁਹਾਡੀ ਠੀਕ ਹੈ। ਪਹਿਲਾਂ ਅਸੀਂ ਬਜ਼ੁਰਗ ਆਇਆ ਕਰਦੇ ਰੇਲੇ ਦੇ ਵਿੱਚ, ਸਾਡੇ ਨਾਲ ਨੌਜਵਾਨ ਕੋਈ ਨਹੀਂ ਤੁਰਦਾ ਤਾ, ਵੀ ਬੁੜੇ ਜਾਂਦੇ ਆ ਚਿੱਤਰ ਖਾ ਕੇ ਡੰਡੇ ਖਾ ਕੇ ਘਰ ਨੂੰ ਆ ਗਏ ਲੈ ਕੁਛ। ਹੁਣ ਕਿਸਾਨਾਂ ਦੇ ਨੌਜਵਾਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ, ਚਾਹੇ ਕੋਈ 15 ਸਾਲ ਦਾ ਬੱਚਾ, ਚਾਹੇ ਕੋਈ 10 ਸਾਲ ਦਾ। ਮੈਂ ਤਾਂ ਇਹ ਵੀ ਕਹੂੰਗਾ ਵੀ ਚਾਹੇ ਕੋਈ 4 ਸਾਲ ਦਾ ਬੱਚਾ ਵੀ ਹੈ, ਉਹ ਵੀ ਕਹਿ ਰਿਹਾ ਵੀ ਤੁਸੀਂ ਤਾਂ ਆਪਣੀ ਬਜ਼ੁਰਗੋ ਚੰਗੇ ਲਿਖਾ ਗਏ, ਵੀ ਜੇ ਅਸੀਂ ਨਾ ਇਹ ਲਾਂਕ ਸੰਘਰਸ਼ ਲੜਿਆ ਤਾਂ ਸਾਡੇ ਪੁੱਤ ਪੋਤੇ ਪੜੋਤੇ ਕੀ ਕਹਿਣਗੇ ਵੀ ਸਾਡੇ ਬਜ਼ੁਰਗਾਂ ਨਾਲ ਅਸੀਂ ਕਿੱਥੇ ਵੇਚਦੇ, ਵੀ ਇਹਨਾਂ ਨੇ ਕੋਈ ਸੰਘਰਸ਼ ਕਰਨਾ ਜਾਂ ਕੁਰਬਾਨੀ ਦੇਣੀ ਸੀ। ਹੁਣ ਸਾਡੇ ਨਾਲ ਪੂਰਾ ਯੂਥ ਉੱਠਿਆ ਵਾ, ਪੂਰਾ ਯੂਥ ਸਾਡੇ ਨਾਲ ਖੜਿਆ, ਪਿੱਠ 'ਤੇ ਖੜਿਆ। ਜੇ ਕੋਈ ਕੁਰਬਾਨੀ ਦੇਣੀ ਪਵੇ ਤਾਂ ਅਸੀਂ ਜਿਹੜੇ ਬਜ਼ੁਰਗ ਅੱਗੇ ਹੋ ਕੇ ਲੱਗਾਂਗੇ, ਚਾਹੇ ਸਾਨੂੰ ਸਾਰਿਆਂ ਨੂੰ ਮਰਨਾ ਪਵੇ, ਅਸੀਂ ਮਰਨ ਨੂੰ ਵੀ ਤਿਆਰ ਹਾਂ, ਪਰ ਅਸੀਂ ਨੌਜਵਾਨਾਂ ਦੇ ਆਪਣੇ ਬੱਚਿਆਂ ਵਾਸਤੇ ਮਰਨ ਨੂੰ ਤਿਆਰ ਹਾਂ। ਅਸੀਂ ਬੱਚਿਆਂ ਨੂੰ ਤੜਫ ਕੇ ਦੇਖ ਕੇ ਮਰਨ ਵਾਸਤੇ ਤਿਆਰ ਨਹੀਂ ਹੈਗੇ, ਅਸੀਂ ਸਿੱਧੇ ਮਰਨ ਨੂੰ ਤਿਆਰ ਹਾਂ।
ਉਹ ਕੋਈ ਵੀ ਨਹੀਂ ਚਾਹੁੰਦਾ ਕਿ ਪੰਜਾਬ ਦੀ ਨੌਜਵਾਨੀ ਤੜਪ ਤੜਪ ਕੇ ਮਰੇ, ਕਿਉਂਕਿ ਪੰਜਾਬ ਦੀ ਨੌਜਵਾਨੀ ਨੂੰ ਤੜਪਾਉਣ ਵਾਸਤੇ ਸਰਕਾਰ ਕੋਲ ਹੋਰ ਬਹੁਤ ਸਾਰੇ ਏਜੰਡੇ ਨੇ, ਬਹੁਤ ਸਾਰੇ ਝੰਡੇ ਨੇ, ਬਹੁਤ ਸਾਰੇ ਤਰੀਕੇ ਨੇ ਜਿਹਦੇ ਨਾਲ ਤੰਗ ਕਰਦੇ ਨੇ, ਟਾਰਗੇਟ ਕਰਦੇ ਨੇ। ਪੰਜਾਬ ਦੇ ਨੌਜਵਾਨ ਵੀ ਨਾਲ ਬੈਠੇ ਨੇ। ਤੁਸੀਂ ਕੀ ਸੋਚਦੇ ਹੋ? ਤੁਸੀਂ ਕੀ ਸੋਚ ਕੇ ਇਸ ਵੇਲੇ ਮੋਰਚੇ ਤੇ ਬੈਠੇ ਹੋ? ਕੀ ਹੈ ਜ਼ਹਿਨ ਦੇ ਵਿੱਚ? ਕਿਉਂ ਇਹ ਡਰ ਹੈ ਤੁਹਾਨੂੰ ਕਿ ਕੁਝ ਗਲਤ ਹੋ ਰਿਹਾ ਹੈ, ਜਾਂ ਨੌਲੇਜ ਰੱਖਦੇ ਹੋ ਪੂਰਾ ਜੋ ਕੁਝ ਹੋ ਰਿਹਾ? ਹਾਂਜੀ ਹਾਂ, ਅਸੀਂ ਜੀ ਨੌਲੇਜ ਰੱਖਦੇ ਹਾਂ ਜੀ। ਮੰਡੀਕਰਨ ਟੁੱਟ ਜੂਗਾ, ਫਿਰ ਕੁਝ ਰਹਿਣਾ ਨਹੀਂ ਸਾਡੇ ਪੱਲੇ। ਸਾਡੇ ਪੱਲੇ ਤਾਂ ਪਹਿਲਾਂ ਵੀ ਕੁਝ ਨਹੀਂ ਸੀਗਾ, ਜੇ ਹੁਣ ਸਾਡੀ ਫਸਲਾਂ 1900 ਤੋਂ 1100 ਤੇ ਆ ਜਾਣਗੀਆਂ, ਫਿਰ ਸਾਡੇ ਪੱਲੇ ਕੀ ਰਹਿ ਜੂਗਾ? ਅਸੀਂ ਇਹ ਜਜ਼ਬਾ ਰੱਖ ਕੇ, ਅਸੀਂ ਇਹ ਅੱਗੇ ਸੋਚ ਕੇ ਅੱਜ ਧਰਨੇ ਤੇ ਬੈਠੇ ਹਾਂ। ਇਹ ਸੋਚਦੇ ਹਾਂ ਕਿਤੇ ਅੱਜ ਸਮਾਂ ਨਾ ਲੰਘ ਜੇ। ਅੱਜ ਤਾਂ ਸਾਡੇ ਬਜ਼ੁਰਗ ਬੈਠੇ ਨੇ ਇੱਥੇ, ਕੱਲ੍ਹ ਨੂੰ ਇਹ ਨਾ ਰਹਿਣ, ਅਸੀਂ ਕਿਵੇਂ ਆਪਣਾ ਸੰਘਰਸ਼ ਲੜਾਂਗੇ? ਬਸ ਜੀ ਅਸੀਂ ਸੋਚ ਕਰਕੇ ਬੈਠੇ ਹਾਂ ਜੀ। ਜਦੋਂ ਤੱਕ ਜੀ ਸਾਡੇ ਬਜ਼ੁਰਗ ਸਾਡੇ ਨਾਲ ਖੜ੍ਹੇ ਨੇ, ਅਸੀਂ ਇਹਨਾਂ ਦਾ ਪੂਰਾ ਸਾਥ ਦੇਵਾਂਗੇ। ਜਦੋਂ ਤੱਕ ਅਸੀਂ ਸਾਥ ਦੇ ਸਕਦੇ ਹਾਂ, ਐਂਡ ਤੱਕ ਸਾਨੂੰ ਕਿਤੇ ਹੱਦ ਤੱਕ ਵੀ ਜਾਣਾ ਪਵੇ, ਅਸੀਂ ਜਾਵਾਂਗੇ ਜੀ। ਪਰ ਕਿਤੇ ਨਾ ਕਿਤੇ ਤੁਹਾਨੂੰ ਨਹੀਂ ਲੱਗਦਾ ਕਿ ਬਜ਼ੁਰਗਾਂ ਦਾ ਸਾਥ ਦੇਣ ਵਾਸਤੇ ਅਸੀਂ ਜ਼ਰੂਰ ਖੜ੍ਹੇ ਹਾਂ? ਪੰਜਾਬ ਦੀ ਨੌਜਵਾਨੀ ਬੇਸ਼ੱਕ ਸੜਕਾਂ ਉੱਤੇ ਅੱਜ ਬਜ਼ੁਰਗਾਂ ਦਾ ਸਾਥ ਦੇਣ ਵਾਸਤੇ ਖੜੀ ਹੈ, ਪਰ ਇੱਕ ਚੰਗੀ ਰਣਨੀਤੀ ਦੀ ਲੋੜ ਹੈ, ਕਿਉਂਕਿ ਰਾਜਨੀਤੀ ਜਿਹੜੇ ਕਰਨਾ ਜਾਣਦੇ ਨੇ ਉਹ ਰਣਨੀਤੀਆਂ ਬਹੁਤ ਉੱਚੇ ਪੱਧਰ ਦੀਆਂ ਬਣਾਉਂਦੇ ਨੇ। ਤੇ ਸਾਡੀਆਂ ਕਿਸਾਨ ਜਥੇਬੰਦੀਆਂ ਕਿਤੇ ਨਾ ਕਿਤੇ ਰਣਨੀਤੀ ਹਲਕੀ ਬਣਾ ਕੇ ਹਮੇਸ਼ਾ ਮਾਤ ਖਾਂਦੀਆਂ ਨੇ। ਹੁਣ ਵੀ ਜਿਹੜੀ 7 ਮੈਂਬਰੀ ਦਿੱਲੀ ਗਈ, ਉਹਨਾਂ ਨੂੰ ਕੀ ਸਿਲਾ ਮਿਲਿਆ ਉਹ ਸਾਰੀ ਦੁਨੀਆ ਨੇ ਦੇਖਿਆ। ਕੋਈ ਵੱਡਾ ਅਹੁਦੇਦਾਰ ਉਹਨਾਂ ਦਾ ਮੰਤਰੀ ਤੱਕ ਉਹਨਾਂ ਨੂੰ ਮੱਥੇ ਲਾਉਣ ਵਾਸਤੇ ਨਹੀਂ ਆਇਆ, ਮੱਥੇ ਨਹੀਂ ਲੱਗਿਆ। ਠੀਕ ਹੈ, ਬਰੰਗ ਲਿਫਾਫੇ ਵਾਂਗੂ ਸੱਤੋਂ ਵਾਪਸ ਆ ਗਏ। ਦਿਲਾਂ ਨੂੰ ਢਾਹ ਲੱਗੀ। ਹਾਂਜੀ ਹਾਂ ਜੀ। ਕਹਿਣ ਨੂੰ ਅਸੀਂ ਭਾਵੁਕ ਹੋ ਕੇ ਬੜੇ ਆਰਾਮ ਨਾਲ ਕਹਿ ਦਿੰਦੇ ਹਾਂ ਕਿ ਅਸੀਂ ਇਸ ਮੋਰਚੇ ਨੂੰ ਫਤਿਹ ਕਰਨ ਵਾਸਤੇ ਜਾਂ ਇਸ ਮੂਵਮੈਂਟ ਨੂੰ ਫਤਿਹ ਕਰਨ ਵਾਸਤੇ ਸ਼ਹਾਦਤ ਦੇ ਸਕਦੇ ਹਾਂ, ਜਾਮ ਪੀ ਲਾਂਗੇ। ਸ਼ਹਾਦਤ ਦੇ ਕੇ ਕੀ ਮਿਲੂਗਾ? ਕਿੰਨੀ ਚਿਰ ਤੱਕ ਅਸੀਂ ਸਿਰਫ ਮੋਰਚੇ ਲਾਉਂਦੇ ਰਹਾਂਗੇ ਜਾਂ ਸ਼ਹਾਦਤਾਂ ਦਿੰਦੇ ਰਹਾਂਗੇ? ਕਿਉਂ ਅਸੀਂ ਰਣਨੀਤੀ ਨਹੀਂ ਕੋਈ ਵਧੀਆ ਬਣਾ ਸਕਦੇ ਕਿ ਅਸੀਂ ਕੁਝ ਹਾਸਲ ਕਰੀਏ? ਹਾਂਜੀ, ਰਣਨੀਤੀ ਤਾਂ ਪਹਿਲਾਂ ਤਾਂ ਇਹ ਮੁੱਦਾ ਹੋਰ ਹੁੰਦੇ ਸੀਗੇ ਜੀ, ਅਤੇ ਹੁਣ ਮੁੱਦੇ ਜੀ ਪਾਣੀਆਂ ਦੇ ਤਾਂ ਰਹੇ ਨਹੀਂ ਹੈਗੇ ਜੀ। ਹੁਣ ਤਾਂ ਵਜੂਦ ਖਤਮ ਹੋਊਗਾ ਜੇ ਅਸੀਂ ਨਾ ਖੜ੍ਹੇ। ਅਤੇ ਸਾਨੂੰ ਜੀ ਭਰੋਸਾ ਵੀ ਹੈਗਾ ਇਸ ਵਾਰ ਜੀ, ਕਿਉਂਕਿ ਇਸ ਵਾਰ ਗੱਲ ਨਾ ਹੀ ਆਪਣੀ ਕਿਸਾਨੀ ਦੀ ਖਤਮ ਹੋਣ ਦੀ ਹੈ, ਕਿਉਂਕਿ ਪੰਜਾਬ ਸਾਰਾ ਹੀ ਕਿਸਾਨੀ ਦੇ ਸਿਰ 'ਤੇ ਹੀ ਹੈ। ਇਸ ਕਰਕੇ ਹੀ ਅਸੀਂ ਵੀ ਪਹਿਲਾਂ ਕਦੇ ਆਏ ਨਹੀਂ ਹੈਗੇ, ਸਾਡੇ ਨੌਜਵਾਨ ਵੀ ਪਹਿਲਾਂ ਕਦੇ ਨਹੀਂ ਆਏ ਸੜਕਾਂ 'ਤੇ, ਅੱਜ ਆਏ ਨੇ। ਇਸ ਕਰਕੇ ਜੀ ਮਾਹੌਲ ਬਦਲਣਾ ਅਤੇ ਹੋਰ ਵੀ ਲੋਕ ਆਉਣਗੇ ਜੀ, ਜਿਵੇਂ ਇਕੱਲੇ ਕਿਸਾਨ ਯੂਨੀਅਨ ਨਾਲ ਨਹੀਂ ਆਉਣੇ ਜੀ, ਹੁਣ ਸਾਰੇ ਹੀ ਆਉਣਗੇ ਜੀ ਹੌਲੀ ਹੌਲੀ। ਅਤੇ ਅੱਜ ਤਾਂ ਚਲੋ ਮੰਨ ਲਓ ਕਿ ਹਾਂ ਬਹੁਤ ਲੋਕ ਹੀ ਆਪਣੀਆਂ ਜੀਰੀਆਂ ਵੱਢ ਰਹੀਆਂ ਨੇ ਹੁਣ ਜੀ, ਅਤੇ ਕਣਕ ਦੀ ਬਿਜਾਈ ਵੀ ਹੋ ਰਹੀ ਆ, ਇਸ ਕਰਕੇ ਘੱਟ ਆ ਜੀ ਰਸ਼। ਪਰ ਅੱਗੇ ਜਾ ਕੇ ਜੀ ਹੋਰ ਵੀ ਬਹੁਤ ਲੋਕ ਸਾਥ ਦੇਣਗੇ ਜੀ। ਬੇਸ਼ੱਕ ਵਾਢੀ ਚੱਲ ਰਹੀ ਹੈ, ਹੱਲੇ ਘੱਟ ਹੈ, ਯੂਥ ਵੀ ਘੱਟ ਹੈ, ਵੈਸੇ ਵੀ ਜਿੰਨੇ ਕਿਸਾਨ ਹੈਗੇ ਨੇ ਉਹ ਵੀ ਘੱਟ ਨੇ, ਪਰ ਫਿਰ ਵੀ ਮੋਰਚੇ ਸਾਂਭ ਕੇ ਬੈਠੇ ਹੋ ਨੌਜਵਾਨ। ਤੁਸੀਂ ਵਧਾਈ ਦੇ ਪਾਤਰ ਹੋ ਕਿ ਅੱਧੀ ਰਾਤ ਨੂੰ ਤੁਸੀਂ ਸੜਕ ਉੱਤੇ ਮੋਰਚਾ ਲਾਇਆ ਆ। ਤੁਸੀਂ ਉਸ ਮੁਕਾਮ ਵੱਲ ਜਾ ਰਹੇ ਹੋ ਜਿਸ ਮੁਕਾਮ ਵੱਲ ਸਾਨੂੰ ਬਹੁਤ ਪਹਿਲਾਂ ਤੁਰਨਾ ਚਾਹੀਦਾ ਸੀ, ਕਿਉਂਕਿ ਮੋਰਚੇ ਬਹੁਤ ਲੱਗੇ, ਵਿਫਲ ਹੋਏ, ਸਰਕਾਰਾਂ ਦੀਆਂ ਗੰਦੀਆਂ ਨੀਤੀਆਂ ਕਰਕੇ ਨੇਸ ਤੋਂ ਨਾਬੂਦ ਕੀਤੇ ਗਏ। ਪਰ ਪੰਜਾਬ ਦੇ ਪਾਣੀਆਂ ਦਾ ਮਸਲਾ ਵੀ ਕੱਲ੍ਹ ਸੀਗਾ, ਅੱਜ ਵੀ ਹੈ। ਪੰਜਾਬ ਦੇ ਹੱਕਾਂ ਦੇ ਮਸਲੇ ਵੀ ਕੱਲ੍ਹ ਸੀਗੇ, ਅੱਜ ਵੀ ਹੈ। ਰਾਜਧਾਨੀ ਦਾ ਮਸਲਾ ਕੱਲ੍ਹ ਵੀ ਸੀ, ਅੱਜ ਵੀ ਹੈ। ਹੋਰ ਵੀ ਬਹੁਤ ਸਾਰੇ ਮਸਲੇ ਨੇ ਪੰਜਾਬ ਦੀ ਹੋਂਦ ਬਚਾਉਣ ਵਾਸਤੇ, ਉਹ ਹਮੇਸ਼ਾ ਰਹਿਣਗੇ। ਉਹਨਾਂ ਵਾਸਤੇ ਸਾਨੂੰ ਨੌਜਵਾਨਾਂ ਨੂੰ ਆਪ ਸੋਝੀ ਰੱਖਣੀ ਪੈਣੀ ਹੈ। ਤੁਹਾਨੂੰ ਆਪ ਇੰਨੀ ਸੁਹਿਰਦਤਾ ਹੋਣੀ ਚਾਹੀਦੀ ਹੈ। ਸਾਡੇ ਨਾਲ ਕੀ ਵਾਪਰ ਰਿਹਾ ਹੈ, ਸਾਡੇ ਮਾਪਿਆਂ ਨਾਲ ਕੀ ਵਾਪਰਿਆ, ਸਾਡੇ ਕਿਸਾਨਾਂ ਨੇ, ਸਾਡੇ ਬਜ਼ੁਰਗਾਂ ਨੇ ਜੋ ਸੰਘਰਸ਼ ਲੜੇ, ਉਹ ਵਿਫਲ ਕਿਉਂ ਹੋਏ, ਉਹ ਫੇਲ ਕਿਉਂ ਹੋਏ, ਉਹਦੇ ਪਿੱਛੇ ਦੇ ਕਾਰਨ ਕੀ ਸੀ? ਅਗਰ ਅਸੀਂ ਆਪਣੇ ਸਿਰਫ 2-2 4-4 ਕਿੱਲੇ ਪੈਲੀਆਂ ਬਚਾਉਣ ਪਿੱਛੇ ਜਾਂ ਉਹਨਾਂ ਤੋਂ ਕਮਾਉਣ ਪਿੱਛੇ ਤੱਕ ਸੋਚ ਆਪਣੀ ਸੀਮਿਤ ਰੱਖਾਂਗੇ, ਅਸੀਂ ਅਗਰ ਇਕਜੁੱਟ ਹੋ ਕੇ, ਇਕਮੁੱਠ ਹੋ ਕੇ ਇੱਕ ਵੱਡੀ ਪਾਵਰ ਬਣਾਉਣ ਦੀ ਕੋਸ਼ਿਸ਼ ਨਹੀਂ ਕਰਾਂਗੇ, ਤਾਂ ਵੱਡੇ ਜਿਹੜੇ ਬਿਜ਼ਨਸ ਅਦਾਰਿਆਂ ਵਾਲੇ ਹੈ ਜਿਹੜੇ ਤੁਹਾਡੇ 'ਤੇ ਅੱਜ ਕਾਬਜ਼ ਹੋਣ ਜਾ ਰਹੇ ਨੇ, ਉਹ ਬਹੁਤ ਛੇਤੀ ਆਪਣੇ ਪੈਰ ਪਸਾਰ ਜਾਣਗੇ। ਉਸ ਵਾਸਤੇ ਸਾਨੂੰ ਬਹੁਤ ਜ਼ਰੂਰਤ ਹੈ ਇਕਜੁੱਟ, ਇਕਮੁੱਠ ਹੋਣ ਦੀ। ਅਤੇ ਮੈਂ ਇੱਕ ਹੋਰ ਗੱਲ ਜ਼ਰੂਰ ਜਾਣਨਾ ਚਾਹਾਂਗਾ, ਇੱਧਰ ਵੀ ਬਜ਼ੁਰਗ ਬੈਠੇ ਹੋਏ ਨੇ, ਉਹਨਾਂ ਨਾਲ ਜ਼ਰੂਰ ਗੱਲ ਕਰਾਂਗਾ ਕਿ ਅਗਰ ਅਸੀਂ ਕਿਸਾਨ ਜਥੇਬੰਦੀਆਂ ਦੀ ਗੱਲ ਕਰੀਏ, 31 ਕਿਸਾਨ ਜਥੇਬੰਦੀਆਂ ਨੇ ਮਿਲ ਜੁਲ ਕੇ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਐਲਾਨ ਕੀਤਾ ਸੀ, ਅਸੀਂ ਇੱਕ ਝੰਡੇ ਥੱਲੇ ਹਾਂ, ਇਕੱਠੇ ਹਾਂ। 31 ਚੋਂ ਇੱਕ ਤਾਂ ਪਹਿਲਾਂ ਹੀ ਟੁੱਟ ਗਈ, 30 ਰਹਿ ਗਈਆਂ।
ਉਹਨਾਂ 30 ਦੇ ਵਿੱਚੋਂ 7 ਜਿਹੜੀਆਂ ਦਿੱਲੀ ਗਈਆਂ ਉਹਨਾਂ ਦਾ ਜੋ ਹੋਇਆ ਬਾਪੂ ਜੀ ਉਹ ਵੀ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਪਤਾ ਹੈ। ਤੇ ਹੁਣ ਤੁਹਾਨੂੰ ਕੀ ਲੱਗਦਾ ਕਿ ਇਸ ਮੂਵਮੈਂਟ ਦਾ ਅੰਤ ਕੀ ਵੇਖਦੇ ਹੋ ਕਿ ਕਿੱਦਾਂ ਸਾਨੂੰ ਜਿੱਤ ਮਿਲੂਗੀ, ਜਾਂ ਮੋਰਚੇ ਬਹੁਤ ਸਾਰੇ ਤੁਸੀਂ ਤਬਾਹ ਹੁੰਦੇ ਹੋਏ ਵੀ ਦੇਖੇ ਹੋਣਗੇ ਜਿਹੜੇ ਲੱਗੇ ਨੇ, ਜਾਂ ਇਸ ਨੂੰ ਵੀ ਆਪਣੀਆਂ ਕੋਝੀਆਂ ਚਾਲਾਂ ਦੇ ਨਾਲ ਸਰਕਾਰ ਤੁਹਾਨੂੰ ਲੱਗਦਾ ਵਿਫਲ ਕਰਨ ਦੇ ਵਿੱਚ ਕਾਮਯਾਬ ਹੋਊਗੀ? ਮੈਂ ਰਣਜੀਤ ਸਿੰਘ ਸਬਾਜਪੁਰ, ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ। ਤੇ ਸਾਨੂੰ ਇਹ ਵੀ ਪਤਾ ਵੀ ਸਰਕਾਰਾਂ ਨੇ ਭਾਵੇਂ ਉਹ ਵਿਰੋਧੀ ਧਿਰਾਂ ਨੇ, ਉਹਨਾਂ ਦੀ ਇੱਕੋ ਹੀ ਰਾਏ ਆ ਤੇ ਇੱਕੋ ਹੀ ਮਤ ਆ ਉਹਨਾਂ ਦਾ। ਪਰ ਅੱਜ ਜੇ ਉਹ ਇਕੱਠੇ ਨੇ ਇਸ ਮਾਮਲੇ ਤੇ ਤਾਂ ਸਾਡੇ ਨਾਲ ਵੀ ਪੰਜਾਬ ਦਾ ਜਿਹੜਾ ਹਰ ਵਰਗ ਆ ਉਹ ਸਾਡੇ ਨਾਲ ਆ। ਦੇਖੋ ਲੜਾਈ ਤਾਂ ਜਾਰੀ ਹੈ, ਇਹਦੇ 'ਚ ਸਰਕਾਰ ਪਿੱਛੇ ਹਟਦੀ ਆ ਨਹੀਂ ਹਟਦੀ ਆ ਇਹ ਤਾਂ ਅਗਲਾ ਸਵਾਲ ਆ। ਪਰ ਉਸ ਤੋਂ ਪਹਿਲਾਂ ਤੁਸੀਂ ਸਵਾਲ ਕੀਤਾ ਵੀ 31 ਜਥੇਬੰਦੀਆਂ ਨੇ ਜਿਹੜੀਆਂ, ਇੱਕ ਪਹਿਲਾਂ ਹੀ ਵਿੱਚੋਂ ਹਟ ਗਿਆ। ਦੇਖੋ ਉਹ ਹਟਿਆ ਨਹੀਂ, ਉਹ ਇੰਨਾ ਕਿ ਹਟਿਆ ਕਿ ਉਹਨੇ ਕੇਸ ਕੀਤਾ ਸੁਪਰੀਮ ਕੋਰਟ 'ਚ, ਫਿਲਹਾਲ ਉਹਨੂੰ ਸਸਪੈਂਡ ਕੀਤਾ ਤੇ ਉਦੋਂ ਤੱਕ ਉਹ ਸਸਪੈਂਡ ਰਹੂਗਾ ਜਦੋਂ ਤੱਕ ਉਹ ਵਾਪਸ ਕੇਸ ਦੇ ਆਪਦੇ ਕਾਗਜ਼ ਜਥੇਬੰਦੀਆਂ ਨੂੰ ਨਹੀਂ ਦਿਖਾਉਂਦਾ ਆ ਕੇ। ਤੇ ਉਸ ਤੋਂ ਬਾਅਦ ਉਹਨੂੰ ਸ਼ਾਮਲ ਕੀਤਾ ਜਾਊਗਾ ਜਦੋਂ ਉਹ ਆਪਦੀ ਉਸ ਗਲਤੀ ਨੂੰ ਸੁਧਾਰੂਗਾ। ਤੇ ਬਾਕੀ ਸਾਡਾ ਤਾਲਮੇਲ ਜਿਹੜਾ ਕਮੇਟੀ ਆ 30 ਜਥੇਬੰਦੀਆਂ ਦੀ ਉਹ ਚੱਲ ਰਹੀ ਆ। ਹੁਣ ਅਗਰ ਮੋਰਚਿਆਂ ਦੀ ਗੱਲ ਕੀਤੀ ਜਾਵੇ, ਤਾਲਮੇਲ ਤਾਂ ਜਥੇਬੰਦੀਆਂ ਦੇ ਬਹੁਤ ਪਹਿਲਾਂ ਦੇ ਚੱਲ ਰਹੇ ਨੇ। ਹੁਣ 31 ਜਥੇਬੰਦੀਆਂ, ਇੱਕ ਪੰਜਾਬ, ਕਿਸਾਨ ਇੱਕੋ ਹੀ ਹੈ ਜਿਹਨੇ ਮਿੱਟੀ ਨਾਲ ਮਿੱਟੀ ਹੋਣਾ, ਅਨਾਜ ਬੀਜਣਾ ਹੈ, ਪੰਜਾਬ ਨੂੰ ਅੰਨਦਾਤਾ ਬਣ ਕੇ ਭਾਰਤ ਨੂੰ ਅੰਨਦਾਤਾ ਬਣ ਕੇ ਟੱਕਰਨਾ ਹੈ। ਪਰ 31 ਜਥੇਬੰਦੀਆਂ ਕਿਉਂ? ਇਹ ਜਿਹੜੇ ਪਾੜ ਨੇ ਕੀ ਪ੍ਰਧਾਨਗੀਆਂ ਤੱਕ ਸੀਮਿਤ ਰਹਿ ਗਏ ਨੇ, ਕੀ ਅਹੁਦੇਦਾਰੀਆਂ ਤੱਕ ਸੀਮਿਤ ਰਹਿ ਗਏ ਨੇ, ਜਾਂ ਅਹੁਦੇਦਾਰਾਂ ਦੇ ਤਲਵੇ ਚੱਟਣ ਤੱਕ ਸੀਮਿਤ ਰਹਿ ਗਏ ਨੇ? ਸਾਰੇ ਨਹੀਂ, ਪਰ ਜਿਹੜੇ ਮੋਢੀ ਅੱਗੇ ਲੱਗੇ ਹੋਏ ਨੇ, ਤੁਹਾਨੂੰ ਨਹੀਂ ਲੱਗਦਾ ਕਿ ਉਹ ਕਿਤੇ ਨਾ ਕਿਤੇ ਇੱਕ ਪੂਰੀ ਜਥੇਬੰਦੀ ਨੂੰ ਖਰਾਬ ਕਰਨ ਦੇ ਸਭ ਤੋਂ ਵੱਡੇ ਜ਼ਿੰਮੇਵਾਰ ਨੇ? ਸਾਰੇ ਨਹੀਂ, ਕੁਝ। ਕਿਉਂਕਿ ਇੱਕ ਮੱਛੀ ਵੀ ਕਹਿੰਦੇ ਨੇ ਪੂਰੇ ਤਲਾਬ ਨੂੰ ਗੰਦਾ ਕਰ ਦਿੰਦੀ ਹੈ, ਪਰ ਅਸੀਂ 50 ਸਾਲ ਤੋਂ ਲੱਗੇ ਹੋਏ ਹਾਂ ਇਸ ਤਲਾਬ 'ਚ ਹੱਥ ਮਾਰਨ ਵਾਸਤੇ ਕਿ ਸ਼ਾਇਦ ਗੰਦੀਆਂ ਮੱਛੀਆਂ ਬਾਹਰ ਕੱਢ ਕੇ ਸਾਡੇ ਹੱਥ ਕੁਝ ਸਾਡੇ ਆਪਣੇ ਹੱਕ ਲੱਗ ਜਾਣਗੇ, ਪਰ ਅੱਜ ਤੱਕ ਨਹੀਂ ਲੱਗੇ। ਨਹੀਂ ਦੇਖੋ, ਜਿਹੜੇ ਪਹਿਲਾਂ ਗੰਦੀਆਂ ਮੱਛੀਆਂ ਸੀਗੀਆਂ ਉਹ ਸਾਰੇ ਸਮਾਜ ਨੂੰ ਪਤਾ, ਉਹ ਅੱਜ ਵੀ ਪਤਾ। ਤੇ ਪਰ ਅਸੀਂ ਪਹਿਲਾਂ ਹੀ ਇਹ ਗੱਲ ਕਿਉਂ ਆਪਦੇ ਲੀਡਰਾਂ ਦੇ ਅਸੀਂ ਆਪਦੇ ਮਨ 'ਚ ਇਹ ਲੈ ਲਈਏ ਕਿ ਸਾਡੇ ਜਿਹੜੇ ਲੀਡਰ ਨੇ ਉਹ ਗੰਦੇ ਤਲਾਬ 'ਚ ਜਾਂ ਗੰਦੀ ਮੱਛੀ ਦਾ ਰੂਪ ਧਾਰਨਗੇ? ਅਸੀਂ ਕਿਉਂ ਨੈਗੇਟਿਵ ਉਸ ਵਾਲੇ ਪਾਸੇ ਨੂੰ ਜਾਵਾਂਗੇ? ਸਾਨੂੰ ਵਿਸ਼ਵਾਸ ਆ ਸਾਡੇ ਆਗੂਆਂ ਤੇ। ਤੇ ਜਦੋਂ ਦਿੱਲੀ ਫਿਰ ਮਤਲਬ ਅਗਰ ਅਸੀਂ ਬਾਦਲਾਂ ਦੀ ਰੈਲੀ ਦੇ ਵਿੱਚ ਜਾਂਦੇ ਹਾਂ ਤਾਂ ਸਹੀ ਕਰਦੇ ਹਾਂ, ਉਹਨਾਂ ਨੇ ਅੱਜ ਤੱਕ ਕੌਮ ਦੇ ਨਾਲ ਬਹੁਤ ਸਹੀ ਕੀਤਾ, ਜਾਂ ਅਗਰ ਕੈਪਟਨ ਸਾਹਿਬ ਰੈਲੀ ਕੱਢਦੇ ਨੇ ਤਾਂ ਉਹਨਾਂ ਦੀਆਂ ਰੈਲੀਆਂ ਦੇ ਪਿੱਛੇ ਕਿਸਾਨ ਜਥੇਬੰਦੀਆਂ ਦੇ ਝੰਡੇ ਲੱਗੇ ਹੁੰਦੇ ਨੇ, ਟਰੈਕਟਰ ਜਾਂਦੇ ਹੁੰਦੇ ਨੇ, ਸਹੀ ਕਰਦੇ ਨੇ? ਹੁਣੇ ਜੇ ਇੱਕ ਸੁਖਬੀਰ ਬਾਦਲ ਨੇ 3 ਤਖਤਾਂ ਤੋਂ ਰੈਲੀ ਕੱਢੀ ਸੀ, ਬੜੇ ਝੰਡਿਆਂ ਵਾਲੀਆਂ ਗੱਡੀਆਂ ਪਿੱਛੇ ਲੱਗੀਆਂ ਨੇ, ਸਹੀ ਸੀ? ਮੈਂ ਤਾਂ ਤੁਹਾਨੂੰ ਇਹੀ ਦੱਸਦਾ ਵੀ ਉਹ ਇਸ ਲਈ ਨਹੀਂ ਸੀ ਸਹੀ ਕਿ ਉਹ ਸਹੀ ਨੇ, ਉਹ ਇਸ ਲਈ ਮਾੜੇ ਸੀ ਕਿ ਉਹਨਾਂ ਨੇ ਇਸ ਲਈ ਨਹੀਂ ਸੀ ਕੱਢੀਆਂ ਵੀ ਕਾਨੂੰਨ ਮਾੜਾ। ਕਾਨੂੰਨ ਤਾਂ ਆਪ ਲੈ ਕੇ ਆਏ ਨੇ, ਉਹ ਆਰਡੀਨੈਂਸਾਂ 'ਤੇ ਆਪ ਸਾਈਨ ਕੀਤੇ ਨੇ। ਕਾਂਗਰਸ ਆਪ WTO ਲੈ ਕੇ ਆਈ ਆ ਉਰੇ ਨਰਸਿਮਹਾ ਰਾਓ ਸਰਕਾਰ ਦੇ ਵੇਲੇ 1991 ਦੇ ਵਿੱਚ। ਅੱਜ ਜਿਹੜੇ ਉਹਨਾਂ ਦੇ ਸੰਘਰਸ਼ ਨੇ ਉਹ ਸਾਡੇ ਸੰਘਰਸ਼ਾਂ ਨੂੰ, ਕਿਸਾਨ ਸੰਘਰਸ਼ ਜਿਹੜੇ ਸੜਕਾਂ 'ਤੇ ਲੜ ਰਹੇ ਨੇ ਕਿਸਾਨ, ਉਹਨਾਂ ਨੂੰ ਤੋੜਨ ਦੇ ਲਈ, ਉਹਨਾਂ ਨੂੰ ਤਾਰ ਪੀਡੋ ਕਰਨ ਦੇ ਲਈ ਉਹ ਹੱਥਕੰਡੇ ਨੇ ਉਹਨਾਂ ਦੇ। ਕਿਉਂਕਿ ਇਸ ਲਈ ਕਿ ਉਹ ਆਉਣ ਵਾਲੇ ਸਮੇਂ 'ਚ ਸਾਰੇ ਜਣੇ ਆਪਣੇ ਆਪ 'ਚ, ਜਿਵੇਂ ਅੱਜ ਤੋਂ 4 ਦਿਨ ਪਹਿਲਾਂ ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਇਸ ਕਾਨੂੰਨਾਂ ਨੂੰ ਸਹੀ ਕਹਿੰਦੀ ਸੀ ਵੀ ਜੇ ਇਹ ਸੰਘਰਸ਼ ਤਿੜਕ ਜਾਣਗੇ ਤਾਂ ਇਹ ਆਪਣੇ ਆਪ 'ਚ ਫੇਰ ਉਸ ਗੱਲ ਤੇ ਆ ਜਾਣਗੇ ਕਿ ਵੀ ਅਸੀਂ ਪਹਿਲਾਂ ਵੀ ਕਹਿੰਦੇ ਤੇ ਵੀ ਇਹ ਠੀਕ ਨੇ ਕਾਨੂੰਨ। ਉਹ ਇਸੇ ਲਈ ਉਹ ਕਾਨੂੰਨ ਠੀਕ ਕਰਨ ਵਾਲੇ ਪਾਸੇ ਨੂੰ ਜ਼ਿਆਦਾ ਜਾਂਦੇ ਨੇ ਤੇ ਗਲਤ ਵਾਲੇ ਪਾਸੇ ਨੂੰ ਘਟ ਜਾਂਦੇ ਨੇ। ਫਿਰ ਉਹ ਕੌਣ ਨੇ ਜਿਹੜੇ ਟਰਾਲੀਆਂ ਲੈ ਕੇ, ਗੱਡੀਆਂ ਲੈ ਕੇ ਸੁਖਬੀਰ ਬਾਦਲ ਦੀ ਰੈਲੀ ਦੇ ਨਾਲ ਚੱਲਦੇ ਨੇ? 100 ਸੈਂਕੜੇ ਹਜ਼ਾਰਾਂ ਗੱਡੀਆਂ ਸੁਖਬੀਰ ਬਾਦਲ ਦੀ ਰੈਲੀ ਦੇ ਵਿੱਚ ਹੁੰਦੀਆਂ ਨੇ, ਕੈਪਟਨ ਦੇ ਨਾਲ ਹੁੰਦੀਆਂ ਨੇ। ਉਹ ਕੌਣ ਨੇ? ਕਿਉਂਕਿ ਝੰਡੇ ਤਾਂ ਕਿਸਾਨੀ ਦੇ ਲੱਗੇ ਹੁੰਦੇ ਨੇ। ਹਾਂ, ਉਹ ਕਿਸਾਨੀ ਦੇ ਝੰਡੇ ਵਾਲੇ ਉਹ ਲੋਕ ਨੇ ਜਿਹੜੇ ਉਹਨਾਂ ਦੇ ਜਾਣੀ ਜੀ ਹਜ਼ੂਰੀ ਕਰਨ ਵਾਲੇ, ਸਰਪੰਚ ਪੰਚ ਜਾਣੀ ਉਹਨਾਂ ਦੇ ਨਾਂ ਤੇ ਗ੍ਰਾਂਟਾਂ ਲੈਣ ਵਾਲੇ ਲੋਕ, ਜਾਂ ਫਿਰ ਨਸ਼ੇ ਵੇਚਣ ਵਾਲੇ ਲੋਕ। ਹਾਂ, ਸਾਰੇ ਨਹੀਂ ਹੋ ਸਕਦੇ ਉਹ ਜੇ, ਪਰ ਕੁਝ ਲੋਕ ਮਜਬੂਰ ਲੋਕ ਨੇ ਜਿਹੜੇ, ਭਾਵੇਂ ਉਹ ਦਾਲ ਆਟਾ ਲੈਣ ਵਾਲੇ ਹੋਣ ਜਾਂ ਕੋਈ ਹੋ ਸਰਕਾਰ ਤੋਂ ਕੋਈ ਹੋਰ ਜਾਣੀ ਕੋਈ ਵਿੱਚੋਂ ਆਪਦਾ ਕਿਸੇ ਨੇ ਲੋਨ ਕਰਾਉਣਾ, ਕਿਸੇ ਨੇ ਕੋਈ ਹੋਰ। ਗੱਲ ਫਿਰ ਉੱਥੇ ਆ ਜਾਂਦੀ ਨਾ ਕਿ ਅਸੀਂ ਇੱਕ ਸ਼ਰਾਬ ਦੀ ਬੋਤਲ ਵਿੱਚ ਆਪਣੀ ਵੋਟ ਵੇਚ ਦਿੰਦੇ ਹਾਂ, ਜਾਂ ਆਪਣਾ ਜ਼ਮੀਰ ਵੇਚ ਦਿੰਦੇ ਹਾਂ, ਜਾਂ ਅਸੀਂ ਛੋਟੀਆਂ ਅਹੁਦੇਦਾਰੀਆਂ, ਤੁਸੀਂ ਸਰਪੰਚ ਦੀ ਗੱਲ ਕੀਤੀ, ਪੰਚਾਂ ਦੀ ਗੱਲ ਕੀਤੀ, ਜਾਂ ਤੁਸੀਂ ਕਹਿ ਦਿੰਦੇ ਹੋ ਕਿ ਲੋਨ ਕਿਸੇ ਨੇ ਸੈਂਕਸ਼ਨ ਕਰਵਾਉਣਾ, ਕਿਤੇ ਕੋਈ ਆਪਣਾ ਉੱਲੂ ਕੋਈ ਵੀ ਸਿੱਧਾ ਕਰਵਾਉਣਾ। ਉਹ ਛੋਟੇ ਕਾਰਨਾਂ ਕਰਕੇ ਅਸੀਂ ਇੱਕ ਵੱਡਾ ਕਾਰਨ ਵੱਡਾ ਬਣਾ ਦਿੰਦੇ ਹਾਂ, ਜਿਸ ਦੇ ਨਾਲ ਅਸੀਂ ਆਪਣੀ ਨੌਜਵਾਨੀ, ਆਪਣੀ ਕਿਸਾਨੀ ਖੂਹ 'ਚ ਧੱਕ ਰਹੇ ਹਾਂ, ਧੱਕਦੇ ਆਏ ਹਾਂ। ਨਸ਼ਿਆਂ ਦਾ ਹੜ੍ਹ ਵਗਿਆ, ਅਸੀਂ ਵੇਖਦੇ ਰਹੇ,
ਜਵਾਨੀ ਰੁਲੀ ਅਸੀਂ ਵੇਖਦੇ ਰਹੇ। ਇਹੀ ਜਵਾਨੀ ਜਿਹੜੀ ਬੈਠੀ ਹੈ ਬਦਨਾਮ ਹੋਈ ਦੇਸ਼ਾਂ ਵਿਦੇਸ਼ਾਂ ਤੱਕ, ਨਸ਼ੇੜੀ ਕਹਿ ਕੇ ਬਦਨਾਮ ਕੀਤੀ। ਅੱਜ ਉਹੀ ਜਵਾਨੀ ਤੁਹਾਡੇ ਨਾਲ ਮੋਢੇ ਨਾਲ, ਕਿਉਂਕਿ ਅਗਰ 5 ਬਜ਼ੁਰਗ ਨੇ ਤਾਂ 50 ਨੌਜਵਾਨ ਮੈਂ ਦੇਖ ਲਏ ਆ ਖੜੀ ਹੈ, ਤਾਂ ਫਿਰ ਇਹ ਨੌਜਵਾਨੀ ਨਸ਼ੇੜੀ ਨਹੀਂ ਹੈ। ਇਹਨਾਂ ਨੂੰ ਨਸ਼ੇੜੀ ਕਹਿ ਕੇ ਬਦਨਾਮ ਕੀਤਾ ਗਿਆ। ਅੱਜ ਇਹਨਾਂ ਨੌਜਵਾਨਾਂ ਨੂੰ ਦਰਦ ਹੈ ਕਿ ਸਾਡਾ ਪੇ ਚੱਲਿਆ ਆ ਧਰਨੇ ਤੇ, ਮੈਂ ਘਰੇ ਕਿਉਂ ਬੈਠਾ, ਸ਼ਾਇਦ ਮੇਰੀ ਜ਼ਮੀਨ ਖਤਰੇ 'ਚ ਹੈ, ਜਿਹੜੀ ਮਾਂ ਨੇ ਸਾਡਾ ਢਿੱਡ ਭਰਿਆ ਉਹ ਮਾਂ ਖਤਰੇ 'ਚ ਹੈ, ਤਾਂ ਉਹ ਨੌਜਵਾਨ ਆ ਕੇ ਬੈਠਿਆ। ਕਿਉਂ ਅਸੀਂ ਇਹ ਜਿਹੜਾ ਯੁੱਧ ਹੈ, ਇਹ ਜਿਹੜੀ ਜੰਗ ਹੈ, ਇਹ ਸੱਚਾਈ ਤੇ ਇਮਾਨਦਾਰੀ ਦੇ ਨਾਲ, ਇਮਾਨਦਾਰ ਤੇ ਸੱਚੇ ਲੋਕਾਂ ਨੂੰ ਨਾਲ ਲੈ ਕੇ, ਜਾਂ ਜਿਹੜੇ ਗਲਤ ਨੇ ਉਹਨਾਂ ਦੇ ਮੂੰਹ ਤੇ ਹਿੰਮਤ ਰੱਖ ਕੇ ਕਿਉਂ ਨਹੀਂ ਕਹਿੰਦੇ ਵੀ ਭਾਈ ਤੁਸੀਂ ਜਥੇਬੰਦੀ 'ਚ ਹੋ, ਤੁਸੀਂ ਗਲਤ ਹੋ? ਕਿਉਂਕਿ ਜਥੇਬੰਦੀਆਂ ਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਹੋ ਕਿ 2-4 ਹੋਣਗੇ ਜੀ, ਐਵੇਂ ਕਰਕੇ ਕਰ ਲੈਂਦੇ ਨੇ, ਆਪਣੇ ਕਾਰਜ ਕਰਕੇ ਉੱਲੂ ਸਿੱਧੇ ਕਰਦੇ ਨੇ, ਗਲਤ ਕਰ ਸਕਦੇ ਨੇ। ਪਤਾ ਹੈ ਨਾ ਮਤਲਬ ਤੁਹਾਨੂੰ ਕੌਣ ਗਲਤ ਨੇ। ਅਸੀਂ ਉਹਨਾਂ ਦੇ ਮੂੰਹ ਦੇ ਉੱਤੇ ਉਹ ਗੱਲ ਕਹਿਣ ਦੀ ਹਿੰਮਤ ਕਿਉਂ ਨਹੀਂ ਰੱਖਦੇ? ਕਿਉਂਕਿ ਅਗਰ ਰੱਖਦੇ ਹੁੰਦੇ ਤਾਂ ਸ਼ਾਇਦ ਬਹੁਤ ਸਾਲ ਪਹਿਲਾਂ ਇਹ ਗੰਦ ਸਾਫ਼ ਹੋ ਜਾਂਦਾ। ਇਹ ਠੀਕ ਆ ਗੱਲ ਵੀ ਜੇ ਅਸੀਂ ਮੂੰਹ ਤੇ ਕਹਿੰਦੇ ਹੁੰਦੇ, ਕਿਉਂ ਨਹੀਂ ਮੂੰਹ ਤੇ ਕਹਿੰਦੇ? ਜੋ ਲੋਕ ਕਹਿੰਦੇ ਨੇ, ਆ 4 ਦਿਨ ਪਹਿਲਾਂ ਅਜੇ ਤੇ ਰਾਹੁਲ ਦੀ ਰੈਲੀ ਹੋਈ ਆ, ਤੇ ਇਸੇ ਟੋਲ ਪਲਾਜੇ ਤੋਂ ਉਹਨਾਂ ਲੋਕਾਂ ਨੂੰ ਜੁੱਤੀਆਂ ਦਿਖਾਈਆਂ ਨੇ, ਤੇ ਜੁੱਤੀਆਂ ਦੇਖ ਕੇ ਲੋਕਾਂ ਨੂੰ ਬਹੁਤ ਸਾਰਿਆਂ ਨੂੰ ਬੇਸ਼ਰਮਗੀ ਵੀ ਆਈ ਆ। ਉਹ ਇਸ ਧਰਨੇ 'ਚ ਸ਼ਾਮਲ ਵੀ ਹੋਏ ਨੇ, ਅਸੀਂ ਉਹਨਾਂ ਨੂੰ ਜੀ ਆਇਆਂ ਵੀ ਕੀਤਾ। ਠੀਕ ਹੈ, ਜਿੱਥੇ ਸਾਡਾ ਜ਼ੋਰ ਆ ਅਸੀਂ ਅਜਮਾਈ ਕਰ ਰਹੇ ਹਾਂ ਆਪਦਾ। ਤੇ ਮੈਨੂੰ ਇਹ ਵੀ ਪਤਾ ਲੱਗਿਆ ਸੀ ਕਿ ਜਿੱਥੇ ਜੁੱਤੀਆਂ ਦਿਖਾਈਆਂ ਨੇ ਉੱਥੇ ਕੁਝ ਮੀਡੀਆ ਵਾਲੇ ਸੀਗੇ, ਖੇਤਾਂ 'ਚ ਸ਼ਾਇਦ ਆਏ ਸੀਗੇ, ਤੇ ਉਹਨਾਂ ਨੂੰ ਵੀ ਜੁੱਤੀ ਫੇਰ ਕੇ ਭਜਾਇਆ ਗਿਆ। ਉਹ ਕੀ ਮਾਮਲਾ ਬਣਿਆ ਸੀ? ਉਹ ਮਾਮਲਾ ਇਹ ਸੀ ਵੀ ਉਹ ਜਿਹੜਾ ਮੀਡੀਆ ਸੀ ਉਹ ਐਵੇਂ ਆ ਕੇ, ਜਿਵੇਂ ਤੁਸੀਂ ਸਾਡਾ ਦਰਦ ਪੁੱਛ ਰਹੇ ਹੋ, ਉਹ ਇੱਥੇ ਆ ਕੇ ਕਿਤੇ ਪੰਜਾਬ ਦੇ ਵਿੱਚ ਕੀ ਪੂਰੇ ਦੇਸ਼ ਦੇ ਵਿੱਚ ਧਰਨੇ ਤੇ ਕਿਸੇ ਕਿਸਾਨ ਦਾ ਦਰਦ ਨਹੀਂ ਉਹਨਾਂ ਨੇ ਪੁੱਛਿਆ। ਉਲਟਾ ਜੇ ਕਿਸਾਨ ਕਿਤੇ ਅੱਗ ਲਾਉਂਦਾ ਉਹਦੀ ਮਜਬੂਰੀ ਆ, ਕੋਈ ਸ਼ੌਂਕ ਨਹੀਂ। ਸਾਨੂੰ ਪਤਾ ਵੀ ਪੋਲੂਸ਼ਨ ਹੁੰਦਾ, ਸਭ ਤੋਂ ਪਹਿਲਾਂ ਤਾਂ ਕਿਸਾਨ ਉਹ ਖੇਤ 'ਚ ਖੜਿਆ ਹੁੰਦਾ, ਉਹਦਾ ਪਿੰਡ ਨਾਲ ਹੁੰਦਾ, ਉਹਦੇ ਬੱਚੇ ਉੱਥੇ ਹੁੰਦੇ ਨੇ, ਉਹ ਸਾਰੀ ਬਿਮਾਰੀਆਂ ਦਾ ਜਿਹੜਾ ਘਰ ਆ ਉਹ ਸਾਨੂੰ ਹੁੰਦਾ, ਪਰ ਉਹਦਾ ਹੱਲ ਸਾਡੇ ਕੋਲੇ ਕਿਸੇ ਨੇ ਨਹੀਂ ਦਿੱਤਾ। ਉਹ ਮੀਡੀਆ ਜਿਹੜਾ ਉੱਥੇ ਖੇਤਾਂ 'ਚ ਜਾ ਕੇ ਕਿਵੇਂ ਵੜ ਗਿਆ, ਉਹਨਾਂ ਨੂੰ ਐਡੇ ਵੱਡੇ ਟੋਲ ਪਲਾਜ਼ਿਆਂ ਦੇ ਦੀ ਜਿੱਥੇ ਦੀ ਉਹ ਲੰਘ ਕੇ ਗਏ ਅੱਜ ਫਰੀ, ਜਿਹੜੇ ਪੈਸੇ ਦੇ ਕੇ ਜਾਂਦੇ ਸੀ, ਉਹ ਟੋਲ ਪਲਾਜ਼ੇ ਦੇ ਕਿਸਾਨ ਕਿਉਂ ਨਹੀਂ ਦਿਸੇ ਉਹਨਾਂ ਨੂੰ? ਉਹ ਇਸ ਲਈ ਉਹਨਾਂ ਨੇ ਜੁੱਤੀਆਂ ਦਾ ਕੰਮ ਆਪ ਕਰਦੇ ਨੇ। ਇਹ ਸਾਡਾ ਜਿਹੜਾ ਮੀਡੀਆ ਹੈ, ਇਹਨੂੰ ਦੁਨੀਆ ਦੇ ਵਿੱਚ ਭਰ ਦੇ ਵਿੱਚ ਗੋਦੀ ਮੀਡੀਆ ਕਿਉਂ ਕਿਹਾ ਜਾਂਦਾ? ਕਿਉਂਕਿ ਇਹਨਾਂ ਦੀ ਕਰਤੂਤਾਂ ਨੇ ਜਿਹੜੀਆਂ ਉਹ ਇਹੀ ਨੇ, ਛਿੱਤਰ ਖਾਣ ਵਾਲੀਆਂ ਨੇ, ਉਹ ਖਾਂਦੇ ਨੇ। ਪਰ ਜਿਹੜੇ ਚੈਨਲ ਸਾਡੀ ਗੱਲ ਰੱਖਦੇ ਨੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ, ਤੇ ਉਹਨਾਂ ਨੂੰ ਵੀ ਸਾਰੇ ਲੋਕ ਜਾਣਦੇ ਨੇ, ਦੁਨੀਆ ਉਹਨਾਂ ਨੂੰ ਵੀ ਜਾਣਦੀ ਆ, ਭਾਵੇਂ ਉਹ ਘੱਟ ਗਿਣਤੀ 'ਚ ਨੇ। ਇਹ ਸਾਨੂੰ ਪਤਾ ਵੀ ਉਹ ਘੱਟ ਗਿਣਤੀ 'ਚ ਨੇ ਜਿਹੜੀ ਸਾਡੀ ਗੱਲ ਕਰਦੇ ਨੇ, ਪਰ ਕਰਦੇ ਨੇ। ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਸਾਰੇ ਲੋਕ ਇੱਕੋ ਸਾਰ ਨਹੀਂ ਹੋ ਸਕਦੇ, ਤੇ ਅਸੀਂ ਉਹਨਾਂ ਦਾ ਜਾਣੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਹੜੇ ਸਾਡੀ ਗੱਲ। ਬਿਲਕੁਲ, ਮੀਡੀਆ, ਕਿਉਂਕਿ ਮੀਡੀਆ ਨੂੰ ਲੋਕਤੰਤਰ ਦਾ ਚੌਥਾ ਸੰਗਤੋਂ ਥੰਮ ਕਿਹਾ ਜਾਂਦਾ ਹੈ, ਤੇ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਸਹੀ ਹੋ ਰਿਹਾ ਉਸ ਨੂੰ ਅਸੀਂ ਸਹੀ ਦਿਖਾਈਏ, ਜੋ ਗਲਤ ਹੋ ਰਿਹਾ ਅਸੀਂ ਉਸ ਨੂੰ ਗਲਤ ਦਿਖਾਈਏ। ਕਿਉਂਕਿ YouTube ਦੇ ਉੱਤੇ ਅਸੀਂ ਜੋ ਵੀ ਪਰੋਸ ਰਹੇ ਹਾਂ, ਇੱਕ ਜ਼ਿੰਮੇਵਾਰੀ ਦੇ ਨਾਲ ਸਾਡਾ ਫਰਜ਼ ਬਣਦਾ ਉਸ ਨੂੰ ਪਰੋਸੀਏ। ਕਿਉਂਕਿ ਅਗਰ ਹਲਵਾਈ ਆਪਣੀ ਗੰਦੀ ਮਿਠਾਈ ਕਿਸੇ ਨੂੰ ਪਰੋਸਦਾ ਹੈ ਤਾਂ ਉਹ ਬਿਮਾਰੀਆਂ ਦਾ ਘਰ ਬਣਦਾ ਹੈ। ਉੱਦਾਂ ਹੀ ਅਗਰ ਅਸੀਂ ਕੁਝ ਵੀ ਗਲਤ YouTube ਉੱਤੇ ਪਰੋਸਾਂਗੇ ਤਾਂ ਆਹ ਨੌਜਵਾਨੀ ਨੇ ਜੋ ਕੁਝ ਦੇਖਣਾ ਹੈ, ਜੋ ਕੁਝ ਸਮਝਣਾ ਹੈ, ਉਹ ਗਲਤ ਹੀ ਸਮਝਣਾ ਹੈ ਉਹਨਾਂ ਕੀ। ਕਿਉਂਕਿ ਸਰਕਾਰ ਦੀਆਂ ਗੰਦੀਆਂ ਨੀਤੀਆਂ ਤੇ ਗੰਦੀਆਂ ਨੀਤਾਂ ਇਸ ਨੌਜਵਾਨੀ ਨੂੰ ਸਮਝਣ ਲਈ ਹਜੇ ਬਹੁਤ ਸਮਾਂ ਲੱਗਣਾ ਹੈ। ਪਰ ਅਗਰ ਅਸੀਂ ਬੜੇ ਭਰੋਸੇ ਦੇ ਨਾਲ ਚੈਨਲਾਂ ਤੇ ਖੜੇ ਹੋ ਕੇ ਸਰਕਾਰਾਂ ਬਾਰੇ ਬਹੁਤ ਚੰਗਾ ਬੋਲਦੇ ਹਾਂ ਕਿ ਹਾਂ ਜੀ ਬਾਦਲ ਸਾਹਿਬ ਨੇ ਤਾਂ ਅੱਜ ਤੱਕ ਬਹੁਤ ਵਧੀਆ ਕੀਤਾ, ਬਾਦਲ ਸਾਹਿਬ ਨੇ ਤਾਂ ਪੰਜਾਬ ਦੇ ਵਿੱਚ ਕਦੇ ਕੋਈ ਬੇਅਦਬੀ ਕਰਵਾਈ ਨਹੀਂ, ਬਾਦਲ ਸਾਹਿਬ ਨੇ ਤਾਂ ਕੋਈ ਨਸ਼ਾ ਵੇਚਿਆ ਹੀ ਨਹੀਂ, ਤਾਂ ਫਿਰ ਬੱਚੇ ਕੀ ਕਹਿਣਗੇ? ਉਹ ਤਾਂ ਸਾਨੂੰ ਹੀ ਲਾਹਣਤਾਂ ਪਾਉਣਗੇ, ਕਿਉਂਕਿ ਉਹਨਾਂ ਨੇ ਸਭ ਕੁਝ ਦੇਖਿਆ ਹੈ। ਜੇ ਅਸੀਂ ਕਹਿ ਦਾਂਗੇ ਨਾ ਜੀ ਕੈਪਟਨ ਅਮਰਿੰਦਰ ਸਿੰਘ ਨੇ ਕਦੀ ਗੁਟਕਾ ਫੜ ਕੇ ਝੂਠੀ ਸਹੁੰ ਖਾਧੇ ਹੀ ਨਹੀਂ, ਉਹਨਾਂ ਨੇ 4 ਹਫ਼ਤੇ 'ਚ ਨਸ਼ਾ ਮੁਕਾਤਾ ਸੀਗਾ, ਤੁਸੀਂ ਕਹੋਗੇ ਸੈਣੀ ਸਾਹਿਬ ਕੀ ਵਧੀਆ ਗੱਲ ਕਰਦੇ ਪਏ ਨੇ ਯਾਰ, ਸੈਣੀ ਦਾ ਦਿਮਾਗ ਸ਼ਾਇਦ ਖਰਾਬ ਹੋ ਗਿਆ ਹੈ। ਤਾਂ ਉਹੀ ਅਸੀਂ ਕਹਿੰਦੇ ਹਾਂ ਕਿ ਅਗਰ ਅੱਜ ਚਾਹੇ ਸਾਡੇ ਗਾਇਕ ਵੀਰ ਨੇ ਸਾਰੇ ਸਤਿਕਾਰਯੋਗ ਨੇ, ਕਿਸਾਨ ਜਥੇਬੰਦੀਆਂ ਨੇ ਸਤਿਕਾਰਯੋਗ ਨੇ, ਉਹਨਾਂ ਨੇ ਬਹੁਤ ਲੰਬਾ ਸੰਘਰਸ਼ ਲੜਿਆ ਹੈ, ਪਰ ਗਾਇਕ ਹੋ ਗਏ, ਲਿਖਾਰੀ ਹੋ ਗਏ, ਫਿਲਮਕਾਰ ਹੋ ਗਏ, ਸਾਡਾ ਇੱਕ ਫਰਜ਼ ਬਣਦਾ, ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਅਸੀਂ ਜੋ ਗਾਈਏ ਚੰਗਾ ਗਾਈਏ, ਜੋ ਲਿਖੀਏ ਚੰਗਾ ਲਿਖੀਏ, ਜੋ ਫਿਲਮਾਈਏ ਚੰਗਾ ਫਿਲਮਾਈਏ, ਤਾਂ ਕਿ ਅਗਰ ਅਸੀਂ ਆਪਣੇ ਟੱਬਰ ਨਾਲ ਬੈਠੇ ਹਾਂ, ਧੀਆਂ ਭੈਣਾਂ ਨਾਲ ਬੈਠੇ ਹਾਂ, ਅਸੀਂ TV ਤੇ ਕੁਝ ਵੀ ਦੇਖ ਰਹੇ ਹਾਂ, ਵੱਡੀ ਸਕਰੀਨ ਤੇ ਕੁਝ ਵੀ ਦੇਖ ਰਹੇ ਹਾਂ, ਸਾਨੂੰ ਅੱਖਾਂ ਨਾ ਆਪਣੇ ਟੱਬਰ 'ਚੋਂ ਚੁਰਾਣੀਆਂ ਪੈਣ। ਸਾਨੂੰ ਉੱਠ ਕੇ ਸਾਡੀ ਧੀ ਭੈਣ ਨੂੰ ਰੂਮ 'ਚੋਂ ਬਾਹਰ ਨਾ ਜਾਣਾ ਪਵੇ ਕਿ ਸ਼ਾਇਦ ਮਾੜਾ ਸੀਨ ਆਉਣ ਵਾਲਾ ਆ। ਜੇ ਅਜਿਹਾ ਕਰਦੇ ਹੋਏ ਸਾਨੂੰ ਕੁਝ ਅਜਿਹਾ ਫੀਲ ਹੁੰਦਾ ਤਾਂ ਬੈਟਰ ਹੈ ਅਸੀਂ ਉਹ ਨਾ ਕਰੀਏ, ਕਿਉਂਕਿ ਅਸੀਂ ਆਪਣੇ ਵਿਰਸੇ ਨੂੰ ਵੀ ਢਾਹ ਲਾ ਰਹੇ ਹਾਂ, ਆਪਣੀ ਮਰਿਆਦਾ ਨੂੰ ਵੀ ਢਾਹ ਲਾ ਰਹੇ ਹਾਂ, ਆਪਣੇ ਸੰਸਕਾਰ ਵੀ ਮੁਕਾ ਰਹੇ ਹਾਂ, ਤੇ ਆਉਣ ਵਾਲੀਆਂ ਨਸਲਾਂ ਵਾਸਤੇ ਕੰਡੇ ਬੀਜ ਕੇ ਜਾ ਰਹੇ ਹਾਂ। ਖੈਰ, ਅਸੀਂ ਅੱਜ ਜਿਸ ਮਸਲੇ ਤੇ ਗੱਲ ਕਰ ਰਹੇ ਹਾਂ, ਨੌਜਵਾਨ ਬੈਠੇ ਹੋਏ ਨੇ, ਦਰਦ ਲੈ ਕੇ ਬੈਠੇ ਹੋਏ ਨੇ।
ਬਾਪੂ ਜੀ ਨੇ ਗੱਲ ਕੀਤੀ ਹੈ ਕਿ ਗੋਦੀ ਮੀਡੀਆ ਦਾ ਫਰਜ਼ ਸਿਰਫ ਇੰਨਾ ਹੀ ਹੈ ਕਿ ਉਹਨਾਂ ਨੇ ਦਿਖਾ ਦੇਣਾ ਕਿ ਕੰਗਨਾ ਦਾ ਛੱਜਾ ਢਹਿ ਗਿਆ, ਸੁਸ਼ਾਂਤ ਰਾਜਪੂਤ ਦੇ ਮਰਡਰ ਕੇਸ ਦੀ ਫਾਈਲ ਕਿੱਥੇ ਤੱਕ ਪਹੁੰਚੀ ਹੈ, ਰੀਆ ਨੇ ਕੀ ਬੋਲਿਆ, ਕੀ ਬਕਵਾਸ ਕੀਤੀ। ਉਹ ਸਵੇਰ ਤੋਂ ਸ਼ਾਮ ਤੱਕ ਚੱਲੇਗਾ। ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ ਕਿੱਥੇ ਕਿੰਨੇ ਧਰਨੇ ਲੱਗੇ ਨੇ, ਕਿੰਨੇ ਰੋਸ਼ ਮੁਜ਼ਾਹਰੇ ਨਿਕਲ ਰਹੇ ਨੇ, ਕਿਸ ਨੂੰ ਜੁੱਤੀਆਂ ਪਈਆਂ ਜਾਂ ਕਿਸ ਨੂੰ ਜੁੱਤੀਆਂ ਦਿਖਾਈਆਂ, ਉਹ ਨਹੀਂ ਦਿਖਾਇਆ ਜਾਣਾ। ਕਿੱਥੇ ਮੋਰਚੇ ਲੱਗੇ ਹੋਏ ਨੇ, ਉਹ ਨਹੀਂ ਦਿਖਾਇਆ ਜਾਣਾ। ਇੱਕ ਬਾਲੀਵੁੱਡ ਤੋਂ, ਇੰਡਸਟਰੀ ਤੋਂ ਨੌਜਵਾਨ ਆਪਣੀ ਐਸ਼ ਪ੍ਰਸ ਦੀ ਜ਼ਿੰਦਗੀ ਛੱਡ ਕੇ ਸ਼ੰਭੂ ਤੇ ਮੋਰਚਾ ਗੱਡ ਕੇ ਬੈਠਿਆ ਹੋਇਆ ਹੈ, ਬਹੁਤ ਵਧੀਆ ਨੀਤੀ ਦੇ ਨਾਲ, ਬਹੁਤ ਚੰਗੀ ਸਾਫ਼ ਸੁਥਰੀ ਨੀਤ ਦੇ ਨਾਲ, ਜਿੰਨਾ ਕਿ ਉਸ ਨੂੰ ਮੈਂ ਜਾਣਿਆ ਹੈ, ਬੈਠਿਆ ਹੋਇਆ ਹੈ। ਕਿਸਾਨ ਜਥੇਬੰਦੀਆਂ ਆਪਣਾ ਮਤ ਲੈ ਕੇ ਬੈਠੀਆਂ ਹੋਈਆਂ ਨੇ। ਅਗਰ ਲੱਖਾ ਸਿਧਾਣਾ ਦੀ ਗੱਲ ਕੀਤੀ ਜਾਵੇ, ਹੋਰ ਵੀਰਾਂ ਦੀ ਗੱਲ ਕੀਤੀ ਜਾਵੇ, ਹੋਰ ਗਾਇਕ ਹੈ ਨੇ, ਕਨਵਰ ਗਰੇਵਾਲ ਹੈ, ਜਸ ਬਾਜਵਾ ਹੈ, ਬਹੁਤ ਵਧੀਆ ਤਰੀਕੇ ਨਾਲ ਇਹ ਅੱਜ ਪੰਜਾਬ ਦੀ ਨੌਜਵਾਨੀ ਇਕਜੁੱਟ ਇੱਕ ਮੁੱਠ ਹੋਈ ਹੈ। ਪਰ ਹੁਣ ਅਗਰ ਅਸੀਂ ਆਪਣੇ ਸਿਰ ਅਲੱਗ-ਅਲੱਗ ਪਾਸੇ ਨੂੰ ਕਰਕੇ ਪਿੱਠਾਂ ਜੋੜ ਕੇ ਖੜਨ ਦੀ ਕੋਸ਼ਿਸ਼ ਕਰਾਂਗੇ ਤਾਂ ਫਿਰ ਸਾਡਾ ਜਿਹੜਾ ਮੋਰਚਾ ਹੈ, ਇਹ ਜਿਹੜਾ ਫਲੋ ਬਣਿਆ ਹੈ, ਉਹ ਖਿੱਲਰ ਜਾਣਾ, ਦੁਫਾੜ ਹੋ ਜਾਣਾ। ਇਸ ਲਈ ਮੈਂ ਇਹੀ ਕਹਾਂਗਾ ਕਿ ਸਾਡਾ ਟਾਰਗੇਟ ਇੱਕ ਹੈ। ਆਰਡੀਨੈਂਸ ਜਿਹੜੇ ਪਾਸ ਕੀਤੇ ਨੇ ਉਹ ਗਲਤ ਹੈ, ਪਰ ਲੜਾਈ ਸਿਰਫ ਹੁਣ MRP ਦੀ ਨਹੀਂ ਰਹੀ, MSP ਦੀ ਨਹੀਂ ਰਹੀ। ਲੜਾਈ MSP ਦੀ ਨਹੀਂ ਹੈ, ਉਸ ਤੋਂ ਅੱਗੇ ਜਾ ਚੁੱਕੀ ਹੈ, ਸਾਡੀ ਹੋਂਦ 'ਤੇ ਆ ਗਈ ਹੈ। ਅਤੇ ਹੁਣ ਤੁਸੀਂ ਜਿਹੜੇ ਹਿਸਾਬ ਨਾਲ ਇਹ ਸਭ ਕੁਝ ਹੁੰਦਾ ਵੇਖ ਰਹੇ ਹੋ, ਮੋਰਚਿਆਂ ਦੇ ਵਿੱਚ ਜਿੱਦਾਂ ਪਾੜ ਪਏ ਹੋਏ ਨੇ, ਅਲੱਗ-ਅਲੱਗ ਧਿਰਾਂ ਬੈਠੀਆਂ ਨੇ, ਇਹਨਾਂ ਨੂੰ ਇੱਕ ਛੱਤ ਥੱਲੇ ਆ ਕੇ ਇੱਕ ਟੇਬਲ ਉੱਤੇ ਬੈਠ ਕੇ ਗੱਲ ਕਰਨੀ ਚਾਹੀਦੀ ਹੈ। ਇੱਕ ਫਲੋ ਦੇ ਵਿੱਚ ਹਾਂ ਦਾ ਨਾਰਾ ਇੱਕ ਝੰਡੇ ਥੱਲੇ ਮਾਰਨਾ ਚਾਹੀਦਾ ਹੈ। ਪਰ ਜਥੇਬੰਦੀਆਂ ਦੇ ਜਦ ਕਿਸਾਨਾਂ ਦੇ 30-31 ਝੰਡੇ ਅਲੱਗ-ਅਲੱਗ ਨੇ, ਤਾਂ ਇੱਕ ਹਾਂ ਦਾ ਨਾਰਾ ਇੱਕ ਝੰਡੇ ਥੱਲੇ 71 ਹੋ ਗਏ, ਕਿੱਦਾਂ ਲੱਗਦਾ ਪੋਸੀਬਲ ਹੋ ਸਕਦਾ? ਬਿਲਕੁਲ ਹੋ ਸਕਦਾ ਜੀ। ਹੁਣ ਇੱਕ ਝੰਡੇ ਥੱਲੇ ਨੇ ਇੱਕੋ ਹੀ ਗੱਲ ਤੈਅ ਹੋ ਕੇ ਜਾਂਦੀ ਆ। ਜੋ 31 ਜਥੇਬੰਦੀਆਂ ਦੇ ਆਗੂ ਨੇ ਜਿਹੜੇ 7 ਦਿੱਲੀ ਵਾਸਤੇ ਭੇਜੇ ਸੀ, ਉਹਨਾਂ ਦੀ 7 ਦੀ ਇੱਕੋ ਹੀ ਰਾਏ ਸੀ, ਇੱਕੋ ਹੀ ਗੱਲ ਤੈਅ ਸੀ ਉਹਨਾਂ ਦੀ। ਤੇ ਇੱਕੋ ਹੀ ਗੱਲ ਜਦੋਂ ਤੈਅ ਹੋ ਕੇ ਗਏ ਆ ਤਾਂ ਉੱਥੇ ਸਾਰਿਆਂ ਨੇ ਆਪਦੀ ਜਿਹੜੀ ਗੱਲ ਹੈ ਆਪਦੇ ਮੁਤਾਬਕ ਰੱਖਣੀ ਸੀਗੀ, ਤੇ ਉਹਦੇ 'ਚ ਕੋਈ ਵੰਡ ਵਾਲੀ ਇਹੋ ਜਿਹੀ ਗੱਲ ਨਹੀਂ ਸੀ। ਦੀਪ ਸਿੱਧੂ ਵੀ ਤਾਂ ਮੋਰਚਾ ਲਾ ਕੇ ਬੈਠਿਆ ਹੋਇਆ, ਤਾਂ ਉਸ ਦੇ ਨਾਲ ਕੀ ਵਿਖਰੇਵੇਂ ਨੇ, ਉਸ ਦੇ ਨਾਲ ਕੀ ਇਹੋ ਜਿਹੀ ਦੂਰੀ ਹੋ ਰਹੀ ਹੈ? ਕਿਉਂਕਿ ਉਹ ਵੀ ਨੌਜਵਾਨ ਹੈ, ਆਪਣੀ ਚੰਗੀ ਭਲੀ ਜ਼ਿੰਦਗੀ ਛੱਡ ਕੇ ਆਇਆ ਹੈ, ਕਿਸਾਨ ਦੇ ਹੱਕ ਵਾਸਤੇ, ਪੰਜਾਬ ਦੇ ਹੱਕ ਵਾਸਤੇ, ਪੰਜਾਬ ਦੀ ਹੋਂਦ ਵਾਸਤੇ ਲੜ ਰਿਹਾ ਹੈ, ਤਾਂ ਉਹਨੂੰ ਨਾਲ ਕਿਉਂ ਨਹੀਂ ਲੈ ਕੇ ਤੁਰਿਆ ਜਾ ਰਿਹਾ, ਜਾਂ ਉਹਦੇ ਨਾਲ ਕਿਉਂ ਨਹੀਂ ਤੁਰਿਆ ਜਾ ਰਿਹਾ? ਨਹੀਂ, ਉਹ ਤਾਂ ਉਹਦੀ ਸੋਚ ਆ। ਇਹ ਤਾਂ ਹੁਣ ਤੁਸੀਂ ਸਵਾਲ ਕਰੋਗੇ ਵੀ ਤੁਸੀਂ ਰਾਹੁਲ ਗਾਂਧੀ ਨਾਲ ਕਿਉਂ ਨਹੀਂ ਜਾਂਦੇ, ਉਹ ਵੀ ਆਪਦੀ ਸੋਚ ਲੈ ਕੇ ਆਇਆ। ਨਹੀਂ ਜੀ, ਉਹ ਕਦੀ ਨਹੀਂ ਕਰ ਸਕਦੇ ਅਸੀਂ, ਕਿਉਂਕਿ 84 ਕਿਸੇ ਨੂੰ ਨਹੀਂ ਭੁੱਲ ਸਕਦੀ। ਇਸ ਕਰਕੇ ਰਾਹੁਲ ਗਾਂਧੀ ਦੇ ਨਾਲ ਉਹ ਜਾ ਸਕਦੇ ਨੇ ਜਿਹਨਾਂ ਦੇ ਜ਼ਮੀਰਾਂ ਮਰੀਆਂ ਹੋਈਆਂ ਨੇ, ਬਾਦਲਾਂ ਦੇ ਨਾਲ ਉਹ ਜਾ ਸਕਦੇ ਨੇ ਜਿਹਨਾਂ ਦੇ ਜ਼ਮੀਰਾਂ ਮਰੀਆਂ ਹੋਈਆਂ ਨੇ, ਅਸੀਂ ਨਹੀਂ ਜਾ ਸਕਦੇ। ਮੈਂ ਜੋ ਸਵਾਲ ਕੀਤਾ ਮੈਨੂੰ ਉਸ ਦਾ ਜਵਾਬ ਦਿਓ ਕਿ ਆਖਿਰ ਕਿਉਂ ਉਹ ਵੀ ਨੌਜਵਾਨ ਹੋਣ ਦੀ ਗੱਲ ਕਰਦਾ, ਉਹ ਵੀ ਨੌਜਵਾਨ ਕਿਸਾਨੀ ਦੀ ਗੱਲ ਕਰਦਾ, ਜਵਾਨੀ ਦੀ ਗੱਲ ਕਰਦਾ, ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ, ਤਾਂ ਫਿਰ ਜਥੇਬੰਦੀਆਂ ਦੀਆਂ ਪ੍ਰਧਾਨਗੀਆਂ ਜਿਹੜੇ ਕਹਿੰਦੇ ਨੇ ਕਿ ਅੱਜ ਕੱਲ੍ਹ ਦਾ ਆਇਆ ਮੁੰਡਾ ਸਾਨੂੰ ਸਮਝਾ ਰਿਹਾ ਸੀ ਕਿਉਂ ਇਹਨਾਂ ਜਾਈਏ, ਉਸ ਤੁਹਾਨੂੰ ਸਹੀ ਲੱਗਦਾ? ਨਹੀਂ, ਗੱਲ ਤਾਂ ਇਹ ਆ ਵੀ ਜਦੋਂ ਗਾਉਣ ਵਾਲੇ ਗਾਇਕ ਨੇ ਜਿਹੜੇ ਸਾਡੇ, ਉਹਨਾਂ ਦੀ ਆਪਦੀ ਜਥੇਬੰਦੀ ਸੀ, ਉਹ ਸਾਰੀ ਜਥੇਬੰਦੀ ਇਕੱਠੀ ਹੋ ਕੇ ਕਿਸਾਨ ਜਥੇਬੰਦੀ ਨਾਲ ਜਣੀ ਰਲਣ ਵਾਸਤੇ ਉਹ ਆਏ ਨੇ ਤੇ ਏਕਾ ਹੋਇਆ। ਤੇ ਉਹ ਇਕੱਲਾ ਕਿਉਂ ਨਹੀਂ ਹੋਇਆ, ਉਹ ਤਾਂ ਉਹ ਜਵਾਬ ਦੇਊਗਾ ਨਾ ਵੀ ਕਿਉਂ ਨਹੀਂ ਹੋਇਆ। ਜਦੋਂ ਸਾਰੇ ਗਾਇਕ ਕਿਸਾਨ ਜਥੇਬੰਦੀ ਦੇ ਧਰਨੇ ਦੇ ਵਿੱਚ ਆ ਕੇ ਬੋਲਦੇ ਆ, ਗੱਲ ਰੱਖਦੇ ਨੇ, ਤੇ ਫਿਰ ਉਹ ਇਕੱਲਾ ਕਿਉਂ ਨਹੀਂ ਰੱਖਦਾ, ਉਹਦੇ 'ਚ ਕੀ ਫਰਕ ਆ, ਉਹ ਤਾਂ ਉਹ ਦੱਸ ਸਕਦਾ। ਉਹਨੇ ਤਾਂ ਸਿੰਪਲ ਇੱਕ ਗੱਲ ਕਹੀ ਹੈ ਕਿ ਮੈਂ ਬਾਬੇ ਨਾਨਕ ਦੇ ਫਲਸਫੇ ਉੱਤੇ ਚੱਲ ਰਿਹਾ ਤੇ ਮੈਂ ਉਹਨਾਂ 'ਤੇ ਹੀ ਪਹਿਰਾ ਦਿੰਦਾ ਹੋਇਆ ਚੱਲਾਂਗਾ। ਕੋਈ ਵੀ ਚੀਜ਼ ਬੰਦ ਕਮਰੇ 'ਚ ਨਹੀਂ ਹੋਣੀ ਚਾਹੀਦੀ, ਸਾਹਮਣੇ ਹੋਵੇ ਤਾਂ ਮੈਂ ਤਿਆਰ ਹਾਂ। ਉਸ ਵਾਸਤੇ ਐਗਰੀ ਨਹੀਂ, ਕਿਉਂਕਿ ਹਮੇਸ਼ਾ ਬੰਦ ਕਮਰਿਆਂ ਦੇ ਵਿੱਚ ਮੀਟਿੰਗਾਂ ਹੋਈਆਂ ਨੇ, ਤੇ ਉਹਨੇ ਇਹੀ ਗੱਲ ਕਹੀ ਹੈ ਕਿ ਜਿੱਦਣ ਬੰਦ ਕਮਰੇ 'ਚ ਮੀਟਿੰਗ ਕਰਨ ਵਾਸਤੇ ਤੁਸੀਂ ਤਿਆਰ ਹੋ ਗਏ ਤਾਂ ਤੁਸੀਂ ਅੱਧਾ ਮੋਰਚਾ ਉੱਥੇ ਹੀ ਹਾਰ ਗਏ। ਕਿੱਥੇ ਗਲਤ? ਤੇ ਬੰਦ ਕਮਰੇ 'ਚ ਮੀਟਿੰਗ ਕੋਈ ਇਕੱਲੇ ਨੇ ਤਾਂ ਕੀਤੀ ਨਹੀਂ, ਚਾਹੇ 7 ਬੰਦੇ ਹੋਣ, 10 ਬੰਦੇ ਹੋਣ, ਓਪਨਲੀ ਕਿਉਂ ਨਹੀਂ? ਪ੍ਰੈਸ ਕਾਨਫਰੰਸਿਸ ਹੁੰਦੀਆਂ ਨੇ, ਉਹਦੇ ਵਿੱਚ ਕਿਉਂ ਨਹੀਂ ਓਪਨ ਡਿਸਕਸ਼ਨ ਕਰ ਸਕਦੇ ਅਸੀਂ? ਬੰਦ ਕਮਰੇ ਦੇ ਵਿੱਚ 7 ਆਗੂ ਆਉਣ ਜਾਣ, 10 ਆਗੂ ਜਾਣ, 12 ਆਗੂ ਜਾਣ, ਕਿਉਂ ਨਹੀਂ? ਤੇ ਇਕੱਲਾ ਇਹਦਾ ਮਤਲਬ ਥੋੜ੍ਹਾ ਵੀ ਉਹ ਸਿੱਧੂ ਇਹ ਠੀਕ ਆ ਜਾਂ ਉਹਨੂੰ ਜ਼ਿਆਦਾ ਜਾਣਕਾਰੀ ਹੈ ਇਹਨਾਂ ਚੀਜ਼ਾਂ ਬਾਰੇ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਜਾਣੀ ਲਾਤੀ ਸੰਘਰਸ਼ਾਂ ਦੇ ਵਿੱਚ, ਉਹਨਾਂ ਨੇ ਹੀ ਇਹਦੇ 'ਚੋਂ ਸਾਰਾ ਕੁਝ ਕੱਢਣਾ, ਉਹਨਾਂ ਨੂੰ ਪਤਾ ਵੀ ਕਿੱਥੇ ਕੀ ਕਰਨਾ। ਬਾਪੂ ਜੀ, ਇਹ ਵੀ ਮੈਂ ਮਾਫ ਕਰਨਾ, ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਆਹਤ ਨਹੀਂ ਕਰਨਾ ਚਾਹੁੰਦਾ। ਮੈਂ ਨਾ ਸਿੱਧੂ ਦਾ ਪੱਖ ਲੈ ਰਿਹਾ ਹਾਂ। ਮੈਂ ਸਿੰਪਲ ਇੱਕ ਚੀਜ਼ ਜੋ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ, ਹੁਣ ਤੁਹਾਨੂੰ ਵੀ ਥੋੜ੍ਹਾ ਜਿਹਾ ਗੁੱਸਾ ਜ਼ਰੂਰ ਚੜ੍ਹ ਰਿਹਾ ਹੋਵੇਗਾ ਕਿ ਕਿਉਂ ਅਸੀਂ ਬਾਰ-ਬਾਰ ਇਹ ਗੱਲ ਰਿਪੀਟ ਕਰ ਰਹੇ। ਮੈਂ ਸਿਰਫ ਇਸ ਕਰਕੇ ਕਰ ਰਿਹਾ ਕਿ ਬਹੁਤ ਲੰਬੇ ਸਮੇਂ ਤੋਂ ਕਿਸਾਨ ਸੰਘਰਸ਼ ਚੱਲ ਰਿਹਾ ਹੈ। ਅਸੀਂ ਦੇਖ ਰਹੇ ਹਾਂ ਕਿ 3 ਸਰਕਾਰਾਂ ਪਿਛਲੀਆਂ ਜਿਹੜੀਆਂ ਬਣੀਆਂ ਨੇ, ਉਹ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਉੱਤੇ ਵੋਟਾਂ ਜਿੱਤਦੀ ਆਈ ਹੈ।
ਕਿਸਾਨ ਜਥੇਬੰਦੀਆਂ ਨੂੰ ਕਿੰਨੀ ਵਾਰ ਝੂਠ ਬੋਲਿਆ, ਉਹਨਾਂ ਨੇ ਕਿੰਨੀ ਵਾਰ ਧੋਖਾ ਦਿੱਤਾ, ਅਸੀਂ ਉਹ ਤੱਕ ਲਾਗੂ ਨਹੀਂ ਕਰਵਾ ਸਕੇ। ਤੁਹਾਨੂੰ ਕੀ ਲੱਗਦਾ ਹੈ ਕਿ ਸਾਨੂੰ ਆਪਣੀ ਸੋਚ, ਆਪਣੀ ਟੈਕਨੀਕ, ਆਪਣੀ ਰਣਨੀਤੀ ਦੇ ਵਿੱਚ ਬਦਲਾਵ ਨਹੀਂ ਕਰਨਾ ਚਾਹੀਦਾ, ਜਾਂ ਭੇਡ ਚਾਲ ਚੱਲਦੇ ਰਹਿਣਾ ਚਾਹੀਦਾ? 5 ਸਾਲ ਕਾਂਗਰਸ ਨੇ ਆ ਕੇ ਸਾਨੂੰ ਨਵਾਂ ਮੈਨੀਫੈਸਟੋ ਦਿਖਾਤਾ, ਠੀਕ ਹੈ ਜੀ ਕਾਂਗਰਸ ਵਧੀਆ ਆ, ਅੱਜ ਇਹਨਾਂ ਨੂੰ ਵੋਟਾਂ ਪਾ ਦਿੰਦੇ ਆ। ਕੱਲ੍ਹ ਨੂੰ ਆ ਕੇ ਬਾਦਲਾਂ ਨੇ ਨਵਾਂ ਮੈਨੀਫੈਸਟੋ ਦਿਖਾਤਾ, ਆਹ ਵਧੀਆ ਹੈ ਜੀ, ਦਾਲ ਚੀਨੀ ਫ੍ਰੀ ਕਰਤੀ, ਇੱਧਰ ਚੱਲ ਜਾਂਦੇ ਆ। ਕੱਲ੍ਹ ਨੂੰ ਝਾੜੂ ਵਾਲੇ ਆ ਜਾਣਗੇ, ਉਹ ਨਵਾਂ ਮੈਨੀਫੈਸਟੋ ਦਿਖਾ ਦੇਣਗੇ ਤੁਹਾਨੂੰ, ਉਹ 4 ਚੀਜ਼ਾਂ ਹੋਰ ਫ੍ਰੀ ਕਰ ਦੇਣਗੇ, ਥੋੜ੍ਹੀ ਜਿਹੀ ਹੋਰ ਸੁੱਖ ਦੇ ਦੇਣਗੇ, ਬਿਜਲੀ ਦਾ 8 ਰੁਪਏ ਤੋਂ ਘਟਾ ਕੇ ਤੁਹਾਨੂੰ 4 ਰੁਪਏ 'ਤੇ ਕਰ ਦੇਣਗੇ, ਤਾਂ ਫਿਰ ਉੱਧਰ ਨੂੰ ਚੱਲ ਜਾਵਾਂਗੇ। ਹੋਂਦ ਪੰਜਾਬ ਦੀ, ਪੰਜਾਬੀਅਤ, ਪੰਜਾਬ ਦੀ ਜੋ ਸਾਡੀ ਅਸਲੀ ਮਿੱਟੀ ਦੀ ਮਹਿਕ ਸੀ, ਸਾਡੇ ਸੰਸਕਾਰ ਸੀ, ਸਾਡਾ ਜਿਹੜਾ ਕਲਚਰ ਸੀ, ਉਹ ਕੌਣ ਬਚਾਏਗਾ? ਸਾਡੀ ਉਹਦੇ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ। ਅਸੀਂ ਸਿਰਫ ਇਹਨਾਂ ਖਿਲਾਰਿਆਂ ਤੱਕ ਰਹੇ, ਕਿਉਂਕਿ ਅਸੀਂ ਮੇਨ ਟੀਚਰ ਤਾਂ ਆਪਣਾ ਛੱਡ ਹੀ ਦਿੱਤਾ ਇਹਨਾਂ ਸਾਰੇ ਪੌੜਿਆਂ 'ਚ ਪੈ ਕੇ। ਦੇਖੋ, ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੀ ਸਾਡੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਆ, ਇਹ ਕਿਤੇ ਵੀ ਵੋਟ ਸਿਸਟਮ 'ਚ ਵਿਸ਼ਵਾਸ ਨਹੀਂ ਰੱਖਦੀ, ਤੇ ਨਾ ਹੀ ਅਸੀਂ ਵੋਟ ਵਾਲੇ ਦੀ ਕਿਸੇ ਦੀ ਸਪੋਰਟ ਕੀਤੀ ਆ, ਤੇ ਨਾ ਹੀ ਸਾਡੇ ਸੰਵਿਧਾਨ 'ਚ ਹੈਗਾ ਵੀ ਇਹਨਾਂ ਦੀ ਕਿਸੇ ਦੀ ਸਪੋਰਟ ਕਰਦੇ ਆ। ਜੇ ਵੋਟ ਤੇ ਤੁਸੀਂ ਵਿਸ਼ਵਾਸ ਨਾ ਕਰੋ ਤਾਂ ਬਦਲਾਵ ਕਿੱਦਾਂ ਲੈ ਕੇ ਆਉਂਗੇ? ਕਿਉਂਕਿ ਵੋਟਾਂ ਵਾਲਿਆਂ ਦੇ ਹੱਥ 'ਚ ਤਾਂ ਸਭ ਕੁਝ ਹੈ। ਵੋਟਾਂ ਵਾਲਿਆਂ ਦੇ ਹੱਥ 'ਚ ਸਭ ਕੁਝ ਆ, ਤਾਂ ਦੇਸ਼ ਨੂੰ 73 ਸਾਲ ਆਜ਼ਾਦ ਹੋਏ ਨੂੰ ਹੋ ਗਏ, ਤੇ ਵੋਟਾਂ ਵਾਲੇ ਨਹੀਂ ਤਾਂ ਦੇਸ਼ ਲੁੱਟਿਆ। ਹੁਣ ਅੱਜ ਦਾ ਯੂਥ ਇਹੀ ਗੱਲ ਤਾਂ ਸਮਝ ਚੁੱਕਿਆ ਨਾ ਕਿ ਵੀ ਵੋਟਾਂ ਵਾਲਿਆਂ ਨੇ ਸਾਰਾ ਕੁਝ ਸਾਡਾ ਲੁੱਟ ਲਿਆ। ਤੇ ਅੱਜ ਹਰ ਸਟੇਜ ਤੇ ਕਿਸਾਨਾਂ ਦੀ ਤੇ ਇੱਕੋ ਹੀ ਗੱਲ ਹੁੰਦੀ ਆ ਕਿ ਵੋਟਾਂ ਵਾਲਿਆਂ ਨੂੰ ਸਿਆਸੀ ਪਾਰਟੀ ਨੇ ਅਸੀਂ ਬੋਲਣ ਨਹੀਂ ਦੇਣਾ, ਤੇ ਜਦੋਂ ਉਹਨਾਂ ਨੂੰ ਬੋਲਣ ਨਹੀਂ ਦੇਣਾ ਤਾਂ ਅਸੀਂ ਵੋਟ। ਪਰ ਬਾਬਾ ਜੀ ਗੱਲ ਉੱਥੇ ਹੀ ਹੈ ਨਾ ਕਿ ਵੋਟਾਂ ਵਾਲਿਆਂ ਨੇ ਸਰਕਾਰ ਚਲਾਣੀ ਹੈ, ਵੋਟਾਂ ਵਾਲਿਆਂ ਤੁਸੀਂ ਆਪਣੀਆਂ ਨਿੱਜੀ ਸਟੇਜਾਂ ਤੋਂ ਨਹੀਂ ਬੋਲਣ ਦਓਗੇ, ਠੀਕ ਹੈ ਜੀ। ਸਿਆਸੀ ਸਟੇਜਾਂ ਲੱਗਣਗੀਆਂ, ਉਹਨੇ ਸਿਆਸੀ ਸਟੇਜਾਂ ਤੇ ਬੋਲਣਾ। ਤੁਹਾਡੀਆਂ ਹੀ ਕਿਸਾਨ ਯੂਨੀਅਨ ਦੇ ਬੰਦੇ ਹੋਣਗੇ, ਤੁਹਾਡੀਆਂ ਹੀ ਬੀਬੀਆਂ ਹੋਣਗੀਆਂ, ਇੱਦਾਂ ਦੇ ਨੌਜਵਾਨ ਪੁੱਤ ਹੋਣਗੇ ਜਿਹੜੇ ਜਾ ਕੇ ਉਹਨਾਂ ਦੇ ਹੱਕ ਦੇ ਵਿੱਚ ਵੋਟਾਂ ਭੁਗਤਾਣਗੇ, ਫਿਰ ਸਰਕਾਰ ਉਹੀ ਚਲਾਣਗੇ। ਤੁਸੀਂ ਫਿਰ ਆਪਣੀ ਇਸੇ ਜ਼ਿੱਦ ਤੇ ਅੜੇ ਰਹੋਗੇ ਕਿ ਅਸੀਂ ਉਹਨਾਂ ਨੂੰ ਆਪਣੀਆਂ ਸਟੇਜਾਂ ਤੋਂ ਨਹੀਂ ਬੋਲਣ ਦੇਣਾ, ਅਸੀਂ ਵੋਟਾਂ ਵਾਲਿਆਂ ਦਾ ਸਾਥ ਨਹੀਂ ਦੇਣਾ। ਸਰਕਾਰਾਂ ਉਹ ਚਲਾਈ ਜਾਂਦੇ ਨੇ, ਚਲਾਈ ਜਾਣ। ਅਸੀਂ ਆਪਣੇ ਮੋਰਚੇ 50 ਸਾਲਾਂ ਤੋਂ ਲਾ ਰਹੇ ਸੀ, ਅੱਗੇ ਵੀ ਲਾਉਂਦੇ ਰਹਾਂਗੇ। ਹੁਣ ਅਸੀਂ ਵਿਰਾਸਤ ਆਪਣੇ ਮੋਰਚਿਆਂ ਦੀ ਆਪਣੀ ਨਵੀਂ ਪੀੜ੍ਹੀ ਨੂੰ ਸੌਂਪ ਦਿੰਦੇ ਹਾਂ। ਵਧੀਆ ਕੀ ਕੀਤਾ ਅਸੀਂ? ਜਾਂ ਤਾਂ ਆਪ ਇਹਦੇ ਵਿੱਚੋਂ ਇੱਕ ਨਵੀਂ ਸਿਆਸਤ ਕੱਢੀਏ ਨਾ, ਕਿ ਜਿਹੜੇ ਸਾਨੂੰ ਅੱਜ ਤੱਕ ਖਰੂ ਲਾਉਂਦੇ ਆਏ ਨੇ, ਖਾਂਦੇ ਆਏ ਨੇ, ਉਹਨਾਂ ਨੂੰ ਅਸੀਂ ਪਿੱਛੇ ਕਰਨਾ ਹੈ। ਨਹੀਂ, ਦੇਖੋ, ਇਹ ਕੋਈ ਇਤਿਹਾਸ ਅੱਜ ਦਾ ਤਾਂ ਹੈ ਨਹੀਂ, ਤਾਂ ਇਤਿਹਾਸ 'ਚ ਬਾਬੇ ਗੋਬਿੰਦ ਤੋਂ ਲੈ ਕੇ ਕਿਸੇ ਨੇ ਸਰਕਾਰ 'ਚ ਉਹ ਨਹੀਂ ਕੀਤਾ, ਹਿੱਸਾ ਨਹੀਂ ਪਾਇਆ। ਸਭ ਆਪਦੀਆਂ ਲੜਾਈਆਂ ਲੜੇ ਨੇ ਤੇ ਲੜ ਰਹੇ ਨੇ, ਤੇ ਗੋਬਿੰਦ ਤੋਂ ਲੈ ਕੇ ਭਗਤ ਸਰਾਭਿਆਂ ਤੱਕ ਉਹ ਸਾਰਿਆਂ ਨੇ ਲੜਾਈਆਂ ਦਿੱਤੀਆਂ ਨੇ। ਚੰਗਾ, ਉਹਨਾਂ ਨੇ ਬਹੁਤ ਤਕੜੇ ਸੰਘਰਸ਼ ਕੀਤੇ ਨੇ, ਨਵੀਂ ਹੋਂਦ ਦਿੱਤੀ ਹੈ ਜੀ, ਠੀਕ ਹੈ ਜੀ। ਅਗਰ ਤੁਸੀਂ ਕਰਤਾਰ ਸਿੰਘ ਸਰਾਭਾ ਦੀ ਗੱਲ ਕਰਦੇ ਹੋ, ਭਗਤ ਸਿੰਘ ਦੀ ਗੱਲ ਕਰਦੇ ਹੋ, ਸ਼ਹਾਦਤਾਂ ਦੇ ਜਾਮ ਪੀ ਗਏ, ਆਜ਼ਾਦੀ ਦੇ ਕੇ ਗਏ ਨੇ। ਉਹ ਗੱਲ ਹੋ ਰਿਹਾ ਕਿ ਅੱਜ ਦੀਆਂ ਘਟੀਆ ਸਰਕਾਰਾਂ ਨੇ ਅੱਜ ਤੱਕ ਉਹਨਾਂ ਨੂੰ ਸਰਕਾਰੀ ਕਾਗਜ਼ਾਂ ਦੇ ਵਿੱਚ ਸ਼ਹੀਦ ਦਾ ਦਰਜਾ ਨਹੀਂ ਦਿੱਤਾ। ਬੇਸ਼ੱਕ ਅਸੀਂ ਸ਼ਹੀਦੀ ਦਿਹਾੜੇ ਉਹਨਾਂ ਦੇ ਬਣਾਉਂਦੇ ਹਾਂ, ਸ਼ਾਇਦ ਨੌਜਵਾਨਾਂ ਨੂੰ, ਅੱਜ ਦਿਆਂ ਨੂੰ ਇਹ ਵੀ ਨਹੀਂ ਪਤਾ ਹੋਏਗਾ। ਮੈਂ ਬੇਨਤੀ ਕਰਦਾ ਇੱਕ ਆਪਣੇ ਵੱਲੋਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਕਿ ਅਸੀਂ ਕਿਸੇ ਵੀ ਪਾਸੇ ਆ, ਕਿਸੇ ਵੀ ਮਕਸਦ ਦੇ ਉੱਤੇ ਆ, ਪਰ ਅਸੀਂ ਭਟਕੀਏ ਨਾ। ਸਾਡੇ ਹਉਮੈ ਕਿਤੇ ਨਾ ਕਿਤੇ ਸਾਨੂੰ ਲੈ ਕੇ ਬਹਿੰਦੇ ਨੇ, ਸਾਡਾ ਹੰਕਾਰ ਕਿਤੇ ਨਾ ਕਿਤੇ ਸਾਨੂੰ ਲੈ ਕੇ ਬਹਿੰਦਾ ਹੈ। ਅਸੀਂ ਤੁਹਾਡਾ ਦਿਲੋਂ ਸਤਿਕਾਰ ਕਰਦੇ ਹਾਂ, ਅਸੀਂ ਦਰਦ ਰੱਖਦੇ ਹਾਂ ਆਪਣੇ ਪੰਜਾਬ ਦਾ, ਅਸੀਂ ਦਰਦ ਰੱਖਦੇ ਹਾਂ ਇਹਨਾਂ ਬਜ਼ੁਰਗਾਂ ਦਾ, ਅਸੀਂ ਦਰਦ ਰੱਖਦੇ ਹਾਂ ਇਹਨਾਂ ਦੇ ਚਿੱਟੇ ਹੋਏ ਦਾੜਿਆਂ ਦਾ, ਇਹਨਾਂ ਦੇ ਘਸੇ ਹੋਏ ਕੱਪੜਿਆਂ ਦਾ, ਇਹਨਾਂ ਦੇ ਘਸੇ ਹੋਏ ਪੈਰਾਂ ਦਾ। ਮਿੱਟੀ ਨਾਲ ਮਿੱਟੀ ਹੁੰਦੇ ਨੇ, ਇਹ ਲੜਦੇ ਨੇ, ਮਰਦੇ ਨੇ, ਆ ਕੇ ਚੌਂਕਾਂ 'ਤੇ ਧਰਨੇ ਲਾਉਂਦੇ ਨੇ, ਗੋਲੀਆਂ ਖਾਂਦੇ ਨੇ, ਡਾਂਗਾ ਖਾਂਦੇ ਨੇ, ਪਰ ਜਦੋਂ ਫਿਰ ਵੀ ਇਹਨਾਂ ਨੂੰ ਹੱਕ ਨਹੀਂ ਮਿਲਦੇ ਤਾਂ ਉਦੋਂ ਸਾਡੀ ਰੂਹ ਕਿਤੇ ਨਾ ਕਿਤੇ ਰੋਂਦੀ ਹੈ। ਅੱਜ ਇਹ ਨੌਜਵਾਨ ਆ ਕੇ ਨਾਲ ਬੈਠੇ ਨੇ ਕਿਉਂਕਿ ਇਹਨਾਂ ਨੇ ਤੜਪਦਿਆਂ ਹੋਇਆਂ ਮੱਛੀ ਵਾਂਗ ਆਪਣੇ ਮਾਪਿਓ ਨੂੰ ਵੇਖਿਆ ਹੈ ਕਿ ਸ਼ਾਇਦ ਹੁਣ ਤਾਂ ਸਾਡੀ ਜ਼ਮੀਨ ਵੀ ਸਾਡੇ ਹੱਥੀ ਨਹੀਂ ਰਹਿਣੀ, ਅਸੀਂ ਸ਼ਾਇਦ ਆਪਣੀ ਜ਼ਮੀਨ 'ਤੇ ਨੌਕਰ ਹੋ ਜਾਵਾਂਗੇ। ਜਾਂ ਜਿੱਦਾਂ ਬਿਹਾਰ ਤੋਂ ਬਿਹਾਰੀ ਆ ਕੇ ਪੰਜਾਬ 'ਚ ਅੱਜ ਖੁਸ਼ੀ ਨਾਲ ਦਿਹਾੜੀਆਂ ਕਰਕੇ ਜਾਂਦੇ, ਕਿਤੇ ਸਾਡੀ ਨੌਬਤ ਉਹ ਨਾ ਆ ਜਾਏ। ਕਿਉਂਕਿ ਹਰ ਟੱਬਰ ਦੀ ਓਨੀ ਹੈਸੀਅਤ ਨਹੀਂ ਹੈ ਕਿ ਆਪਣੇ ਪੁੱਤ ਨੂੰ ਕਿੱਲਾ ਵੇਚ ਕੇ 2 ਕਿੱਲੇ ਵੇਚ ਕੇ ਵਿਦੇਸ਼ ਦਾ ਰੁੱਖ ਕਰ ਦੇਣ ਅਤੇ ਬਾਹਰ ਭੇਜ ਦੇਣ। ਅਤੇ ਅਸੀਂ ਕਿਉਂ ਭੇਜੀਏ? ਅਸੀਂ ਆਪਣੇ ਪੰਜਾਬ ਨੂੰ ਕਿਉਂ ਨਹੀਂ ਬਾਹਰ ਵਰਗਾ ਬਣਾ ਸਕਦੇ? ਕਮੀ ਕੀ ਹੈ ਪੰਜਾਬ 'ਚ? ਘਾਟਾ ਤਾਂ ਇਹੀ ਹੈ ਨਾ ਕਿ ਅਸੀਂ ਘਟੀਆ ਸਿਆਸਤ ਚੁਣੀ ਹੈ। ਲੋੜ ਅੱਜ ਚੰਗੀ ਸਿਆਸਤ ਦੀ ਹੈ। ਲੋੜ ਅੱਜ ਇਹਦੀ ਨਹੀਂ ਕਿ ਅਸੀਂ ਸਿਆਸਤਦਾਨਾਂ ਨਾਲ ਬਾਈਕਾਟ ਕਰਨਾ, ਉਹਨਾਂ ਨੂੰ ਬੋਲਣ ਨਹੀਂ ਦੇਣਾ। ਆਉਣ ਦਿਓ, ਬੋਲਣ ਦਿਓ। ਸਾਨੂੰ ਅੱਜ ਪਤਾ ਹੈ ਨਾ ਕਿ ਉਹ ਕਿੰਨੇ ਕੀ ਪਾਣੀ 'ਚ ਹੈ ਨੇ। ਕਾਲੀਆਂ ਝੰਡੀਆਂ ਦਿਖਾਓ, ਜੁੱਤੀਆਂ ਦਿਖਾਓ, ਜੋ ਦਿਖਾਉਣਾ ਹੈ। ਕਾਨੂੰਨ ਦਾ ਉਲੰਘਣ ਨਾ ਕਰੋ। ਪਤਾ ਲੱਗੇ ਉਹਨਾਂ ਨੂੰ ਅਸੀਂ ਕਿੱਥੇ ਕੀ ਸਟੈਂਡ ਕਰਦੇ ਹਾਂ ਅਤੇ ਉਹ ਕਿੱਥੇ ਕੀ ਸਟੈਂਡ ਕਰਦੇ ਨੇ। ਇੱਕ ਵੀਰ ਪਿੱਛੋਂ ਹੱਥ ਮਾਰਿਆ ਸੀ, ਸ਼ਾਇਦ ਕੁਝ ਬੋਲਣ ਦੀ ਫਿਰਾਕ ਦੇ ਵਿੱਚ ਸੀ। ਹਾਂਜੀ, ਤੁਸੀਂ ਵੀ, ਕਿਉਂਕਿ ਸ਼ੋਅ ਵਾਈਂਡ ਅਪ ਕਰਨਾ ਹੈ, ਜ਼ਰੂਰ ਤੁਸੀਂ ਵੀ ਬੋਲੋ, ਕੀ ਕਹਿਣਾ ਚਾਹੁੰਦੇ ਹੋ? ਸਰ, ਮੈਂ ਤਾਂ ਇੱਕ ਤਾਂ ਇਹ ਜਿਹੜੇ ਕਾਨੂੰਨ ਬਣਾਏ ਨੇ ਇਹਨਾਂ ਬਾਰੇ ਮੈਂ ਦੱਸਣਾ ਚਾਹੁੰਦਾ ਵੀ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਜਿਹੜੇ ਤੁਸੀਂ ਹੁਣ 11 ਦੇ ਕਰੀਬ 12 ਵਜੇ ਦੇ ਕਰੀਬ ਸਾਡੀ ਇਹ ਆਪਣੀ 12 ਵੱਜ ਰਹੇ ਨੇ,
ਵੀ ਤੁਸੀਂ ਸਾਡੀ ਇੱਥੇ ਗੱਲ ਮਤਲਬ ਮੀਡੀਆ ਰਾਹੀਂ ਸਾਡੀ ਅੱਗੇ ਸਾਰੇ ਕਿਤੇ ਪਹੁੰਚਾਉਣਾ ਚਾਹੁੰਦੇ ਆ, ਦੁਨੀਆ 'ਚ ਦੇਸ਼ 'ਚ ਸਾਰੀ ਘੁਮਾਉਣੀ ਚਾਹੁੰਦੇ ਆ। ਮੈਂ ਬਹੁਤ ਤੁਹਾਡਾ ਧੰਨਵਾਦ ਕਰਦਾ ਵੀ ਜਿਵੇਂ ਸਾਡੇ ਜਿਹੜੇ ਕਾਨੂੰਨ ਬਣਾਏ ਨੇ, ਇਹਨਾਂ ਨੇ 3 ਕਾਨੂੰਨ ਬਣੇ ਨੇ ਸਾਡੇ ਮੋਦੀ ਸਰਕਾਰ ਨੇ ਬਣਾਏ ਆ, ਵੀ ਇਹ ਬਹੁਤ ਹੀ ਘਾਤਕ ਨੇ ਸਾਡੇ ਕਿਸਾਨਾਂ ਲਈ। ਵਿਰੋਧ ਦੇ ਇੱਕ ਤਰ੍ਹਾਂ ਦੇ ਵਾਰੰਟੀ ਇਹਨਾਂ ਨੇ ਕਰਤੇ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਾਂ ਵੀ ਜਿਹੜਾ ਆਪਣਾ ਮੰਡੀਕਰਨ ਹੈ ਸਾਡਾ, ਇਹ ਤੋੜਨ ਜਾ ਰਹੇ ਆ। ਤੋੜਤਾ ਇੱਕ ਕਿਸਮ ਦਾ ਸਾਡਾ ਟੁੱਟ ਗਿਆ। ਅਸੀਂ ਮੰਨਦੇ ਹਾਂ ਇਸ ਗੱਲ ਨੂੰ, ਸਾਡਾ ਤੋੜਤਾ ਇਹਨਾਂ ਨੇ। ਇਹ ਕਿਵੇਂ ਤੋੜਤਾ ਵੀ ਸਾਨੂੰ ਇਹ ਪਹਿਲਾਂ ਤਾਂ ਅਸੀਂ ਤਾਂ ਇਹੀ ਸਮਝਦੇ ਹਾਂ ਵੀ 2 ਸਾਲ ਸਾਨੂੰ ਜਿੱਦਾਂ ਕਹਿੰਦੇ ਸਬ ਜਵਾਕ ਦਿਖਾਉਂਦੇ ਆ, ਇਹ ਉਹ ਦਿਖਾਉਣਗੇ। ਜੇ ਤਾਂ ਇੱਥੇ ਸਾਡੇ 2 ਵਪਾਰੀ ਬੈਠਣਗੇ, ਇੱਕ ਤਾਂ ਮੰਡੀ ਦੇ ਅੰਦਰ ਹੋ ਗਿਆ, ਆੜਤੀ ਹੋ ਗਏ ਸਾਡੇ, ਦੂਜੇ ਪਾਸੇ ਇੱਕ ਸਾਡਾ ਬਾਹਰ ਆ ਗਿਆ ਜਿੱਥੇ ਇਹ ਅਬਾਨੀ ਤੇ ਅਡਵਾਨੀ ਜਿਹੜੇ ਹੈਗੇ ਨੇ। ਜੇ ਤਾਂ ਅਗਰ ਅਸੀਂ ਅੰਦਰ ਆਪਣੀ ਫਸਲ ਨੂੰ ਵੇਚਦੇ ਹਾਂ, ਜੋ ਰੇਟ ਸਾਨੂੰ MSP ਸਾਡੀ ਜਿਹੜੀ ਦਿੰਦੇ ਆ, ਉਸ ਰੇਟ 'ਤੇ ਅਸੀਂ ਅੰਦਰ ਵੇਚਦੇ ਹਾਂ, ਫਿਰ ਤਾਂ ਅਸੀਂ ਬਚਦੇ ਹਾਂ। ਅਗਰ ਅਸੀਂ ਉਹਨਾਂ ਦੀ ਬਾਹਰ ਜਿਹੜੇ ਕਿ ਸਾਨੂੰ 100 ਰੁਪਈਆ ਜਾਂ 164 ਰੁਪਈਆ ਮਤਲਬ ਸਾਡਾ ਜਿਹੜਾ ਖਰਚ ਆਉਂਦਾ, ਜੇਕਰ ਅਸੀਂ ਅੰਦਰ ਵੇਚਦੇ ਹਾਂ। ਜੇਕਰ ਉਹ ਬਾਹਰ ਅਡਵਾਨੀ ਵਾਲਿਆਂ ਦੇ ਮਤਲਬ ਅਸੀਂ ਟਰੈਲੀ ਲੈ ਕੇ ਜਾਂਦੇ ਹਾਂ, ਉਹਨਾਂ ਨੂੰ ਬਾਹਰ ਉਹ ਕਹਿੰਦਾ ਵੀ ਤੁਸੀਂ ਆ ਮੈਨੂੰ ਦੇ ਦਿਓ, ਵੀ ਮੈਂ ਤੁਹਾਨੂੰ 100 ਰੁਪਈਆ ਵੱਧ ਦੇ ਦੇਣਾ ਉਸ ਰੇਟ 'ਤੇ। ਜੋ 100 ਰੁਪਈਆ ਸਾਨੂੰ ਵੱਧ ਵੀ ਦੇ ਦਿੰਦਾ, ਉਸ ਨੂੰ 64 ਰੁਪਈਏ ਤਾਂ ਉਦੋਂ ਉਂ ਹੀ ਬਚ ਜਾਂਦੇ ਆ ਖਰਚੇ 'ਤੇ। ਜੇ ਕੋਈ ਅੰਦਰ ਖਰੀਦਦਾ ਉਹ ਬਾਹਰੋਂ ਬਚ ਜਾਂਦੇ ਆ, 64 ਰੁਪਏ ਤਾਂ ਉਹ ਫਿਰ ਬਚਾ ਗਿਆ। ਤਾਂ ਪਰ ਅਸੀਂ ਨੇ ਇਹ ਗੱਲ ਹੈ ਜਿਹੜੀ ਅਸੀਂ ਪੂਰੀ ਤਰ੍ਹਾਂ ਸਮਝ ਚੁੱਕੇ ਹਾਂ, ਇਹਨਾਂ ਦੀ ਚਾਲ 'ਚ ਨਹੀਂ ਆਉਣਾ। ਅਸੀਂ ਆਪਣੇ ਜ਼ਿਮੀਂਦਾਰਾਂ ਨੂੰ, ਸਾਰੇ ਭਰਾਵਾਂ ਨੂੰ, ਯੂਥ ਨੂੰ ਇਹ ਗੱਲ ਪੂਰੀ ਤਰ੍ਹਾਂ ਅਸੀਂ ਸਮਝਾ ਰਹੇ ਹਾਂ ਤਾਂ ਸਮਝਾ ਚੁੱਕੇ ਹਾਂ। ਪਿੰਡ ਦੇ ਵਿੱਚ ਸਾਰੇ ਸਾਡੇ ਨੌਜਵਾਨ ਤਬਕਾ ਜਿਹੜਾ ਹੁਣ ਇਹ ਸਾਰਾ ਇਸ ਗੱਲ ਨੂੰ ਸਮਝ ਗਿਆ। ਇਹ ਜੇਕਰ ਸਮਝਿਆ ਇਹ ਤਾਂ ਹੀ ਤਾਂ ਇਹ ਇੱਥੇ ਸੜਕਾਂ 'ਤੇ ਸਾਡੇ ਨਾਲ ਬੈਠੇ ਆਣ ਕੇ, ਨਹੀਂ ਤਾਂ ਹੁਣ ਤੱਕ ਇਹਨਾਂ ਨੇ ਸਾਡੀ ਗੱਲ ਹੀ ਨਹੀਂ ਸਮਝੀ। ਹੁਣ ਤੱਕ ਜਦੋਂ ਅਸੀਂ ਸੰਘਰਸ਼ ਕਰ ਰਹੇ ਹਾਂ, ਸਾਨੂੰ 40 ਸਾਲ ਹੋ ਗਏ ਸੰਘਰਸ਼ ਕਰਦਿਆਂ ਨੂੰ, ਉਦੋਂ ਨਹੀਂ ਉਦੋਂ ਤਾਂ ਸਾਨੂੰ ਇਹ ਮਖੌਲ ਕਰਦੇ ਹੁੰਦੇ ਸੀ ਵੀ ਸਾਰੇ ਬਜ਼ੁਰਗ ਚਲੇ ਜਾਂਦੇ ਨੇ ਧਰਨਿਆਂ ਦੇ ਵਿੱਚ। ਪਰ ਹੁਣ ਇਹਨਾਂ ਨੂੰ ਜਦ ਪਤਾ ਲੱਗਿਆ ਵੀ ਸਾਡੇ ਜਿਹੜੇ ਮਾਂ ਬਾਪ ਸਾਡੀ ਕਮਾਈ ਕਰਦੇ ਆ, ਅਸੀਂ ਇਹਨਾਂ ਨੂੰ ਪੜ੍ਹਾਇਆ ਲਿਖਾਇਆ, ਇਹ ਵੀ ਕਿੱਥੋਂ ਪੜ੍ਹਾਇਆ, ਇਹ ਸਮਝ ਤਾਂ ਇਹਨਾਂ ਨੂੰ ਹੋਣ ਲੱਗੀ ਹੈ ਵੀ ਇਹ ਜਿਹੜੇ ਸਾਡੇ ਖੇਤ ਹੈ, ਸਾਡੇ 5 ਕਿੱਲਿਆਂ 4 ਕਿੱਲਿਆਂ, ਇਹਨਾਂ ਨੇ ਸਾਨੂੰ ਇਸ ਮਿੱਟੀ ਦੇ ਵਿੱਚੋਂ ਪੈਸਾ ਕਮਾ ਕੇ ਰਾਤ ਦਿਨ ਕਰਕੇ ਤਾਂ ਇਹਨਾਂ ਨੇ ਸਾਨੂੰ ਮਤਲਬ ਇਸ ਨੌਬਤ ਤੱਕ ਮਤਲਬ ਇੱਥੇ ਤੱਕ ਪੜ੍ਹਾਇਆ। ਅਗਰ ਸਾਡੇ ਬਾਈ ਇਹ ਰਹੀ ਹੋ ਨਾ, ਤਾਂ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਹੈ ਨਾ, ਇਹਨਾਂ ਬੱਚਿਆਂ ਦੀ ਸਾਡੇ ਬਰਾਬਰ ਦੀ ਹੋ ਗਏ ਵੀ ਇਹ ਫਿਰ ਗਾਹਾਂ ਨੂੰ ਇਹ ਆਪਣੀ ਔਲਾਦ ਕਿਸ ਤਰ੍ਹਾਂ ਪੜ੍ਹਨਗੇ। ਬੇਰੁਜ਼ਗਾਰੀ ਤਾਂ ਪਹਿਲੀ ਹੋ ਗਈ। ਇਹਨਾਂ ਨੇ ਸਾਰੇ ਜਿਹੜੇ ਅਦਾਰੇ ਹੈ, ਇਹ ਤਾਂ ਸਾਰੇ ਸਾਡੇ ਸਰਕਾਰੀ ਅਦਾਰੇ ਜਿਸ ਤਰ੍ਹਾਂ ਰੇਲਵੇ ਆ ਵੀ ਵੇਚਤਾ, ਬਾਕੀ ਹੋਰ ਸਾਰਾ ਕੁਝ ਵੇਚੀ ਜਾ ਰਹੇ ਹੈ। ਕੋਈ ਚੀਜ਼ ਛੱਡੀ ਹੋ ਨਹੀਂ ਇਹਨਾਂ ਨੇ, ਮਤਲਬ ਕਿਸੇ ਅਦਾਰੇ ਦੇ ਹਿੰਦੁਸਤਾਨ 'ਚ ਕੋਈ ਛੱਡੀ ਹੈ ਜਿਹੜੀ ਸਾਰੀ ਪ੍ਰਾਈਵੇਟ ਕਰਦੇ ਜਾ ਰਹੇ ਵੀ। ਇਸ ਕਰਕੇ ਅਸੀਂ ਤਾਂ ਆ ਜਿਹੜੇ ਕਾਨੂੰਨ ਹੈ ਇਹਨਾਂ ਨੂੰ ਅਸੀਂ ਮਤਲਬ ਇੱਥੇ ਸੰਘਰਸ਼ ਰਾਹੀਂ, ਜਿੱਦਾਂ ਹੁਣ ਸਾਡੇ ਯੂਥ ਆ ਗਿਆ, ਇੱਕ ਪਾਸੇ ਤਾਂ ਦੇਖੋ ਸਾਡੇ ਅਸੀਂ ਫਸਲ ਬੀਜ ਰਹੇ ਹਾਂ। ਮੈਂ ਪਿੱਛੇ ਥੋੜ੍ਹਾ ਜਿਹਾ ਚੱਲਾਂ, ਜਿਵੇਂ ਲਾਕਡਾਊਨ ਹੋਇਆ, ਸਰਕਾਰ ਨੇ ਬੜਾ ਵਧੀਆ ਮੌਕਾ ਸਾਂਭਿਆ ਵੀ ਲਾਕਡਾਊਨ ਦੇ ਵਿੱਚ ਹੁਣ ਲੋਕ ਤਾਂ ਘਰਾਂ 'ਚ ਡੱਕੇ ਹੋਏ ਆ ਵੀ ਆਪਾਂ ਵਧੀਆ ਕਾਨੂੰਨ ਇਹਨਾਂ ਨੂੰ ਪਾਸ ਕਰ ਲਓ। ਇਹਨਾਂ ਨੇ ਉਹ ਸਾਡੇ ਨਾਲ ਕੀਤਾ। ਫਿਰ ਜਿਹੜੀ ਸਾਡੀਆਂ ਸਰਕਾਰਾਂ, ਜਿੱਦਾਂ ਕਿ ਅਸੀਂ MP ਭੇਜੇ ਇਹਨਾਂ ਨੂੰ, ਲੋਕ ਸਭਾ 'ਚ ਭੇਜੇ, ਰਾਜ ਸਭਾ 'ਚ ਭੇਜੇ, ਇਹਨਾਂ ਨੇ ਕੀ ਕਰਿਆ, ਇਹਨਾਂ ਨੇ ਸਾਡੇ ਕਾਨੂੰਨਾਂ ਨੂੰ ਬਚਾਉਣ ਵਾਸਤੇ ਉੱਥੇ ਮਤਲਬ ਕੋਈ ਸਾਡੇ ਮਤਲਬ ਇਹਨਾਂ ਨੇ ਮੋਦੀ ਨੇ ਮਤਲਬ ਬਹੁਮਤ ਇਹਨਾਂ ਦਾ ਬਹੁਮਤ ਹੋਣ ਦੇ ਹਿਸਾਬ ਦੇ ਨਾਲ ਜੇ ਕੋਈ MP ਸਾਡਾ ਬੋਲਿਆ ਵੀ ਹੈ, ਜਿਹੜਾ ਵੀ ਵਿਰੋਧੀ ਧਿਰ ਦਾ, ਉਹਨਾਂ ਦੀ ਗੱਲ ਇਹਨਾਂ ਨੇ ਬਿਲਕੁਲ ਸੁਣੀ ਨਹੀਂ, ਅਣਸੁਣੀ ਕਰੀ ਹੈ। ਇਸੇ ਤਰ੍ਹਾਂ ਰਾਜ ਸਭਾ ਦੇ ਵਿੱਚ ਜਿਹੜਾ ਮਤਲਬ ਇਹਨਾਂ ਬਹੁਮਤ ਵੀ ਨਹੀਂ ਸੀਗਾ, ਉੱਥੇ ਹਾਂ ਕਰਕੇ ਕੋਈ ਵੋਟ ਨਹੀਂ ਪਈ। ਇਹਨਾਂ ਨੇ ਉਹ ਸਾਰੇ ਕਾਨੂੰਨ ਮਤਲਬ ਆਪਣਾ ਉੱਥੇ ਪਾਸ ਕਰ। ਗੱਲ ਤਾਂ ਉਹੀ ਹੈ ਨਾ, ਜਥੇਬੰਦੀਆਂ ਆਪਣੀ ਥਾਂ ਤੇ ਸਹੀ ਹੈ, ਤੁਹਾਡੀ ਗੱਲ ਸਮਝਦੇ ਹਾਂ ਸਾਰੀ। ਮੇਰੀ ਬਾਬਾ ਜੀ ਨਾਲ ਵੀ ਹੁਣ ਇਹੀ ਗੱਲ ਹੋਈ ਹੈ, ਜਥੇਬੰਦੀਆਂ ਆਪਣੀ ਥਾਂ ਤੇ ਸਹੀ ਹੈ, ਤੁਹਾਡਾ ਕਿਸਾਨਾਂ ਦਾ ਸੰਘਰਸ਼ ਆਪਣੀ ਥਾਂ ਤੇ ਬਿਲਕੁਲ ਸਹੀ ਹੈ। ਹੁਣ ਜਿੱਦਾਂ ਇਹਨਾਂ ਨੇ ਕਿਹਾ ਕਿ ਅਸੀਂ ਬਾਈਕਾਟ ਕਰ ਦਿੱਤਾ, ਕੋਈ ਵੀ ਸਿਆਸੀ ਆਗੂ ਨਹੀਂ ਆਏਗਾ ਸਾਡੇ ਮੰਚ ਤੇ, ਨਹੀਂ ਬੋਲੇਗਾ, ਠੀਕ ਹੈ। ਉਹ ਵੀ ਤੁਸੀਂ ਹੁਣ ਆਪ ਕਹਿ ਰਹੇ ਹੋ ਕਿ 40 ਸਾਲਾਂ ਤੋਂ ਸੰਘਰਸ਼ ਕਰ ਰਹੇ ਹਾਂ, 50 ਸਾਲਾਂ ਤੋਂ ਸੰਘਰਸ਼ ਕਰ ਰਹੇ ਹਾਂ, ਜੋ ਸਵਾਲ ਮੈਂ ਉਹਨਾਂ ਤੋਂ ਵੀ ਪੁੱਛਿਆ ਸੀ, ਠੀਕ ਹੈ ਜੀ। ਪਰ ਸਾਨੂੰ ਇਹਦਾ ਹੀ ਜਵਾਬ ਨਹੀਂ ਮਿਲ ਰਿਹਾ ਨਾ। ਤੁਸੀਂ ਵਿਰਾਸਤ ਦੇ ਵਿੱਚ ਇਹੀ ਸੰਘਰਸ਼ ਆਪਣੀ ਨੌਜਵਾਨੀ ਨੂੰ ਦੇ ਕੇ ਜਾਓਗੇ, ਆ ਪੁੱਤਾਂ ਨੂੰ ਦੇ ਕੇ ਜਾਓਗੇ, ਕਿਉਂਕਿ MP MLAs ਜਿਹਨਾਂ ਨੂੰ ਤੁਸੀਂ ਚੁਣ ਕੇ ਅੱਗੇ ਭੇਜਿਆ, ਵੋਟਾਂ ਤਾਂ ਤੁਸੀਂ ਪਾਈਆਂ, ਤੁਹਾਡੇ ਪਿੰਡਾਂ ਨੇ ਪਾਈਆਂ, ਤੁਹਾਡੇ ਟੱਬਰਾਂ ਨੇ ਪਾਈਆਂ। ਉਦੋਂ ਤੁਸੀਂ ਕਿਉਂ ਨਹੀਂ ਨੁਮਾਇੰਦਾ ਚੰਗਾ, ਚਾਹੇ ਕੋਈ ਵੀ ਆਜ਼ਾਦ ਖੜਿਆ ਹੁੰਦਾ, ਤੁਹਾਨੂੰ ਪਤਾ ਉਹ ਸਾਫ਼ ਸੁਥਰੀ ਨੀਅਤ ਦਾ ਹੈ, ਤੁਹਾਡੇ ਹੱਕ ਦੀ ਗੱਲ ਕਰੂਗਾ, ਚੁਣ ਕੇ ਬਣਾਉਂਦੇ, ਸਰਕਾਰ ਆਪਣੇ ਆਪ ਬਣਦੀ, ਗੰਢ 'ਚੋਂ ਧੁੱਪ ਦੀ ਬਣਦੀ।
ਤੁਸੀਂ ਮੈਂ ਉਸ ਚੀਜ਼ ਵੱਲ ਕੰਮ ਕਰੋਗੇ, ਹਾਂ ਬਿਲਕੁਲ ਜੀ। ਉਧਰਲੇ ਪਾਸੇ ਧਿਆਨ ਦਵੋਗੇ, ਕਿਉਂਕਿ ਆਖਰੀ ਮੂਮੈਂਟ ਤੇ ਆ ਕੇ ਵੱਡੇ ਵੱਡੇ ਜ਼ਮੀਰ, ਵੱਡੇ ਵੱਡੇ ਪਿੰਡ ਅਸੀਂ ਆਪ ਇੱਕੋ ਹੀ ਢਾਲ ਦੇ ਵਿੱਚ ਢਲਦੇ ਵੇਖੇ ਆ, ਇੱਕੋ ਹੀ ਲਹਿ ਤਾਲ ਦੇ ਵਿੱਚ ਚੱਲਦੇ ਵੇਖੇ ਆ, ਵਿਕਦੇ ਵੀ ਵੇਖੇ ਆ, ਮਰਦੇ ਵੀ ਵੇਖੇ ਆ। ਤੇ ਮੈਂ ਆਪਣੇ ਪਿੰਡ ਤੋਂ ਹੀ ਗੱਲ ਸ਼ੁਰੂ ਕਰਾਂ ਵੀ ਮੇਰੇ ਪਿੰਡ ਦੇ ਪਿੱਛੇ ਪੰਚਾਇਤ ਦੀ ਇਲੈਕਸ਼ਨ ਹੋਈ ਹੈ, ਪੰਚਾਇਤ ਦੀ ਇਲੈਕਸ਼ਨ ਹੋਈ ਹੈ। ਸਾਡੇ ਪਿੰਡ ਦੇ ਲੋਕਾਂ ਨੇ ਇੱਕ ਗਲਤ ਨੁਮਾਇੰਦਾ ਸਾਡੀ ਸਰਪੰਚੀ ਲਈ ਚੁਣਿਆ। ਅੱਜ ਉਹ ਸਾਰਾ ਪਿੰਡ ਸਾਡਾ ਹੁਣ ਇਸ ਗੱਲ ਨੂੰ ਇਹ ਸੋਚ ਰਿਹਾ, ਇਹ ਸਾਡੇ ਨੌਜਵਾਨ ਬੈਠੇ ਨੇ, ਇਹ ਵੀ ਇਸ ਗੱਲ ਨੂੰ ਸੋਚ ਰਹੇ ਆ ਵੀ ਅਸੀਂ ਬਿਲਕੁਲ ਗਲਤ ਚੁਣਿਆ, ਔਰ ਵੋਟਾਂ ਇਹਨਾਂ ਨੇ ਉਸ ਬਰਖ ਲੱਖ ਪਾ ਕੇ ਉਹ ਗਲਤ ਬੰਦਾ ਚੁਣਿਆ ਗਿਆ। ਅੱਜ ਸਾਡੇ ਪਿੰਡ ਦੇ ਵਿੱਚ ਕੋਈ ਵੀ ਵਿਕਾਸ ਦਾ ਕੰਮ ਨਹੀਂ ਹੋ ਰਿਹਾ। ਜੇਕਰ ਜਿਹੜਾ ਵੀ ਵੋਟਰ ਜਾਂਦਾ ਵੀ ਭਾਈ ਮੇਰਾ ਕੰਮ ਕਰ ਦਿਓ, ਠੋਕ ਕੇ ਜਵਾਬ ਦਿੰਦਾ ਕਿ ਵੀ ਮੈਂ ਵੋਟਾਂ ਜਿਹੜੀਆਂ ਲਈਆਂ ਭਾਈ ਪੈਸੇ ਨਾਲ ਲਈਆਂ। ਉਸ ਟਾਈਮ ਸਾਡੇ ਹਰ ਇੱਕ ਭਾਵੇਂ ਜ਼ਿਮੀਂਦਾਰ ਹੈ, ਕੋਈ ਭਾਵੇਂ ਸਾਡਾ ਮਜ਼ਦੂਰ ਹੈ, ਉਹਨਾਂ ਤੇ ਪੈਸੇ ਲੈ ਕੇ ਬਿਲਕੁਲ ਉਹਨਾਂ ਨੂੰ ਉਸੇ ਬੰਦੇ ਨੂੰ ਵੋਟ ਪਾਤੀ। ਅੱਜ ਹੁਣ ਉਹ ਮਜ਼ਦੂਰ ਵੀ ਪਿੰਡ ਵਾਲਾ ਉਹ ਵੀ ਇਹ ਗੱਲ ਮਹਿਸੂਸ ਕਰ ਰਿਹਾ ਵੀ ਅਸੀਂ ਬਿਲਕੁਲ ਵੀ ਗਲਤ ਬੰਦਾ ਚੁਣ ਲਿਆ, ਵੀ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਉਹ ਫਿਰ ਵੀ ਜਿਸ ਤਰ੍ਹਾਂ ਹੁਣ ਇਸੇ ਤਰ੍ਹਾਂ ਅਸੀਂ ਨੇ ਜਿਹੜੇ MP ਹੈ, 7 ਗਲਤੀਆਂ ਹੋਈਆਂ ਪਹਿਲਾਂ, ਉਹਨਾਂ ਗਲਤੀਆਂ ਨੂੰ ਅਸੀਂ ਸੁਧਾਰਨ ਵਾਸਤੇ ਜੇ ਪਿੰਡ ਦੇ ਵਿੱਚ ਉਹ ਸਾਡੇ ਕੋਲ ਵੋਟਾਂ ਮੰਗਣ ਆਉਣਗੇ, ਅਸੀਂ ਉਹਦਾ ਹਰ ਇੱਕ ਦੀ ਗੱਲ ਦਾ ਜਿਹੜਾ ਅਸੀਂ ਉਹਨਾਂ ਦੇ ਜਵਾਬ ਮੰਗਾਂਗੇ। ਕਿੱਦਾਂ ਬਾਈਕਾਟ ਕਰੋਗੇ? ਕੀ ਐਲਾਨ ਕਰ ਦਿਓ ਖੁੱਲੇ ਤੌਰ ਦੇ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ, ਕੀ ਤੁਸੀਂ ਉਹਨਾਂ ਨੂੰ ਐਂਟਰਟੇਨ ਕਰੋਗੇ? ਅਕਾਲੀ ਦਲ, ਕਾਂਗਰਸ ਦੇ ਜੋ ਵੀ ਆਉਂਦੇ ਨੇ, ਕੀ ਕਹੋਗੇ? ਹਾਂ, ਸਾਡੀ ਹਾਈ ਕਮਾਂਡ ਨੇ ਤਕਰੀਬਨ ਇਹ ਐਲਾਨ ਤਾਂ ਇਹ ਕਰੇ ਦਿੱਤਾ ਵੀ ਜੋ ਸਾਡੇ ਪਿੰਡਾਂ 'ਚ ਵੜਨ ਦੇਂਗੇ ਉਹਨਾਂ ਤੇ ਸਵਾਲ ਕਰਨੇ ਆ ਵੀ ਤੁਸੀਂ ਸਾਡੇ ਲਈ ਹੁਣ ਕਰਿਆ ਕੀ ਹੈ ਹੁਣ ਤੱਕ। 1947 ਤੋਂ ਲੈ ਕੇ ਸਾਡੇ ਦੇਸ਼ 70 ਸਾਲ ਹੋ ਗਏ ਸਾਨੂੰ ਮਤਲਬ ਆਜ਼ਾਦ ਹੋਇਆ ਨੂੰ, ਵੀ ਅਸੀਂ ਜਿੰਨੇ ਵੀ ਕਾਂਗਰਸ ਵੀ ਦੇਖ ਲਈ, ਅਕਾਲੀ ਦਲ ਵੀ ਦੇਖ ਲਿਆ, ਬਈ ਇਹਨਾਂ ਨੇ ਸਾਡੇ ਲਈ ਕੁਛ ਨਹੀਂ ਕਰਿਆ ਇਸ ਟਾਈਮ। ਇਹ ਤਾਂ ਸਾਨੂੰ ਮਤਲਬ ਦੇਸ਼ ਨੂੰ ਹੀ ਖਾ ਗਏ ਆ। ਭ੍ਰਿਸ਼ਟਾਚਾਰ ਇੰਨਾ ਪਤਾ ਦੋਏ ਪਾਸੇ ਨੂੰ ਮਤਲਬ ਖਾ ਗਏ, ਭਾਵੇਂ ਕਦੇ ਬਦਲ ਕੇ ਕਦੇ ਅਕਾਲੀ ਆ ਗਏ, ਕਦੇ ਕਾਂਗਰਸ ਆ ਗਏ। ਪੰਜਾਬ ਦੇ ਵਿੱਚ ਤਾਂ ਇਹੀ ਹਾਲ ਹੋਇਆ। ਤਾਂ ਅਸੀਂ ਜਦ ਤੀਆ ਮਤਲਬ ਬਦਲਾਅ ਵੀ ਕਰਨ ਮਤਲਬ ਇੱਥੇ ਸਾਡੇ ਪੰਜਾਬ ਦੇ ਲੋਕਾਂ ਨੇ ਮਤਲਬ ਚਾਹਿਆ ਵੀ ਚਲੋ ਤੀਜੀ ਪਾਰਟੀ ਨੂੰ ਦੇਖ ਲਈਏ, ਉੱਥੇ ਵੀ ਇਹ ਦੋਵੇਂ ਪਾਰਟੀਆਂ ਕਾਂਗਰਸ ਤੇ ਅਕਾਲੀ ਇੱਕ ਹੋ ਗਏ। ਇਹਨਾਂ ਨੇ ਉਹੀ ਕੰਮ ਕਰਿਆ ਜਿਸ ਤਰ੍ਹਾਂ ਕਿ ਮਤਲਬ ਅਸੀਂ ਸੋਚਦੇ ਸੀਗੇ, ਉਹੀ ਕੰਮ ਕਰਤਾ ਇਹਨਾਂ ਨੇ। ਮਤਲਬ ਕਹੇ ਤੇ ਉਹਨਾਂ ਨੂੰ ਜਿੱਦਾਂ ਕਿ ਵੋਟਾਂ ਖਰੀਦ ਲਿਆ, ਮਤਲਬ ਲੋਕ ਖਰੀਦ ਲਏ ਵੀ ਜੇ ਅਸੀਂ ਹਾਰਦੇ ਹਾਂ ਤਾਂ ਆਪਣੀ ਵੋਟ ਦੂਜੀ ਪਾਰਟੀ ਨੂੰ ਪਾ ਦਿਓ, ਤਾਂ ਕਿ ਮਤਲਬ ਜਿਹੜੀ ਦੂਜੀ ਤੀਜੀ ਪਾਰਟੀ ਉਹ ਨਾ ਆਵੇ। ਉਹ ਜੇ ਆ ਜਾਂਦੀ ਵੀ ਸਾਡੇ ਪਰਦੇ ਫੋਲ ਦੂਗੀ, ਇਹ ਹੋ ਜੂਗੀ, ਮਤਲਬ ਇਹਨਾਂ ਨੇ ਇਹ ਥਿਊਰੀ ਇਹਨਾਂ ਨੇ ਬਣਾਈ ਸੀਗੀ। ਪਰ ਹੁਣ ਅਸੀਂ ਤਾਂ ਮੈਂ ਤਾਂ ਇਹੀ ਕਹਾਂਗਾ ਵੀ ਜਿਹੜੇ ਸਾਡੀਆਂ ਕਿਸਾਨ ਜਥੇਬੰਦੀਆਂ ਵੀ ਉਹ ਇੱਕ ਮੰਚ 'ਤੇ, ਜਿਵੇਂ ਕਿ ਉਹ 30 ਜਥੇਬੰਦੀਆਂ ਜਿਹੜੀਆਂ ਇੱਕ ਮੰਚ 'ਤੇ ਇਕੱਠੀਆਂ ਹੋਈਆਂ ਵੀ 31ਵੀਂ ਦਾ ਚਲੋ ਮਤਲਬ ਇਸ ਟਾਈਮ ਨਹੀਂ ਲੈ ਸਕਦੇ, ਸਸਪੈਂਡ ਹੀ ਹੋਈ ਵੀ ਹੈ ਹਾਲ ਦੀ ਘੜੀ, ਤਾਂ ਉਹਦੀ ਗਰੰਟੀ ਨਹੀਂ ਲੈ ਸਕਦੇ। ਬਾਕੀ ਜਿਹੜੀਆਂ 30 ਹੈ, ਪਰ ਮੈਂ ਤਾਂ ਇਹ ਕਹਾਂਗਾ ਵੀ ਉਹ ਇਸ ਟਾਈਮ ਦਾ ਜਿਸ ਤੱਕ ਹੁਣ ਚੱਲ ਰਹੀਆਂ ਉਹ ਬਿਲਕੁਲ ਸਹੀ ਚੱਲ ਰਹੀਆਂ ਹਾਲੇ ਤੱਕ। ਤਾਂ ਵੀ ਆਉਣ ਵਾਲੇ ਸਮੇਂ ਵਿੱਚ ਜੇ ਕਿਸੇ ਉਹਨਾਂ ਨੇ ਕੋਈ ਗਲਤੀ ਕਰੀ ਤਾਂ ਉਹਨਾਂ ਨੂੰ ਵੀ ਮਤਲਬ ਇੱਦਾਂ ਹੀ ਕੱਢਿਆ ਜਾਊਗਾ ਜਿਸ ਤਰ੍ਹਾਂ ਕਿ ਇਹ ਸਸਪੈਂਡ ਕਰੀ ਹੈ। ਬਾਕੀ ਜਿਸ ਤਰ੍ਹਾਂ ਹੁਣ ਅਸੀਂ ਗੱਲਬਾਤ ਕਰਨ ਵਾਸਤੇ ਸਾਡੀ ਹਾਈ ਕਮਾਂਡ ਗਈ ਸੀ ਆਪਣਾ ਸੈਂਟਰ ਦੇ ਨਾਲ, ਜੋ ਚਿੱਠੀ ਆਈ ਸੀ ਪਹਿਲਾਂ ਤਾਂ ਇੱਕ ਵਾਰ ਤਾਂ ਉਹਨਾਂ ਨੇ ਠਕਰਾਤੀ ਸੀ, ਪਹਿਲੀ ਵਾਰ ਤਾਂ ਦੂਜੀ ਵਾਰੀ ਕਹੀ, ਦੂਜੀ ਵਾਰੀ ਸਾਨੂੰ ਸਾਰੇ ਅਸੀਂ ਸਾਡੇ ਵਰਕਰਾਂ ਦਾ ਵੀ ਮਤਲਬ ਇਹੀ ਸੁਝਾਅ ਸੀਗਾ ਵੀ ਜੇਕਰ ਇਹ ਗੱਲ ਇੱਕ ਵਾਰੀ ਕਰ ਲਓ, ਕੱਲ੍ਹ ਨੂੰ ਇਹ ਨਾ ਕਹੇ ਸਰਕਾਰ ਸੈਂਟਰ ਇਹ ਨਾ ਕਹੇ ਵੀ ਸਾਡੇ ਨਾਲ ਕੋਈ ਗੱਲ ਨਹੀਂ ਕਰੀ। ਕੇਂਦਰ ਸਰਕਾਰ ਦੀਆਂ ਤਾਂ ਨੀਤੀਆਂ ਸਾਨੂੰ ਆਪ ਸਮਝਣੀਆਂ ਪੈਣੀਆਂ ਨੇ। ਗੱਲ ਜਿੰਨੀ ਮਰਜ਼ੀ ਅਸੀਂ ਕਰੀ ਜਾਈਏ, ਕੇਂਦਰ ਸਰਕਾਰ ਨੇ ਹਰ ਵਾਰ ਨਵਾਂ ਪੱਤਾ ਖੋਲ੍ਹਣਾ ਹੁੰਦਾ ਹੈ ਤੇ ਕਿਸਾਨ ਜਥੇਬੰਦੀਆਂ ਉਸ 'ਚ ਫਸਦੀਆਂ ਰਹਿੰਦੀਆਂ ਨੇ। 7 ਮੈਂਬਰੀ ਕਮੇਟੀ ਗਈ, ਉਹਨਾਂ ਨਾਲ ਜੋ ਹੋਇਆ ਤੁਸੀਂ ਸਭ ਵੇਖਿਆ, ਕਿਉਂਕਿ ਉਹ ਜਾਲ ਸੁੱਟਦੀਆਂ ਨੇ ਜਿਹਦੇ ਵਿੱਚੋਂ ਕਿਸਾਨ ਨਾ ਨਿਕਲ ਸਕਣ। ਹੁਣ ਅਗਰ ਮੋਰਚਾ ਉਹਨਾਂ ਨੇ ਹਿਲਾਉਣਾ ਹੈ, ਵਿਫਲ ਕਰਨਾ, ਬੜੀਆਂ ਤਰੀਕੇ ਨੇ ਉਹਨਾਂ ਕੋਲ, ਕਿਉਂਕਿ 50 ਸਾਲ ਤੁਸੀਂ ਆਪ ਦੋ ਗਵਾਹ ਬੈਠੇ ਹੋ, ਜਥੇਬੰਦੀਆਂ 31 ਗਵਾਹ ਬੈਠੀਆਂ ਨੇ ਅਲੱਗ-ਅਲੱਗ। 50 ਸਾਲ ਹੋ ਗਏ ਤੁਹਾਨੂੰ ਮੋਰਚਿਆਂ ਦੇ ਉੱਤੇ ਲੜਦਿਆਂ ਨੂੰ। ਕਿੰਨਿਆਂ ਨੇ ਲਾਠੀਆਂ ਖਾਧੀਆਂ, ਕਿੰਨਿਆਂ ਨੇ ਗੋਲੀਆਂ ਖਾਧੀਆਂ, ਅੱਜ ਤੱਕ ਫਿਰ ਵੀ ਅਸੀਂ ਆਪਣੇ ਹੌਸਲੇ ਨਹੀਂ ਹਾਰੇ। ਉਹ ਸਾਡੇ ਗੁਰੂਆਂ ਦੀ ਦੇਣ ਕਿ ਅਸੀਂ ਆਪਣੀ ਜੰਗ, ਆਪਣੇ ਯੁੱਧ ਲੜਦੇ ਆਏ ਹਾਂ, ਲੜਦੇ ਰਹਾਂਗੇ। ਪਰ ਅੱਜ ਲੋੜ ਹੈ ਚੰਗੀ ਰਣਨੀਤੀ ਦੀ, ਜਿਹਦੀ ਘਾਟ ਹਮੇਸ਼ਾ ਕਿਸਾਨ ਜਥੇਬੰਦੀਆਂ ਕੋਲ ਸੀ, ਅੱਜ ਵੀ ਹੈ। ਤੇ ਅੱਜ ਸਮਾਂ ਹੈ ਕਿ ਅਗਰ ਨਵਾਂ ਉਬਾਲ ਉੱਠਣਾ ਸ਼ੁਰੂ ਹੋਇਆ ਹੈ ਤੇ ਅਸੀਂ ਚੰਗੀ ਰਣਨੀਤੀ ਬਣਾ ਕੇ ਅੱਗੇ ਤੁਰੀਏ। ਮੇਰੀ ਕਦੇ ਵੀ ਇੱਛਾ ਨਹੀਂ ਹੁੰਦੀ ਕਿ
ਕਿਸੇ ਨੂੰ ਮੈਂ ਹਰਟ ਕਰਾਂ, ਕਿਸੇ ਦੀਆਂ ਭਾਵਨਾਵਾਂ ਨੂੰ ਆਹਤ ਕਰਾਂ, ਪਰ ਹਾਂ ਤੁਸੀਂ ਮੇਰੇ ਪਿਤਾ ਸਮਾਨ ਹੋ, ਵੱਡੇ ਭਰਾਵਾਂ ਸਮਾਨ ਹੋ। ਇਸ ਕਰਕੇ ਇਹ ਬੇਨਤੀ ਮੇਰੀ ਜ਼ਰੂਰ ਹੈ ਕਿ ਇਹਨਾਂ ਗੱਲਾਂ ਵੱਲ ਜ਼ਰੂਰ ਧਿਆਨ ਦੇਣਾ। ਜੇ ਮੇਰੀ ਕੋਈ ਵੀ ਗੱਲ ਤੁਹਾਡੇ ਵਿੱਚੋਂ ਕਿਸੇ ਨੂੰ ਬੁਰੀ ਲੱਗੀ ਹੋਵੇ, ਹੱਥ ਬੰਨ੍ਹ ਕੇ ਮਾਫੀ ਹੈ। ਬਟ ਨੌਜਵਾਨੋ, ਮੈਂ ਤੁਹਾਡੇ ਤੋਂ ਵੀ ਇਹ ਚੀਜ਼ ਜ਼ਰੂਰ ਜਾਣਨਾ ਚਾਹਾਂਗਾ ਕਿ ਜੋ ਗੱਲਾਂ ਵੀ ਹੋਈਆਂ ਤੁਸੀਂ ਸੁਣੀਆਂ ਸਾਰੀਆਂ, ਤੁਸੀਂ ਕੀ ਸੋਚਦੇ ਹੋ ਕਿ 50-50 ਸਾਲ ਤੋਂ ਜੇ ਇਸ ਜਜ਼ਬੇ ਨੂੰ ਲੈ ਕੇ ਕਿਸਾਨ ਤੁਰੇ ਹੋਏ ਨੇ, ਸਾਡੇ ਹੱਥ ਕੁਛ ਨਹੀਂ ਲੱਗਿਆ, ਫਿਰ ਵੀ ਅੱਜ ਵੀ ਅਸੀਂ ਉਹਨਾਂ ਹੀ ਚੀਜ਼ਾਂ ਨੂੰ ਲੈ ਕੇ ਰੋ ਰਹੇ ਹਾਂ, ਪਿੱਟ ਰਹੇ ਹਾਂ। ਗਲਤੀ ਕਿੱਥੇ ਕੀ ਹੋ ਰਹੀ ਹੈ, ਕਮੀ ਕਿੱਥੇ ਕੀ ਰਹਿ ਰਹੀ ਹੈ? ਨਹੀਂ, ਸਾਡੇ ਜਿੰਨੇ ਵੀ ਆ ਬਜ਼ੁਰਗ ਬੈਠੇ ਆ, ਜਿੰਨੇ ਵੀ ਸੰਘਰਸ਼ ਲੜ ਰਹੇ ਆ, ਅਸੀਂ ਇਹਨਾਂ ਨੂੰ ਸਲੂਟ ਆ, ਕਿਉਂਕਿ ਇਹਨਾਂ ਤੋਂ ਹੀ ਅਸੀਂ ਸਿੱਖ ਕੇ ਇੱਥੇ ਬੈਠੇ ਹਾਂ ਅੱਜ। ਕਿਉਂਕਿ ਮੈਂ ਵੀ ਖੁਦ ਆਪਣੀ ਇੱਕ ਜ਼ਿੰਦਗੀ 'ਚ ਛੋਟਾ ਜਿਹਾ ਸੰਘਰਸ਼ ਲੜਿਆ ਵਾ, ਅੱਜ ਵੀ ਲੜਦਾ ਪਿਆ ਮੈਂ, ਜਿਹੜਾ ਮੇਰਾ ਜੋਬ ਦੇ ਰਿਲੇਟਿਵ ਆ। ਮੈਂ ਦਿੱਲੀ ਵੀ ਧਰਨੇ ਲਾਏ ਆ, ਬੰਬਈ ਤੱਕ ਵੀ ਅਸੀਂ ਟ੍ਰੇਨਾਂ ਜਾ ਕੇ ਰੋਕੀਆਂ, ਕਿਉਂਕਿ ਅਸੀਂ ਤਿਹਾੜ ਜੇਲ੍ਹ 'ਚ ਵੀ ਮੈਂ 2 ਦਿਨ ਲਾਏ ਹੋਏ ਆ। ਕਾਫੀ ਕੁਝ ਕੀਤਾ, ਚਲੋ ਛੋਟਾ। ਬਾਕੀ ਜੋ ਇਹਨਾਂ ਦਾ ਸੰਘਰਸ਼ ਆ ਉਹ ਕਾਫੀ ਵੱਡਾ ਵਾ, ਕਿਉਂਕਿ ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਵਾ, ਬਹੁਤ ਕੁਝ ਸਿੱਖ ਵੀ ਰਹੇ ਆ, ਅਤੇ ਇੱਥੇ ਸਾਨੂੰ ਪਤਾ ਵੀ ਲੱਗਦਾ ਵੀ ਅਸੀਂ ਆਉਣ ਵਾਲੀਆਂ ਚੁਣੌਤੀਆਂ ਨਾਲ ਕਿਵੇਂ ਲੜਨਾ। ਠੀਕ ਆ। ਦੂਜੀ ਗੱਲ, ਹੁਣ ਜਿਹੜੇ ਆ ਬਿੱਲ ਪਾਸ ਕੀਤੇ ਆ, ਬਿੱਲ ਆਏ ਆ, ਇਹਨਾਂ ਨਾਲ ਜੋ ਵੀ ਕੀਤੇ ਆ, ਸਾਨੂੰ ਸਾਰਾ ਪਤਾ ਵਾ ਕਿੱਦਾਂ ਕਿਵੇਂ, ਜੋ ਇਹਨਾਂ ਦੀ ਰਣਨੀਤੀ ਆ, ਜੋ ਇਹ ਕਹਿੰਦੇ ਆ ਬਜ਼ੁਰਗ ਸਾਡੇ, ਜੋ ਸਾਡੇ ਵਲੰਟੀਅਰ ਆ। ਜਿਵੇਂ ਹੁਣ ਸਾਡੇ ਇੱਕ ਕੱਲ੍ਹ ਹਰਬੰਸ ਸਿੰਘ ਆ, ਜਿਹੜੇ ਇੱਥੋਂ ਮੋਦੀ ਦਾ ਪੁਤਲਾ ਫੂਕਦੇ ਹੋਏ ਉਹ ਆਪ ਸ਼ਹੀਦੀ ਪਾ ਗਏ, ਤਾਂ ਉਹਨਾਂ ਦੀਆਂ ਗੱਲਾਂ ਅਸੀਂ ਰੋਜ਼ ਸੁਣਦੇ ਸੀ। ਸਾਡੇ ਇੱਥੇ ਮੰਚ 'ਤੇ ਆਉਂਦੇ ਸੀਗੇ, ਸਾਨੂੰ ਸਿਖਾਉਂਦੇ ਸੀਗੇ, ਗੱਲਾਂ ਸਿੱਖਦੇ ਸੀ। ਉਹਨਾਂ ਨੂੰ ਅੱਜ ਸਾਨੂੰ ਉਹ ਇਸ ਸੰਘਰਸ਼ 'ਚ ਸ਼ਹੀਦੀ ਪਾ ਗਏ। ਅਸੀਂ ਉਦੋਂ ਤੱਕ ਉਹਨਾਂ ਦੀ ਸ਼ਹੀਦੀ ਨੂੰ ਸ਼ਰਧਾਂਜਲੀ ਨਹੀਂ ਦਿਲ ਤੋਂ ਦੇ ਸਕਦੇ, ਜਦੋਂ ਤੱਕ ਅਸੀਂ ਇਸ ਮੋਰਚੇ ਨੂੰ ਫਤਿਹ ਨਹੀਂ ਕਰ ਲੈਂਦੇ। ਜਦੋਂ ਇਸ ਮੋਰਚੇ ਨੂੰ ਅਸੀਂ ਫਤਿਹ ਕਰ ਲਿਆ ਤਾਂ ਅਸੀਂ ਉਹਨਾਂ ਦੀਆਂ ਆਤਮਾ ਨੂੰ, ਅਸੀਂ ਉਹਨਾਂ ਦੇ ਕੀਤੇ ਸੰਘਰਸ਼ਾਂ ਦੇ ਵਿੱਚ ਜੋ ਵੀ ਉਹਨਾਂ ਨੇ ਸੰਘਰਸ਼ ਕੀਤੇ ਆ, ਜੋ ਸਾਨੂੰ ਸਮਝਾਇਆ ਵਾ, ਤਾਂ ਉਹਨਾਂ ਨੂੰ ਅਸੀਂ ਸਲੂਟ ਕਰਦੇ ਹਾਂ। ਸਾਡੀ ਨੌਜਵਾਨੀ ਜੋ ਇਹਨਾਂ ਨੇ ਬਦਨਾਮ ਕਰਤੀ ਵੀ ਨਸ਼ੇ ਕਰਦੀ ਆ, ਇਹ ਕਰਦੀ ਆ ਬੈਠੇ ਆ ਰਾਤ ਦੇ 12 12:30 ਹੋ ਗਿਆ, 13-14 ਦਿਨ ਹੋ ਗਏ ਸਾਨੂੰ ਅੱਜ ਇੱਥੇ ਸੰਘਰਸ਼ ਲੜਦਿਆਂ ਨੂੰ। ਸਾਨੂੰ ਅੱਜ ਨਹੀਂ ਤੋੜ ਲੱਗੀ ਕਿਸੇ ਚੀਜ਼ ਦੀ, ਅੱਜ ਨਹੀਂ ਸਾਨੂੰ ਅਸੀਂ ਕਿਤੇ ਭੱਜੇ। ਇਹ ਸਾਰੀਆਂ ਇਹਨਾਂ ਦੀਆਂ ਕੀ ਅੰਤਤಃ ਜਵਾਬ ਦੇਣਾ ਚਾਹੋਗੇ ਸਰਕਾਰਾਂ ਨੂੰ ਕਿ ਅਸੀਂ ਇਹ ਮੋਰਚਾ ਕਿੱਦਾਂ ਜਿੱਤ ਕੇ ਦਿਖਾਵਾਂਗੇ, ਕਿੱਦਾਂ ਜਿੱਤ ਕੇ ਰਹਾਂਗੇ? ਅਸੀਂ ਸਰਕਾਰਾਂ ਇਸੇ ਤਰ੍ਹਾਂ ਇਸ ਮੋਰਚੇ ਨੂੰ ਲਾਗੂ ਰੱਖਾਂਗੇ ਜਦੋਂ ਤੱਕ ਸਾਡੀਆਂ ਸਰਕਾਰਾਂ ਸਾਡਾ ਇਸ ਮੁੱਦੇ ਦਾ ਹੱਲ ਨਹੀਂ ਕਰ ਲੈਂਦੀਆਂ। ਜਿੱਥੋਂ ਤੱਕ ਸਾਡੇ ਤੋਂ ਇਹ ਸੰਘਰਸ਼ ਜਾਇਆ ਗਿਆ, ਲਾਸਟ ਟਾਈਮ ਤੱਕ ਸ਼ਹੀਦੀਆਂ ਤੱਕ ਵੀ ਸਾਨੂੰ ਦੇਣੀਆਂ ਪਈਆਂ ਸੀ। ਆਪਣੇ ਆਪ ਨੂੰ ਅੱਗੇ ਲੈ ਕੇ ਬਜ਼ੁਰਗਾਂ ਦੇ ਨਾਲ ਖੜ੍ਹੇ ਹਾਂ। ਅੱਜ ਇੱਥੇ ਵਾਅਦਾ ਕਰਦੇ ਹਾਂ, ਜਿੰਨਾ ਟਾਈਮ ਇਹ ਸੰਘਰਸ਼ ਦਾ ਹੱਲ ਨਹੀਂ ਹੁੰਦਾ, ਉਦੋਂ ਤੱਕ ਅਸੀਂ ਇਸੇ ਤਰ੍ਹਾਂ ਹੀ ਡਟੇ ਰਹਾਂਗੇ, ਇਸੇ ਤਰ੍ਹਾਂ ਹੀ ਸੰਘਰਸ਼ ਕਰਦੇ ਰਹਾਂਗੇ। ਚਲੋ, ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇਵੇ। ਤੇ ਮੈਂ ਚਾਹੁੰਦਾ ਕਿ ਇਹ ਨੌਜਵਾਨ ਨੇ ਜਿੱਦਾਂ ਕਿਹਾ ਕਿ ਜੋਸ਼ ਸਾਡੇ ਖੂਨ 'ਚ ਹੈ, ਪਰ ਹਮੇਸ਼ਾ ਕਿਹਾ ਜਾਂਦਾ ਹੈ ਕਿ ਜੋਸ਼ ਦੇ ਨਾਲ ਹੋਸ਼ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ, ਉਹ ਹੀ ਬਹੁਤ ਜ਼ਰੂਰੀ ਹੈ। ਤੇ ਮੈਂ ਪੰਜਾਬ ਦੀ ਨੌਜਵਾਨੀ ਨੂੰ ਵੀ ਇਹ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਸਾਡੇ ਬਜ਼ੁਰਗ ਜੋ 50-50 ਸਾਲ ਤੋਂ ਆਪਣਾ ਸੰਘਰਸ਼ ਲੜਦੇ ਆਏ ਨੇ, ਸਾਨੂੰ ਅੱਜ ਚਿੰਤਨ ਕਰਨ ਦੀ ਲੋੜ ਹੈ ਕਿ ਉਹਨਾਂ ਦਾ ਸੰਘਰਸ਼ ਹਮੇਸ਼ਾ ਵਿਫਲ ਕਿਉਂ ਹੋਇਆ, ਕਿਉਂ ਹਮੇਸ਼ਾ ਸਰਕਾਰਾਂ ਜੇਤੂ ਰਹੀਆਂ ਤੇ ਅਸੀਂ ਹਾਰਦੇ ਰਹੇ ਹਾਂ, ਕਿਉਂ ਅੱਜ ਤੱਕ ਅਸੀਂ ਆਪਣੀਆਂ ਉਹੀ 40 ਸਾਲ 50 ਸਾਲ ਪੁਰਾਣੀਆਂ ਮੰਗਾਂ ਨੂੰ ਲੈ ਕੇ ਲੜ ਰਹੇ ਹਾਂ। ਤੇ ਮੈਂ ਉਮੀਦ ਕਰਦਾ ਇਸ ਦੇ ਉੱਤੇ ਤੁਸੀਂ ਜ਼ਰੂਰ ਨੌਜਵਾਨ ਪੰਜਾਬ ਦੇ ਚਿੰਤਨ ਕਰੋਗੇ, ਸੋਚੋਗੇ, ਅੱਗੇ ਪਰਖੋਗੇ ਤੇ ਆਪਣੇ ਬਜ਼ੁਰਗਾਂ ਨੂੰ ਇੱਕ ਚੰਗਾ ਮਾਰਗਦਰਸ਼ਕ ਬਣ ਕੇ ਰਾਹ ਵਿਖਾਓਗੇ ਕਿ ਨਹੀਂ, ਤੁਸੀਂ ਹੁਣ ਤੱਕ ਗਲਤ ਰਣਨੀਤੀ 'ਤੇ ਚੱਲਦੇ ਹੋ ਤੇ ਆਹ ਰਣਨੀਤੀ 'ਤੇ ਕੰਮ ਕਰਨਾ ਚਾਹੀਦਾ। ਤੇ ਇਹ ਸਿਰਫ ਇਹਨਾਂ ਨੌਜਵਾਨਾਂ ਵਾਸਤੇ ਨਹੀਂ, ਜਿਹੜੇ ਇਸ ਵੇਲੇ ਇਹ ਪ੍ਰੋਗਰਾਮ ਦੇਖ ਰਹੇ ਨੇ, ਉਹਨਾਂ ਦਾ ਵੀ ਫਰਜ਼ ਬਣਦਾ ਹੈ ਕਿ ਇਸ ਵੱਲ ਜ਼ਰੂਰ ਧਿਆਨ ਦੇਣ। ਇਸੇ ਦੇ ਨਾਲ ਮੈਂ ਇੱਕ ਵਾਰ ਫਿਰ ਤੋਂ ਕਿਸਾਨ ਜਥੇਬੰਦੀਆਂ ਨੂੰ ਇਹ ਗੱਲ ਜ਼ਰੂਰ ਕਹਿਣਾ ਚਾਹਾਂਗਾ, ਮੇਰੇ ਤੋਂ ਕੁਝ ਵੱਧ ਘੱਟ ਬੋਲਿਆ ਗਿਆ ਹੋਇਆ, ਹੱਥ ਬੰਨ੍ਹ ਕੇ ਮਾਫੀ ਹੈ, ਪਰ ਮੇਰੀਆਂ ਭਾਵਨਾਵਾਂ ਸ਼ਾਇਦ ਹੋ ਸਕਦਾ ਤੁਸੀਂ ਸਮਝ ਸਕਦੇ ਹੋ, ਕਿਉਂਕਿ ਤੁਹਾਡੇ ਵਿੱਚੋਂ ਹੀ ਕੁਝ ਮੇਰੇ ਵੱਡੇ ਭਰਾ ਵੀ ਨੇ, ਮੇਰੇ ਪੇ ਸਮਾਨ ਵੀ ਨੇ, ਮੇਰੇ ਦਾਦਿਆਂ ਸਮਾਨ ਵੀ ਨੇ। ਕਿਉਂਕਿ ਉਹ ਜਦੋਂ ਦਰਦ ਤੁਹਾਡਾ ਦੇਖਦੇ ਆ ਮੋਰਚਿਆਂ 'ਤੇ ਬੈਠੇ ਹੋਏ, ਧਰਨਿਆਂ 'ਤੇ ਬੈਠੇ ਹੋਏ, ਤਾਂ ਕਿਤੇ ਨਾ ਕਿਤੇ ਅੱਖਾਂ ਸਾਡੀਆਂ ਵੀ ਭਰ ਆਉਂਦੀਆਂ ਨੇ ਕਿ ਤੁਸੀਂ ਕਿਉਂ ਲੜ ਰਹੇ ਹੋ, ਕਿਉਂ ਇੰਨਾ ਸਮਾਂ ਆਪਣਾ ਵਿਅਰਥ ਕਰ ਰਹੇ ਹੋ, ਕਿਉਂ ਨਹੀਂ ਸਿੱਧਾ ਤੁਸੀਂ ਸਰਕਾਰ ਦੀ ਹਿੱਕ 'ਤੇ ਜਾ ਕੇ ਬਹਿ ਜਾਂਦੇ ਤੇ ਆਪਣੀਆਂ ਜ਼ਿੱਦਾਂ ਮਨਾ ਕੇ ਵਾਪਸ ਆਉਂਦੇ। ਅੱਜ ਲੋੜ ਉਹਦੀ ਹੈ, ਅੱਜ ਸਰਕਾਰ ਤੋਂ 2 ਕਦਮ ਅੱਗੇ ਤੋਂ ਸੋਚਣ ਦੀ ਹੈ, ਉਸ ਤੋਂ ਅੱਗੇ ਵੱਧ ਕੇ ਸੋਚਣ ਦੀ ਹੈ। ਤੇ ਉਮੀਦ ਕਰਦੇ ਹਾਂ ਤੁਸੀਂ ਜ਼ਰੂਰ ਅੱਜ ਸਿਰ ਨਾਲ ਸਿਰ ਜੋੜ ਕੇ ਬੈਠੋਗੇ। ਜਿੰਨੀਆਂ ਜਥੇਬੰਦੀਆਂ ਅਲੱਗ-ਅਲੱਗ ਥਾਂ ਦੇ ਉੱਤੇ ਲੜ ਰਹੀਆਂ ਨੇ, ਮੋਰਚੇ ਲਾ ਰਹੀਆਂ ਨੇ, ਸਾਰੀਆਂ ਸਤਿਕਾਰਯੋਗ ਨੇ, ਬਟ ਅੰਤ ਤਾਂ ਇਹੀ ਕਹਾਂਗਾ, ਹੋਵੋ ਇਕੱਤਰ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵ ਲਾਈ। ਮੈਨੂੰ ਦਿਓ ਇਜਾਜ਼ਤ। ਪ੍ਰੋਗਰਾਮ ਚੰਗਾ ਲੱਗਿਆ ਹੋਇਆ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ, ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।